कांशी टीवी देख रहे मेरे प्यारे वीरों, मेरी भैनों, मेरे प्यारे दोस्तों, मेरे वालों भगवंत सिंह वालों आप सबनों जय गुरुदेव, जय भीम, जय इंसान, प्यार भरी सत श्री अकाल। मेरे वालों आप सबनों कांशी टीवी ते जी आया। साडा अज दा प्रोग्राम है पते दी गल। अज असी गल करांगे अडॉप्शन बारे, बच्चे नूं गोद लैण बारे गल करांगे कि ਜਿਹੜੇ ਬੱਚੇ ਆਉਣ ਦੀ ਲੋੜ, ਗੋਦ ਲੈਣ ਦੀ ਲੋੜ ਪੈਂਦੀ ਹੈ ਜਾਂ ਉਹਦੇ ਕੀ ਕਾਰਨ ਨੇ, ਇਹਨਾਂ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ। ਉਸ ਦੇ ਵਿੱਚ ਮੇਰਾ ਸਾਥ ਦੇਣ ਲਈ ਮੇਰੇ ਪਿਆਰੇ ਵੀਰ ਰਜਿੰਦਰਜੀਤ ਜੀ, ਜਿਹਨਾਂ ਨੂੰ ਤੁਸੀਂ ਅੱਗੇ ਵੀ ਦੇਖ ਚੁੱਕੇ ਹੋ, ਅਤੇ ਉਹ ਸਾਥ ਦੇਣਗੇ। ਰਜਿੰਦਰਜੀਤ ਜੀ ਜੋ ਇੱਥੇ ਆਪਣੇ ਲੋਕਲ ਰਹਿੰਦੇ ਨੇ, ਇਹਨਾਂ ਨੇ ਆਪ ਖੁਦ ਬੱਚਾ ਗੋਦ ਲਿਆ ਹੈ, ਅਡਾਪਟ ਕੀਤਾ ਹੋਇਆ, ਅਤੇ ਇਸ ਦੇ ਵਿੱਚ ਆਪਾਂ जो साडा भारतीय समाज है, जिहड़े साडे एशियन कम्यूनिटी है, साडे विच बच्चा गोद लैण दी जिहड़ी घट है, असीं घट लैंदे आ, क्योंकि साडियां जिहड़ा साडा समाज है, साडी बनतर है, साडी सभ्यता दी, उहदे विच असीं ये कोशिश करते हैं। पहलां तां कोशिश ये करते हैं कि साडे अपने घर बच्चा होवे, उहदे की कारण ने, लोग बच्चा क्यों गोद लैंदे ने, की इहदी प्रक्रियावां की ने, सारा कुछ इस दे बारे मैं अपने नाल जिहड़ा ज्ञान इन्हां कोल उहनूं आपां लवांगे। तो दोस्तों, रजिंदरजीत जी तुसीं बच्चा अडॉप्ट किया, तो तुसीं की कारण किदां की सोच की कारण जी? भगवंत जी, सब तो पहला तो मैं तुहाडा इस गल्लों धन्नवाद करदा कि तुसीं बहुत ही एक संवेदनशील जिहड़ा विशा वो अज दे प्रोग्राम वास्ते चुनिया, तो उहदे वास्ते मैनूं गलबात लई कहा। असल च गोद लैण दा जिहड़ा एक ਦੀ ਇੱਕ ਜਿਹੜੀ ਇੱਛਾ ਹੈ ਲੋਕਾਂ ਦੀ, ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦਾ ਇਹੀ ਹੁੰਦਾ ਕਿ ਜਦੋਂ ਉਹਨਾਂ ਦੇ ਘਰ ਔਲਾਦ ਆਪਣੀ ਨਹੀਂ ਹੁੰਦੀ ਤਾਂ ਇੱਕ ਜਿਹੜਾ ਅਗਲਾ ਇੱਕ ਸਟੈਪ ਹੈਗਾ ਜਾਂ ਅਗਲਾ ਇੱਕ ਤਰੀਕਾ ਹੈਗਾ, ਉਹ ਇਹ ਹੈ ਕਿ ਜਿਹੜੇ ਬੱਚੇ ਪਹਿਲਾਂ ਹੀ ਜਨਮ ਲੈ ਚੁੱਕੇ ਆ, ਧਰਤੀ 'ਤੇ ਆ ਚੁੱਕੇ ਆ, ਜਿਨ੍ਹਾਂ ਨੂੰ ਲੋੜ ਹੈ ਘਰ ਦੀ, ਮਾਂ ਪਿਓ ਦੀ, ਤੁਸੀਂ ਉਹਨਾਂ ਨੂੰ ਲੈ ਲਓ, ਆਪਣੇ ਘਰ ਲਿਆਓ, ਗੋਦ ਲੈ ਲਓ ਕਾਨੂੰਨੀ ਤੌਰ 'ਤੇ, ਅਤੇ ਤਾਂ ਕਿ ਉਹਨਾਂ ਦੀ ਵੀ ਜਿਹੜੀ ਲੋੜ ਹੈ ਪੂਰੀ ਹੋ ਜਾਵੇ, ਤੁਹਾਡੀ ਵੀ ਹੋ ਜਾਵੇ। ਸੋ ਇਹ ਤਾਂ ਇੱਕ ਜਨਰਲ ਜਿਹੜਾ ਇੱਕ ਵਿਊ ਹੈ, ਇੱਕ ਆਮ ਨਜ਼ਰੀਆ ਹੈਗਾ ਗੋਦ ਲੈਣ ਦਾ। ਅਤੇ ਜਦੋਂ ਤੁਸੀਂ ਆਪਾਂ ਗੱਲ ਕਰਦੇ ਵੀ ਗੋਦ ਲੈਣ ਦੀ, ਤਾਂ ਆਮ ਤੌਰ 'ਤੇ ਸਮਝਿਆ ਵੀ ਇਹੀ ਜਾਂਦਾ ਵੀ ਸ਼ਾਇਦ ਜਿਨ੍ਹਾਂ ਦੇ ਆਪਣੀ ਔਲਾਦ ਨਹੀਂ ਹੁੰਦੀ। ਪਰ ਮੈਂ ਇੱਥੇ ਇੱਕ ਤੁਹਾਡਾ ਧਿਆਨ ਦਵਾ ਦਿਆਂ ਇਸ ਗੱਲ ਦੇ ਵਿੱਚ ਕਿ ਜਿਹੜੇ ਗੋਦ ਲੈਣ ਵਾਲੇ ਜਿਹੜੇ ਮਾਂ ਪਿਓ ਨੇ, ਉਹਨਾਂ 'ਚ ਇਹੋ ਜਿਹੇ ਜਿਹੜੇ ਜੋੜੇ ਵੀ, ਇਹੋ ਜਿਹੇ ਮਾਂ ਪਿਓ ਵੀ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਆਪਣੇ ਵੀ ਬੱਚੇ ਹੈਗੇ ਜੀ। ਉਹਨਾਂ ਦੇ ਅੰਦਰ ਇਹ ਕੋਈ ਇੱਛਾ ਹੀ ਹੁੰਦੀ ਹੈ, ਯਾਨੀ ਉਹਨਾਂ ਨੂੰ ਇਹ ਲੱਗਦਾ ਹੀ ਹੁੰਦਾ ਕਿ ਸਮਾਜ ਦੇ ਵਿੱਚ ਜੇ ਅਸੀਂ ਕਿਸੇ ਤਰੀਕੇ ਦੇ ਨਾਲ ਕੋਈ ਹਿੱਸਾ ਪਾ ਸਕਦੇ ਹਾਂ ਤਾਂ ਇਹ ਇੱਕ ਬਹੁਤ ਚੰਗਾ ਪੱਖ ਹੈ ਉਸ ਮਤਲਬ ਮਨੁੱਖਤਾ ਨਾਲ ਪਿਆਰ ਹੈ ਜਿਹੜਾ ਉਹਨਾਂ ਦਾ ਜੀ। ਬਿਲਕੁਲ। ਅਤੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਵੀ ਅਸੀਂ ਇਸ ਸਾਡੇ ਮਨ ਦੇ ਵਿੱਚ ਇੱਛਾ ਕਿਉਂ ਆਈ, ਸਾਡੀ ਅਸਲ 'ਚ ਆਪਣੀ ਬੇਟੀ ਹੈ, ਉਹ ਹੁਣ ਯੂਨੀਵਰਸਿਟੀ ਪੜ੍ਹਦੀ ਹੈ, ਅਤੇ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ ਦੀ ਗੱਲ ਆ ਭਗਵੰਤ ਜੀ। ਮੈਂ ਅਤੇ ਮੇਰੀ ਮਿਸਿਜ ਅਸੀਂ ਜਿਵੇਂ ਵੋਕ ਕਰਦੇ ਜਾ ਰਹੇ ਹਾਂ, ਸੁਬਾਹ ਦੀ ਸੈਰ ਕਰਦੇ ਜਾ ਰਹੇ ਹਾਂ, ਹਾਂਜੀ, ਅਤੇ ਸਾਨੂੰ ਕੋਈ ਤਕਰੀਬਨ 3-4 ਇਹੋ ਜਿਹੇ ਗੋਰੇ ਕਪਲ ਜਿਹੜੇ ਨੇ, ਜੋੜੇ ਉਹ ਮਿਲੇ ਆ, ਜਿਨ੍ਹਾਂ 'ਚ ਜ਼ਿਆਦਾ ਬਜ਼ੁਰਗ ਸੀਗੇ, 4 ਜਾਂ 5, ਤਾਂ ਉਹ ਇੱਕ ਜਾਂ ਦੋ ਕੁੱਤੇ ਨਾਲ ਲਿਜਾ ਰਹੇ ਨੇ। ਠੀਕ ਹੈ ਜੀ। ਅਸੀਂ ਉੱਥੇ ਜਾ ਰਹੇ ਹਾਂ, ਫਿਰ ਸਾਡੇ ਵਿੱਚ ਵਾਰਤਾਲਾਪ ਸ਼ੁਰੂ ਹੋ ਗਈ ਕਿ ਮੈਂ ਇਹ ਗੱਲ ਛੇੜੀ, ਮੈਨੂੰ ਇਹ ਲੱਗਿਆ, ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਸ਼ਾਇਦ ਵੀ ਜਿਵੇਂ ਹੁਣ ਸਾਡੀ ਬੇਟੀ ਹੁਣ ਵੱਡੀ ਹੋ ਰਹੀ ਹੈ, ਉਹਨੇ ਯੂਨੀਵਰਸਿਟੀ ਜਾਣਾ ਹੈ, ਉਸ ਤੋਂ ਬਾਅਦ ਉਹਦੇ ਵਿਆਹ ਦੀ ਉਮਰ ਹੋ ਜਾਣੀ ਹੈ, ਅਤੇ ਕੀ ਤੈਨੂੰ ਲੱਗਦਾ ਵੀ ਆਪਾਂ ਵੀ ਫਿਰ ਬੁੱਢੇ ਜਿਹੇ ਹੋ ਕੇ ਐਂ ਕੁੱਤੇ ਜਿਹੇ ਘੁਮਾਇਆ ਕਰਾਂਗੇ, ਵੀ ਸ਼ਾਇਦ ਐਂ ਇੱਕ ਜੋੜਾ ਕੁੱਤਿਆਂ ਦਾ ਲਿਜਾ ਕੇ ਆਪਾਂ ਸੈਰ ਕਰ ਜਾਇਆ ਕਰਾਂਗੇ ਤਾਂ ਕਿ ਸਾਡੀ ਇਕੱਲਤਾ ਜਿਹੜੀ ਹੈ ਉਹ ਦੂਰ ਹੋ ਸਕੇ। ਤਾਂ ਇਹ ਗੱਲ ਹੋ ਤਾਂ ਗਈ, ਆਈ ਗਈ ਹੋ ਗਈ, ਪਰ ਸਾਡੇ ਦੋਹਾਂ ਦੇ ਦਿਮਾਗ ਦੇ ਵਿੱਚ ਚੱਲਦੀ ਰਹੀ ਕਿਸੇ ਤਰੀਕੇ ਨਾਲ। ਫਿਰ ਉਸ ਤੋਂ ਬਾਅਦ ਇੱਕ ਦਿਨ ਅਸੀਂ ਬੈਠੇ ਨੇ ਇਹ ਸਲਾਹ ਕੀਤੀ ਕਿ ਜਿਹੜੇ ਬੱਚਿਆਂ ਨੂੰ ਇੱਥੇ ਮਤਲਬ ਇਹ ਨਹੀਂ ਕਿ ਸਿਰਫ ਇੰਗਲੈਂਡ ਦੇ ਵਿੱਚ ਹੀ ਜਾਂ UK ਦੇ ਵਿੱਚ ਹੀ, ਸਾਰੀ ਦੁਨੀਆ ਦੇ ਵਿੱਚ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਘਰ ਦੀ ਲੋੜ ਹੈ, ਮਾਂ ਪਿਓ ਦੀ ਲੋੜ ਹੈ, ਵੀ ਅਸੀਂ ਆਖਿਆ ਵੀ ਇਹਦੇ ਬਾਰੇ ਫਾਈਂਡ ਆਊਟ ਤਾਂ ਕਰੀਏ, ਆਪਾਂ ਲੱਭੀਏ ਕੁਛ ਵੀ ਇਹ ਕੀ ਹੈਗਾ, ਪ੍ਰੋਸੈਸ ਕੀ ਇਹਦਾ, ਵੀ ਜੇ ਅਸੀਂ ਇੱਕ ਬੱਚਾ ਹੀ ਕਿਉਂ ਨਾ ਗੋਦ ਲੈ ਲਈਏ, ਵੀ ਤਾਂ ਕਿ ਜਿਹੜਾ ਸਾਡੀ ਵੀ ਇੱਛਾ ਪੂਰੀ ਹੁੰਦੀ ਹੈ ਔਰ ਬੱਚੇ ਦੀ ਜੀ ਜ਼ਿੰਦਗੀ ਬਣਦੀ ਜੀ। ਤਾਂ ਉਸ ਚੀਜ਼ ਦੇ ਵਿੱਚ ਯਾਨੀ ਫਿਰ ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਬੁੜੇ ਹੋ ਕੇ ਸਾਨੂੰ ਕੋਈ ਕੁੱਤੇ ਜਾਂ ਬਿੱਲੀਆਂ ਰੱਖਣ ਦੀ ਲੋੜ ਨਹੀਂ, ਅਸੀਂ ਕਿਉਂ ਨਾ ਅਸੀਂ ਇਨਸਾਨ ਦਾ ਬੱਚਾ
ਉਹਨੂੰ ਆਪਣਾ ਬੱਚਾ ਬਣਾ ਕੇ ਅਸੀਂ ਘਰ ਦੇ ਵਿੱਚ ਲੈ ਕੇ ਆਈਏ। ਤਾਂ ਇਹ ਉੱਥੋਂ ਇਹ ਜਿਗਿਆਸਾ ਦੇ ਵਿੱਚੋਂ ਗੱਲ ਨਿਕਲੀ। ਅਸੀਂ ਇੱਕ ਇੱਧਰ ਉੱਧਰ ਇੰਟਰਨੈਟ ਤੋਂ ਫਾਈਂਡ ਕਰਨਾ ਸ਼ੁਰੂ ਕੀਤਾ ਤਾਂ ਇੱਕ ਏਜੰਸੀ ਸਾਨੂੰ ਜਿਹੜੀ ਲੋਕਲ ਏਜੰਸੀ ਜਿਹੜੀ ਅਡੋਪਸ਼ਨ ਐਟ ਹਾਰਟ ਨਾਂ ਦੀ ਏਜੰਸੀ ਹੈ, ਉਹਨਾਂ ਦਾ ਸਾਨੂੰ ਕੰਟੈਕਟ ਮਿਲਿਆ। ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਅਡੋਪਸ਼ਨ ਐਟ ਹਾਰਟ ਜੀ। ਤਾਂ ਉਹ ਬਹੁਤ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਅਲੱਗ-ਅਲੱਗ ਇਲਾਕਿਆਂ ਨੂੰ ਡੀਲ ਕਰਦੀਆਂ। ਹਾਂਜੀ। ਅਤੇ ਉਹ ਏਜੰਸੀ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਸੀਂ ਆ ਜਾਓ, ਇੱਕ ਛੋਟਾ ਜਿਹਾ ਇੱਕ ਸੈਮੀਨਾਰ ਹੈ, ਤੁਸੀਂ ਅਟੈਂਡ ਕਰ ਲਓ, ਤੁਹਾਨੂੰ ਲੱਗਿਆ ਅਤੇ ਤੁਸੀਂ ਅੱਗੇ ਆਪਣੀ ਐਪਲੀਕੇਸ਼ਨ ਜਿਹੜੀ ਹੈ ਅੱਗੇ ਪ੍ਰੋਸੀਡ ਕਰ ਸਕਦੇ ਹੋ। ਤਾਂ ਉਹ ਸੈਮੀਨਾਰ ਜੋ ਅਸੀਂ ਅਟੈਂਡ ਕੀਤਾ, ਅਸੀਂ ਦੋਨੇ ਜਾਣੇ ਗਏ, ਤਾਂ ਸਾਨੂੰ ਸੱਚੀ ਲੱਗਿਆ ਵੀ ਹਾਂ ਅਸੀਂ ਬਿਲਕੁਲ ਰਾਈਟ ਡਿਸੀਜਨ ਲਿਆ, ਅਸੀਂ ਬਿਲਕੁਲ ਸਹੀ ਸੋਚਦੇ ਹਾਂ ਵੀ ਸਾਨੂੰ ਇਹ ਕਰ ਲੈਣਾ ਚਾਹੀਦਾ। ਯਾਨੀ ਜਦੋਂ ਉਹਨਾਂ ਨੇ ਉਹ ਬੱਚਿਆਂ ਦੀ ਜ਼ਰੂਰਤ ਦੱਸੀ, ਜਿਹੜੇ ਬੱਚੇ ਉਡੀਕ ਰਹੇ ਹੈ, ਕਈ ਬੱਚੇ ਤਾਂ ਐਸੇ ਵਿਚਾਰੇ ਹੁੰਦੇ ਜਿਹੜੇ 20-20 ਸਾਲ ਦੇ ਹੋ ਜਾਂਦੇ, ਵਿਆਹੁਣ ਜੋਗੇ ਹੋ ਜਾਂਦੇ ਆ, ਪਰ ਉਹਨਾਂ ਨੂੰ ਕੋਈ ਅੱਗੇ ਨਹੀਂ ਆਉਂਦਾ, ਉਹਨਾਂ ਨੂੰ ਕੋਈ ਅਡੋਪਟ ਨਹੀਂ ਕਰਦਾ। ਅਤੇ ਇਹ ਸੁਣ ਕੇ ਯਾਨੀ ਸਾਡਾ ਵੀ ਦਿਲ ਪਸੀਜਿਆ। ਔਰ ਜਿੰਨੇ ਵੀ ਉੱਥੋਂ ਲੋਕ ਹੋਰ ਆਏ ਸੀਗੇ ਸਾਰੇ, ਕਿਉਂਕਿ ਇਹ ਵਿਚਾਰ ਰੱਖਦੇ ਸੀਗੇ, ਹਰ ਇੱਕ ਕਮਿਊਨਿਟੀ ਦੇ, ਹਰ ਇੱਕ ਧਰਮ ਦੇ ਉੱਥੇ ਲੋਕ ਸੀਗੇ, ਹਰ ਇੱਕ ਰੰਗ ਦੇ ਲੋਕ ਸੀਗੇ। ਤਾਂ ਉੱਥੋਂ ਫਿਰ ਯਾਨੀ ਸਾਨੂੰ ਲੱਗਿਆ ਵੀ ਇੱਕ ਮਨ ਦੇ ਵਿੱਚ ਇਹ ਆਇਆ ਵੀ ਕਾਸ਼ ਕੋਈ ਅਸੀਂ ਇੰਨੀ ਸਮਰੱਥਾ ਸਾਡੇ 'ਚ ਹੋਵੇ ਕਿ ਅਸੀਂ ਇੱਕ ਨਹੀਂ, ਅਸੀਂ 10, 15, 20 ਬੱਚੇ ਘਰ ਲਿਆ ਸਕੀਏ। ਮਤਲਬ ਉੱਥੋਂ ਇਸ ਤਰ੍ਹਾਂ ਦੀ ਭਾਵਨਾ ਵੀ ਜਾਗੀ ਬੱਚਿਆਂ ਦੀ ਹਾਲਤ ਦੇਖ ਕੇ ਜੀ। ਬਿਲਕੁਲ। ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਜਿਸ ਤਰ੍ਹਾਂ, ਕਿਉਂਕਿ ਬੱਚੇ ਦੇਖੋ ਸਾਡੇ ਘਰਾਂ ਦੇ ਵਿੱਚ ਬੱਚੇ ਨੇ, ਅਸੀਂ ਜਿੰਨੇ ਵੀ ਸਾਡੇ ਦਰਸ਼ਕ ਸੁਣ ਰਹੇ ਆ ਇਹ ਵੀ ਬੱਚਿਆਂ ਵਾਲੇ ਨੇ, ਪੁੱਤ ਪੋਤਿਆਂ ਵਾਲੇ, ਦੋਤੇ ਦੋਤੀਆਂ। ਹੁਣ ਸਾਨੂੰ ਪਤਾ ਕਿ ਬੱਚੇ ਦੀ ਘਰ ਦੇ ਵਿੱਚ ਕੀਮਤ ਕੀ ਹੁੰਦੀ ਹੈ। ਅਸੀਂ ਉਹਨਾਂ ਬੱਚਿਆਂ ਨੂੰ ਕਿਵੇਂ ਮਤਲਬ ਪਿਆਰਦੇ ਹਾਂ, ਦੁਲਾਰਦੇ ਹਾਂ, ਕਿੰਨੇ ਵਧੀਆ ਢੰਗ ਨਾਲ ਪਾਲਦੇ ਹਾਂ। ਸਾਰੀ ਇਹ ਆਪਾਂ ਕੋਸ਼ਿਸ਼ ਕਰਦੇ ਕਿ ਇਹਨੂੰ ਐਜੂਕੇਸ਼ਨ ਮਿਲੇ, ਇਹਨਾਂ ਦੀ ਜ਼ਿੰਦਗੀ ਬਣੇ, ਇਹ ਜੀ ਧਨਵਾਨ ਵੀ ਬਣਨ ਅਤੇ ਇਹ ਇਨਸਾਨ ਵੀ ਬਣਨ। ਸੋ ਸਾਡੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ। ਪਰ ਜਦੋਂ ਅਸੀਂ ਉਹਨਾਂ ਬੱਚਿਆਂ ਦੀ ਗੱਲ ਸੁਣਦੇ ਹਾਂ ਜਿਨ੍ਹਾਂ ਨੂੰ ਉਹਨਾਂ ਦੇ ਮਾਂ ਪਿਓ ਦੇ ਵਿੱਚ ਇੰਨੀ ਸਮਰੱਥਾ ਹੀ ਹੈ ਨਹੀਂ ਕਿ ਉਹ ਉਹਨਾਂ ਨੂੰ ਪਾਲ ਸਕਣ, ਜਾਂ ਉਹ ਇੰਨੇ ਝਗੜਾਲੂ ਹੈ, ਆਪਸ ਦੇ ਵਿੱਚ ਇੰਨਾ ਲੜਦੇ ਆ, ਜਾਂ ਉਹ ਇੰਨੇ ਨਸ਼ੇੜੀ ਨੇ ਜੇ ਕਿ ਉਹ ਆਪਦੇ ਨਸ਼ਿਆਂ ਦੇ ਵਿੱਚ ਪਏ ਹੋਏ, ਆਪਦੇ ਝਗੜਿਆਂ ਦੇ ਵਿੱਚ ਪਏ ਹੋਏ ਉਹਨਾਂ ਬੱਚਿਆਂ ਨੂੰ ਨੈਗਲੈਕਟ ਕਰੀ ਜਾ ਰਹੇ ਨੇ, ਬੱਚਿਆਂ ਦੀ ਅਣਦੇਖੀ ਕਰੀ ਜਾ ਰਹੇ ਨੇ। ਔਰ ਮਾਂ ਪਿਓ ਘਰ ਦੇ ਵਿੱਚ ਲੜ ਰਹੇ ਨੇ, ਬੱਚੇ ਬਾਹਰ ਸੜਕਾਂ 'ਤੇ ਘੁੰਮ ਰਹੇ, ਬਿਲਕੁਲ ਅਸੁਰੱਖਿਅਤ ਜਿਹੜੀ ਮਤਲਬ ਇੱਕ ਜਿਹੜੀ ਉਸ ਦੇ ਵਿੱਚੋਂ ਹਾਂ ਜੀ। ਤਾਂ ਉਹ ਸਾਨੂੰ ਲੱਗਿਆ ਕਿ ਹਾਂ ਮਤਲਬ ਇਹ ਫੈਸਲਾ ਕਰਨ ਵਾਲਾ। ਉਸ ਤੋਂ ਬਾਅਦ ਫਿਰ ਅਸੀਂ ਇਹ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ, ਉਹਨਾਂ ਨੂੰ ਏਜੰਸੀ ਨੂੰ ਪੁੱਛਿਆ ਕਿ ਕੀ ਹੈਗਾ, ਤਾਂ ਉਹਨਾਂ ਨੇ ਅਸੀਂ ਐਪਲੀਕੇਸ਼ਨ ਭਰੀ, ਉਹ ਅੱਗੇ ਫਾਰਵਰਡ ਹੋਈ। ਇਹ ਇੱਕ ਲੰਬਾ ਪ੍ਰੋਸੈਸ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ। ਮਤਲਬ ਇਸ ਚੀਜ਼ ਦੇ ਵਿੱਚੋਂ ਇਹ ਸਾਨੂੰ ਲੱਗਿਆ ਵੀ ਹਾਂ ਇਹ ਜ਼ਰੂਰੀ ਹੈ, ਘੱਟੋ ਘੱਟ ਅਸੀਂ ਇੰਨਾ ਕੁ ਹਿੱਸਾ ਤਾਂ ਜ਼ਰੂਰ ਪਾਈਏ। ਠੀਕ ਦੋਸਤੋ, ਅਸੀਂ ਦੋਏ ਕੋਈ ਅਡੋਪਸ਼ਨ ਦੇ ਐਕਸਪਰਟ ਨਹੀਂ। ਸਾਡਾ ਜਿਹੜਾ ਗਿਆਨ ਆ, ਸਾਡਾ ਨੌਲੇਜ ਆ, ਉਹ ਤੁਹਾਡੇ ਜਿੰਨਾ ਹੀ ਆ। ਅਤੇ ਅਸੀਂ ਹਿੰਮਤ ਕਰਕੇ ਜਿੰਨੇ ਕੁ ਅਸੀਂ ਚੁਣ ਸਕਦੇ ਸੀ ਕੀ ਸਵਾਲ ਹੈ, ਕੀ ਕਾਰਨ ਨੇ, ਉਸ ਦੇ ਬਾਰੇ ਗੱਲ ਕਰਦੇ ਪਏ ਹਾਂ। ਜੇ ਤੁਸੀਂ ਬੱਚਾ ਅਡਾਪਟ ਕਰਨਾ, ਉਸ ਦੇ ਲਈ ਜਿਸ ਤਰ੍ਹਾਂ ਨੇ ਦੱਸਿਆ ਕਿ ਤੁਸੀਂ ਬਹੁਤ ਆਰਾਮ ਨਾਲ ਕਰ ਸਕਦੇ ਹੋ ਅਡਾਪਟ। ਅਤੇ ਅਸਲ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ, ਆਪਣੇ ਭਾਰਤੀ ਸਮਾਜ ਦੇ ਵਿੱਚ ਕੀ ਸੀਗਾ, ਆਪਾਂ ਫਿਲਮਾਂ ਦੇਖੀਆਂ ਜਾਂ ਆਪਾਂ ਨੂੰ ਪਤਾ ਕਿ ਅੱਜ ਵੀ ਚੱਲਦਾ ਪਿਆ ਕਿ ਕਿਸੇ ਬੱਚੇ ਦੀ ਮਾਂ ਮਰ ਜਾਂਦੀ ਸੀ ਜਾਂ ਬਾਪ ਮਰ ਜਾਂਦਾ ਸੀ, ਬੱਚਾ ਕਿਸੇ ਕਾਰਨ ਕਰਕੇ ਜਿਹੜਾ ਯਤੀਮ ਹੋ ਜਾਂਦਾ ਸੀ, ਤਾਂ ਉਸ ਬੱਚੇ ਨੂੰ ਜਿਹੜੇ ਵੱਡੇ ਵੱਡੇ ਘਰਾਣੇ ਸੀਗੇ, ਵੱਡੇ ਘਰਾਣੇ ਨਹੀਂ, ਮਤਲਬ ਜਿਹੜੇ ਅਨਾਥਾਲਿਆ ਸੀ ਜਿਹੜੇ, ਉਹਨਾਂ ਦੇ ਬਾਹਰ ਇੱਕ ਝੂਲਾ ਰੱਖਿਆ ਹੁੰਦਾ ਸੀਗਾ, ਪਾਲਣਾ ਰੱਖਿਆ ਹੁੰਦਾ ਸੀਗਾ, ਉਹਦੇ ਵਿੱਚ ਆਪਾਂ ਬੱਚੇ ਨੂੰ ਪਾ ਆਉਂਦੇ ਸੀਗੇ। ਇੱਕ ਜ਼ਮਾਨਾ ਇਹ ਸੀ, ਜਾਂ ਇੱਦਾਂ ਹੁਣ ਤਾਂ ਅੱਜ ਵੀ ਚੱਲਦਾ ਪਿਆ, ਅੰਮ੍ਰਿਤਸਰ ਦੇ ਵਿੱਚ ਅੱਜ ਵੀ ਇਹ ਹੈ। ਅਤੇ ਜਿਹੜਾ ਸਾਰਾ ਕੁਛ ਉਹ ਪ੍ਰਕਿਰਿਆ ਉੱਥੇ ਦੇ ਹਿਸਾਬ ਨਾਲ ਸੀਗੀ। ਅਤੇ ਉੱਥੇ ਕਾਨੂੰਨ ਜਾਂ ਹੋਸ਼ ਤੋਂ ਮਗਰੋਂ ਕਈ ਪ੍ਰੋਬਲਮਸ, ਉਹ ਜਿਹੜੀ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਬਾਅਦ ਦੇ ਵਿੱਚ। ਪਰ ਅੱਜ ਜਿਹੜਾ ਇੰਗਲੈਂਡ ਹੈ, ਇੱਥੇ ਅਲੱਗ ਇਹਨਾਂ ਨੇ ਪ੍ਰਕਿਰਿਆ ਦੀ, ਜੋ ਵੀ ਸੀ ਬੱਚਾ ਕਿਸੇ ਨੇ ਗੋਦ ਲੈਣਾ, ਅਡਾਪਟ ਕਰਨਾ, ਉਹ ਲੀਗਲ ਤੌਰ 'ਤੇ, ਕਾਨੂੰਨੀ ਤੌਰ 'ਤੇ ਲੈਣਾ ਪੈਂਦਾ ਆ, ਅਤੇ ਉਹਦੇ ਨਾਲ ਤੁਹਾਨੂੰ ਬਾਅਦ ਦੇ ਵਿੱਚ ਪ੍ਰੋਬਲਮਸ ਨਹੀਂ ਆਉਂਦੀਆਂ। ਅਤੇ ਜਿਵੇਂ ਕਿ ਮੇਰੇ ਦੋਸਤ ਰਜਿੰਦਰ ਜੀ, ਜਿਨ੍ਹਾਂ ਦੇ ਇੰਨੇ ਸੰਵੇਦਨਸ਼ੀਲ ਨੇ, ਜਿਨ੍ਹਾਂ ਨੇ ਇਹ ਕੰਮ ਕੀਤਾ, ਥੋੜ੍ਹਾ ਜਿਹਾ ਸੌਖਾ ਕੰਮ ਨਹੀਂ ਹੈ, ਕਾਫੀ ਔਖਾ ਹੈ। ਜਦੋਂ ਤੁਸੀਂ ਆਪਣੇ ਬੱਚੇ ਪਾਲ ਲੈਂਦੇ ਆ, ਅਤੇ ਕਈ ਵਾਰ ਤਾਂ ਜਿਹੜੇ ਲੋਕ ਆ ਵਿਚਾਰੇ, ਕਈ ਜਿਹੜੇ ਕੋਈ ਬਿਮਾਰੀ ਦੇ ਮਰੀਜ਼ ਖੁਦ ਨੇ, ਜਾਂ ਕੋਈ ਲੋਕ ਕੁਛ ਨੈਚੁਰਲੀ, ਕੋਈ ਕਹਿ ਲਓ ਕਿ ਉਹਨੂੰ ਗਠੀਆ ਜਾਂ ਕੋਈ ਹੋਰ ਕੁਛ ਗੱਲਾਂ ਨੇ, ਉਹ ਆਪਣੀ ਜ਼ਿੰਦਗੀ ਮਸਾਂ ਚਲਾਉਂਦੇ ਨੇ ਅਤੇ ਆਪਣੇ ਬੱਚਿਆਂ ਨੂੰ ਮਸਾਂ ਪਾਲਦੇ ਨੇ। ਅਤੇ ਇੱਕ ਲੋਕ ਹੈ ਕਿ ਜਿਹੜੇ ਲੋਕ ਕੁਛ ਥੋੜ੍ਹੇ ਤੰਦਰੁਸਤ ਨੇ, ਉਹ ਆਪਣੇ ਆਪ ਨੂੰ ਕਹਿੰਦੇ ਕਿ ਹੁਣ ਅਸੀਂ ਕੁਛ ਕਰੀਏ। ਅਸੀਂ ਇੱਕ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਕਈ ਵਾਰ ਸਮਝਦੇ ਹਾਂ ਕਿ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਕਿਸੇ ਬੱਚੇ ਨੂੰ ਹੁਣ ਸੰਭਾਲੀਏ ਜੋ ਕਿਸੇ ਦਾ ਨਹੀਂ ਸੰਭਲਦਾ ਪਿਆ। ਆਪਾਂ ਨੂੰ ਪਤਾ ਇੰਗਲੈਂਡ ਦੇ ਵਿੱਚ, ਜਿੱਦਾਂ ਰਜਿੰਦਰ ਜੀ ਨੇ ਦੱਸਿਆ
ਕਿ ਉਹਦੇ ਕਈ ਕਾਰਨ ਨੇ, ਜਿਹਨਾਂ ਦੇ ਵਿੱਚ ਵੱਡੇ ਕਾਰਨ ਦੇ ਵਿੱਚ ਇਹ ਹੈ ਕਿ ਬੱਚਿਆਂ ਕਈ ਵਾਰ ਜਿਹੜੀ ਬੱਚੇ ਆ ਉਹਨਾਂ ਦੇ ਉਹ ਆਪ ਮਾਂ-ਬਾਪ ਬੱਚਿਆਂ ਨੂੰ ਛੱਡ ਆਉਂਦੇ ਨੇ, ਸਰਕਾਰ ਨੂੰ ਕਹਿ ਦਿੰਦੇ ਕਿ ਸਾਤੋਂ ਬੱਚਾ ਸਾਂਭ ਨਹੀਂ ਦਿੰਦਾ। ਉਹਨਾਂ ਦੀ ਆਪਣੀ ਹੈਲਥ ਪ੍ਰੋਬਲਮਸ ਹੋ ਸਕਦੀਆਂ, ਉਹਨਾਂ ਦੇ ਡਰੱਗਸ ਦੀਆਂ ਪ੍ਰੋਬਲਮ, ਕੋਈ ਵੀ ਉਹਨਾਂ ਦੇ ਕੁਝ ਵੀ ਕਾਰਨ ਹੋ ਸਕਦੇ ਨੇ ਜਿਸ ਕਰਕੇ ਉਹ ਕਰਦੇ ਨੇ ਕਈ ਵਾਰ। ਅਤੇ ਸਾਡਾ ਮਤਲਬ ਇਹ ਬਿਲਕੁਲ ਨਹੀਂ ਕਿ ਕੋਈ ਬੱਚਾ ਜਿਹੜਾ ਕਿਸੇ ਫੈਮਿਲੀ ਦੇ ਵਿੱਚੋਂ ਆਇਆ ਉਹਦੀ ਮਾਂ ਡਰੱਗ ਖਾਂਦੀ ਜਾਂ ਕੋਈ ਉਸ ਦੀਆਂ ਆਦਤਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਇਹ ਨਹੀਂ ਹੁੰਦਾ ਹੈਗਾ ਜੀ। ਇਹ ਗੱਲਾਂ ਕਾਫੀ ਜਿਹੜੀਆਂ ਆਪਾਂ ਨੂੰ ਵਿਚਾਰਨੀਆਂ ਪੈਣਗੀਆਂ ਕਿ ਉਹ ਮਾਂ-ਬਾਪ ਕਿਉਂ, ਅਸਲ ਦੇ ਵਿੱਚ ਜਿਹੜਾ ਆਪਾਂ ਥੋੜ੍ਹਾ ਜਿਹਾ ਧਿਆਨ ਨਾਲ ਵੀ ਦੇਖੀਏ ਵੀ ਥੋੜ੍ਹੇ ਕਿਤੇ ਆਪਾਂ ਆਪਣਾ ਬੱਚਾ ਕਿਸੇ ਨੂੰ ਦੇਣ ਦਾ ਇੱਕ ਪਾਸੇ ਰਿਹਾ, ਆਪਾਂ ਮਾਂ-ਬਾਪ ਬੱਚਾ ਜਦੋਂ ਸਵੇਰੇ ਆਪਾਂ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣਾ ਬੱਚੇ ਨੂੰ ਦੇਖਣ ਜਾਂਦੇ ਹਾਂ ਕਿ ਬੱਚਾ ਕਿੱਦਾਂ ਠੀਕ ਠਾਕ ਆ। ਸਵੇਰੇ ਸਭ ਤੋਂ ਪਹਿਲਾਂ ਆਪਣਾ ਕੰਮ ਇਹ ਹੁੰਦਾ ਕਿ ਬੱਚੇ ਨੂੰ ਦੇਖੀਏ ਸਾਡਾ ਬੱਚਾ ਠੀਕ ਹੈ, ਸੁੱਤਾ ਪਿਆ, ਅਤੇ ਰਾਤ ਨੂੰ ਕਈ ਵਾਰ ਉੱਠ ਕੇ ਵੀ ਦੇਖਦੇ ਆਪਾਂ। ਸੋ ਕੋਈ ਮਜਬੂਰੀ ਹੁੰਦੀ ਆ ਇਨਸਾਨ ਦੀ ਜਿਹੜਾ ਆਪਣੇ ਆਪ ਨੂੰ, ਆਪਣੇ ਬੱਚੇ ਨੂੰ ਕਿਸੇ ਕੋਲ ਜਾਂ ਕਿਸੇ ਸੰਸਥਾ ਕੋਲ ਛੱਡ ਕੇ ਆਉਂਦਾ। ਸੋ ਇਹ ਫਿਰ ਉਸ ਤੋਂ ਅੱਗੇ ਗੱਲ ਹੈ ਕਿ ਸਾਡਾ ਜਿਹੜੇ ਆਪਾਂ ਲੋਕ ਹੈਗੇ ਆ, ਆਪਣਾ ਵੀ ਇਹ ਜਿਹੜਾ ਸੰਸਾਰ ਆ ਜਿਹੜਾ ਅਸੀਂ ਬਣਾਇਆ ਹੋਇਆ, ਸਮਾਜ ਬਣਾਇਆ ਹੋਇਆ, ਇਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਬੱਚੇ ਜਿਸ ਤਰ੍ਹਾਂ ਸਾਡੇ ਭਾਰਤ ਦੇ ਵਿੱਚ ਭੀਖ ਮੰਗਦੇ ਫਿਰਦੇ ਨੇ, ਕਈ ਤਰ੍ਹਾਂ ਦੇ ਕਾਰਨ ਨੇ, ਉਹਨਾਂ ਨਾਲ ਬਦਫੈਲੀਆਂ ਹੁੰਦੀਆਂ, ਉਹਨਾਂ ਨੂੰ ਖਰੀਦਿਆ ਜਾਂਦਾ, ਵੇਚਿਆ ਜਾਂਦਾ, ਉਹ ਸਾਰਾ ਕੁਛ ਜਿਹੜਾ ਹੈਗਾ ਉਹ ਸਾਡਾ ਜਿਹੜਾ ਕਿ ਅਸੀਂ ਇੱਕ ਜਿਹੜਾ ਉਹ ਕਹਿੰਦੇ ਆ ਵੀ ਪੰਜਾਬ ਕਹਿ ਲਓ ਜਾਂ ਭਾਰਤ ਕਹਿ ਲਓ ਵੀ ਗੁਰੂਆਂ ਦੇ ਨਾਂ 'ਤੇ, ਰੱਬ ਦੇ ਨਾਂ 'ਤੇ ਵੱਸਦਾ, ਪਰ ਉੱਥੇ ਜਿਹੜੀ ਬੱਚਿਆਂ ਦੀ ਹਾਲਤ ਆ ਉਹ ਬਹੁਤ ਹੀ ਮਾੜੀ ਆ। ਬੱਚਿਆਂ ਨੂੰ ਇੱਥੇ ਤੱਕ ਕੀਤਾ ਜਾਂਦਾ ਕਿ ਉਹਨਾਂ ਦੇ, ਤੁਸੀਂ ਸੁਣੀ ਹੋਊਗੀ ਗੱਲ ਹੋਰ ਪਾਸੇ ਨੂੰ ਜਾਂਦੀ ਪਈ ਆ ਕਿ ਉਹਨਾਂ ਅੰਗ ਤੋੜ ਦਿੰਦੇ ਨੇ, ਉਹਨਾਂ ਦੀ ਅੱਖ ਕੱਢ ਦਿੰਦੇ ਨੇ, ਕਈ ਕੁਛ ਕਰਦੇ ਬੱਚੇ ਨਾਲ ਕਿ ਇਹਨੂੰ ਲੋਕ ਤਰਸ ਖਾ ਕੇ ਇਸ ਨੂੰ ਪੈਸੇ ਦੇਣ। ਸੋ ਇਹ ਸਾਰਾ ਕੁਛ ਜੇ ਆਪਾਂ ਚਾਹੁੰਦੇ ਹਾਂ ਸਾਡੇ ਭਾਰਤ ਦੇ ਵਿੱਚ ਵੀ, ਅਤੇ ਸਾਨੂੰ ਇਸ ਤਰ੍ਹਾਂ ਦੀ ਕੋਈ ਸੋਚ ਬਣਾਉਣੀ ਪੈਣੀ ਆ ਕਿ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਸੜਕਾਂ ਤੋਂ ਆਪਣੇ ਘਰਾਂ 'ਚ ਲੈ ਕੇ ਆਈਏ, ਕਿਸ ਤਰ੍ਹਾਂ ਉਹਨਾਂ ਨੂੰ ਹੋਣਹਾਰ ਬਣਾਈਏ। ਔਰ ਇਹ ਇੱਕ ਅੱਧੀ ਐਗਜ਼ਾਮਪਲਾਂ ਨਹੀਂ, ਬਹੁਤ ਉਦਾਹਰਨਾਂ ਨੇ ਸਾਡੇ ਕੋਲ ਜਿਹਦੇ ਵਿੱਚ ਜਿਹੜੇ ਯਤੀਮ ਬੱਚੇ ਨੇ ਬਹੁਤ ਵੱਡੇ ਵੱਡੇ ਉਹਨਾਂ ਨੇ ਕਾਰਨਾਮੇ ਕਰਕੇ ਦਿਖਾਏ ਆ, ਜਿਹਨਾਂ ਦੇ ਵਿੱਚੋਂ ਸ਼ਹੀਦ ਊਧਮ ਸਿੰਘ ਉਹਨਾਂ ਦਾ ਨਾਮ ਮੈਂ ਖਾਸ ਕਰਕੇ ਲਵਾਂਗਾ, ਅਤੇ ਉਹਨਾਂ ਦਾ ਪਿੱਛੇ ਸ਼ਹੀਦੀ ਨੂੰ ਲੰਘ ਕੇ ਗਿਆ ਵੀ ਉਹ ਯਤੀਮਖਾਨੇ ਦੇ ਵਿੱਚ ਪਲੇ ਨੇ, ਅਤੇ ਕਿੱਥੇ ਆ ਕੇ ਕਿੰਨੀ ਵੱਡੀ ਉਹਨਾਂ ਨੇ ਆਪਣੀ ਜ਼ਿੰਦਗੀ, ਸਾਡੇ ਸਾਰੇ ਲੋਕਾਂ ਦੀ ਜ਼ਿੰਦਗੀ ਉਹਨੇ ਚੇਂਜ ਕੀਤੀ ਆ। ਸੋ ਇਹ ਕੁਛ ਹੈਗਾ ਆ ਇਹਦੇ ਵਿੱਚ। ਜਦੋਂ ਇਹ ਪ੍ਰਕਿਰਿਆ, ਇਹਦੇ ਲਈ ਪ੍ਰੋਸੈਸ ਹੈਗਾ ਜਿਹੜਾ ਇਹਦਾ, ਆਪਾਂ ਕਹਿੰਦੇ ਹਾਂ ਵੀ ਮੈਂ ਬੱਚਾ ਲੈਣਾ ਆ ਜੀ, ਅਤੇ ਇਹਦੇ 'ਚ ਫਿਰ ਸਮਾਂ ਵੀ ਕਾਫੀ ਲੱਗਦਾ ਹੋਊਗਾ ਕਿ ਕਿਸ ਤਰ੍ਹਾਂ ਹੈ? ਹਾਂਜੀ ਭਗਵੰਤ ਜੀ, ਇਹ ਥੋੜ੍ਹਾ ਜਿਹਾ ਲੈਂਥੀ ਪ੍ਰੋਸੈਸ ਹੈਗਾ, ਮਤਲਬ ਇਹ 'ਤੇ ਸਮਾਂ ਲੱਗ ਜਾਂਦਾ। ਮੈਨੂੰ ਯਾਦ ਆ ਜਦੋਂ ਅਸੀਂ ਪਹਿਲੇ ਦਿਨ ਅਸੀਂ ਐਪਲੀਕੇਸ਼ਨ ਪਾਈ ਹੈ, ਹਾਂਜੀ, ਤਾਂ ਉਸ ਤੋਂ ਬਾਅਦ ਜਦੋਂ ਸਾਨੂੰ ਯੈਸ ਹੋਈ ਆ ਔਰ ਸਾਰਾ ਕੰਮ ਇਹ ਨਿਬੜਿਆ ਔਰ ਬੱਚਾ ਸਾਡੇ ਘਰ ਆਇਆ, ਅਤੇ ਉਸ ਟੋਟਲ ਉਹਨੂੰ ਕੋਈ ਤਕਰੀਬਨ 2.5 ਸਾਲ ਤੋਂ ਥੋੜ੍ਹੇ ਉੱਪਰ ਹੋ ਗਏ ਸੀਗੇ। ਅੱਛਾ ਜੀ। ਹਾਲਾਂਕਿ ਮਤਲਬ ਦੇਖੋ, ਜਦੋਂ ਅਸੀਂ ਐਪਲੀਕੇਸ਼ਨ ਪਾਈ ਆ ਤਾਂ ਉਦੋਂ ਇਹ ਜਿਹੜਾ ਬੱਚਾ ਅਸੀਂ ਗੋਦ ਲਿਆ ਹੋਇਆ, ਇਹ ਹਾਲੇ ਉਹਦਾ ਜਨਮ ਵੀ ਨਹੀਂ ਸੀ ਹੋਇਆ, ਇਹਦਾ ਜਨਮ ਬਾਅਦ ਦੇ ਵਿੱਚ ਹੁੰਦਾ ਜਦੋਂ ਅਸੀਂ ਅੱਛਾ, ਮਤਲਬ ਕਿ ਜਨਮ ਤੋਂ ਪਹਿਲਾਂ ਵੀ ਬੱਚੇ ਲਈ ਅਪਲਾਈ ਕਰ ਸਕਦੇ ਆ? ਨਹੀਂ, ਮਤਲਬ ਕਹਿਣ ਦਾ ਵੀ ਜਦੋਂ ਇਹ ਹੈ ਕਿ ਜਦੋਂ ਕੋਈ ਵੀ ਕਪਲ ਐਪਲੀਕੇਸ਼ਨ ਪਾਉਂਦਾ, ਕੋਈ ਪਰਿਵਾਰ ਕਹਿੰਦਾ ਵੀ ਅਸੀਂ ਅਡਾਪਟ ਕਰਨਾ ਚਾਹੁੰਦੇ ਹਾਂ, ਤਾਂ ਉੱਥੋਂ ਉਹਦੀ ਜਿਹੜੀ ਇੱਕ ਅਸੈਸਮੈਂਟ ਸ਼ੁਰੂ ਹੁੰਦੀ ਹੈ। ਜਦ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਬਾਅਦ ਬੱਚੇ ਦਾ ਜਨਮ ਹੋਇਆ? ਜੀ, ਠੀਕ ਆ। ਤਾਂ ਉਹ ਜਿਹੜੀ ਅਸੈਸਮੈਂਟ ਜਿਹੜੀ ਹੈਗੀ, ਅਸੈਸ ਕਰਨ ਦਾ ਜਿਹੜਾ ਉਹਨਾਂ ਦਾ ਇੱਕ ਪ੍ਰੋਸੈਸ ਹੈਗਾ, ਉਹ ਲੰਮਾ। ਉਹ ਜਿਵੇਂ ਹੁਣ ਤੁਹਾਨੂੰ, ਅਸੀਂ ਕਿਉਂਕਿ ਇੰਡੀਆ ਤੋਂ ਆਏ ਹੋਏ ਹਾਂ, ਸਾਡਾ ਉੱਥੋਂ ਦਾ ਪਹਿਲਾ ਇੱਕ ਅਰਸਾ ਹੈਗਾ ਜਿਹੜਾ ਅਸੀਂ ਉੱਥੇ ਰਹੇ ਹਾਂ, ਸਾਡਾ ਜਨਮ ਉੱਥੋਂ ਦਾ, ਉੱਥੋਂ ਲੈ ਕੇ ਸਾਨੂੰ ਇੱਥੋਂ ਤੱਕ ਹੁਣ ਤੱਕ ਜਦੋਂ ਤੱਕ ਅਸੀਂ ਐਪਲੀਕੇਸ਼ਨ ਪਾਉਣੇ ਤਾਂ ਸਾਡੀ ਪੂਰੀ ਛਾਣਬੀਣ ਜਿਹੜੀ ਉਹ ਕਰਦੇ ਆ। ਉਸ ਤੋਂ ਬਾਅਦ ਫਿਰ ਸਾਡੀ ਫਾਈਨੈਂਸ਼ੀਅਲੀ ਯਾਨੀ ਉਹਨਾਂ ਨੇ ਜਾਂਚ ਪੜਤਾਲ ਵੀ ਕਰਨੀ ਹੈ ਵੀ ਕੀ ਅਸੀਂ ਉਸ ਬੱਚੇ ਨੂੰ ਜ਼ਿੰਦਗੀ ਦੇਣ ਦੇ, ਬਿਲਕੁਲ, ਜੇ ਅਸੀਂ ਅਫੋਰਡ ਵੀ ਕਰਦੇ ਹਾਂ। ਉਸ ਤੋਂ ਬਿਨਾਂ ਸਾਡੀ ਜਿਹੜੀ ਹੋਰ ਰੈਕੋਰਡ ਜਿਹੜੇ ਇੱਥੇ ਟੋਟਲ ਇਹਨਾਂ ਦੇ ਰੈਕੋਰਡ ਦੇ ਵਿੱਚ ਹੁੰਦਾ ਵੀ ਸਾਡਾ ਕੌਣ ਇਨਸਾਨ ਕਿਹੋ ਜਿਹਾ ਹੈਗਾ, ਉਹ ਸਾਰਾ ਕੁਛ ਉਹਨਾਂ ਨੇ ਜਾਂਚ ਪੜਤਾਲ ਕਰਨੀ। ਬਹੁਤ ਗੰਭੀਰ ਹੋ ਕੇ ਕਰਦੇ ਨੇ, ਇਸ ਤਰ੍ਹਾਂ ਨਹੀਂ ਹੈਗਾ ਵੀ ਚਲੋ ਜੀ ਆਇਆ ਤਾਂ ਬੱਚਾ ਜਿਵੇਂ ਇੰਡੀਆ ਚੱਲਦਾ ਵੀ ਫੜਾਓ, ਨਹੀਂ ਉਸ ਤਰ੍ਹਾਂ ਨਹੀਂ। ਇਹ ਵੀ ਕਿਉਂਕਿ ਨਾ ਇਹ ਵੀ ਇੱਕ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਹੁਣ ਤੁਸੀਂ ਸਵਾਲ ਵੀ ਕੀਤਾ ਇਹ, ਤਾਂ ਸਾਨੂੰ ਵੀ ਜਦੋਂ ਇਹ ਪਤਾ ਲੱਗੀ ਕਿ ਹਾਂ ਵੀ ਇੰਨਾ ਲੈਂਥੀ ਪ੍ਰੋਸੈਸ ਕਿਉਂ ਆ, ਉਹਦਾ ਇੱਕ ਕਾਰਨ ਹੈ। ਉਹ ਜੇ ਉਹ ਸਾਨੂੰ ਨਾ ਪਤਾ ਹੁੰਦਾ, ਹੋ ਸਕਦਾ ਅਸੀਂ ਵੀ ਅੱਕ ਜਾਂਦੇ, ਅਸੀਂ ਵੀ ਕਹਿੰਦੇ ਯਾਰ ਵੀ ਇਹ ਤਾਂ ਮਤਲਬ ਇਹ ਤਾਂ ਗਾਂਹ ਦੀ ਗਾਂਹ ਵਧਾਈ ਜਾਂਦੇ ਇਸ ਗੱਲ ਨੂੰ, ਹੈ ਨਾ। ਸੋਸ਼ਲ ਵਰਕਰਸ ਜਿਹੜੇ ਆ ਤੁਹਾਡੇ ਘਰ ਆਉਣੇ ਆ, ਤੁਹਾਡੇ ਨਾਲ ਹਰ ਵੀਕ ਉਹਨਾਂ ਦੀ ਮੀਟਿੰਗ, ਤੁਹਾਨੂੰ ਕੰਮ ਛੱਡ ਕੇ ਘਰ ਬੈਠਣਾ ਪੈਣਾ ਜਦੋਂ ਉਹਨਾਂ ਨੇ ਆਉਣਾ, ਤੁਹਾਡਾ ਕੋਈ ਐਕਸਕਿਊਜ਼ ਨਹੀਂ, ਠੀਕ ਹੈ ਨਾ, ਜੇ ਤੁਸੀਂ ਚਾਹੁੰਦੇ ਆ। ਅਤੇ ਇਹਦਾ ਮਤਲਬ ਇਹ ਵੀ ਤੁਹਾਡੀ ਇੱਕ ਤਾਂ ਉਹ ਅੰਦਰਲੀ ਜਿਹੜੀ ਇੱਕ ਤੁਹਾਡੀ ਇੱਛਾ, ਤੀਬਰ ਇੱਛਾ ਹੈਗੀ ਵੀ ਤੁਸੀਂ ਕਮਿਟਡ ਹੈਗੇ ਕਿ ਨਹੀਂ ਹੈਗੇ, ਇਹ ਉਹਨਾਂ ਨੇ ਦੇਖਣਾ।
ਸੈਕੰਡਲੀ ਜਿਹੜੀ ਹੈ ਨਾ ਮਤਲਬ ਇਹ ਲੰਬਾ ਪ੍ਰੋਸੈਸ ਕਿਉਂ ਹੈ, ਇਹਦੇ ਪਿੱਛੇ ਇੱਕ ਕਾਰਨ ਹੈ। ਉਹਨਾਂ ਨੇ ਸਾਨੂੰ ਐਕਸਪਲੇਨ ਵੀ ਕੀਤਾ ਸੀ ਜਦੋਂ ਇੱਕ ਟ੍ਰੇਨਿੰਗ ਪਹਿਲਾਂ ਹੋਈ ਹੈ। ਉਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਇਹ ਨਹੀਂ ਸੀ ਇਸ ਤਰ੍ਹਾਂ, ਪਹਿਲਾਂ ਬਹੁਤ ਥੋੜ੍ਹੀ ਛਾਣਬੀਣ ਦੇ ਬਾਅਦ ਜਾਣੀ ਉਹ ਬੱਚਾ ਉਹ ਅਸੈਸਮੈਂਟ ਪੂਰੀ ਹੋ ਜਾਂਦੀ ਸੀ, ਫਿਰ ਤੁਸੀਂ ਬੱਚਾ ਸਿਲੈਕਟ ਕਰ ਲੈਂਦੇ ਸੀ, ਚਲੋ ਬੱਚਾ ਆ ਜਾਂਦਾ ਸੀ ਘਰ। ਪਰ ਇੱਕ ਪਰਿਵਾਰ ਦੇ ਵਿੱਚ ਐਸਾ ਹੋਇਆ ਕਿ ਉਹਨਾਂ ਨੇ ਉਹ ਜਿਹੜਾ ਅਡਾਪਟ ਹੋਇਆ ਬੱਚਾ ਸੀ ਉਹਦੇ ਨਾਲ ਬਹੁਤ ਜ਼ਿਆਦਾ ਬੁਰਾ ਕੀਤਾ। ਬਦਫੈਲੀਆਂ ਬਹੁਤ ਕੁਝ ਹੁੰਦਾ ਹੈ। ਹਾਂ ਜੀ, ਉਹ ਕੋਈ ਐਸਾ ਹੋਇਆ ਕਿ ਉਹ ਬੱਚੇ ਦੀ ਮੌਤ ਵੀ ਹੋ ਗਈ ਸੀ। ਤੇ ਉਸ ਤੋਂ ਬਾਅਦ ਫਿਰ ਇਹ ਮਤਲਬ ਇਹ ਯੂਕੇ ਦੇ ਵਿੱਚ ਵੀ ਵਾਪਰਿਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਇਹ ਪ੍ਰੋਸੈਸ ਲੰਬਾ ਕਰਤਾ। ਉਹ ਜਿਹੜੀ ਛਾਣਬੀਣ ਹੈ ਉਹ ਹਰ ਇੱਕ ਪੱਖ ਤੋਂ ਉਹਨਾਂ ਨੇ ਫਿਰ ਕਰਨੀ ਸ਼ੁਰੂ ਕਰਤੀ। ਤੇ ਉਹਦਾ ਹੁਣ ਨਤੀਜਾ ਕਈ ਵਾਰੀ ਇਹ ਵੀ ਹੁੰਦਾ ਵੀ ਲੋਕ ਕਈ ਵਾਰੀ ਅਦਵਾਟੇ ਛੱਡ ਜਾਂਦੇ ਆ, ਜਿਨ੍ਹਾਂ ਨੂੰ ਨਹੀਂ ਮਤਲਬ ਜਿਹੜੇ ਨਹੀਂ ਕੋਆਪਰੇਟ ਕਰਦੇ, ਜਿਹਨਾਂ ਨੂੰ ਐਂ ਲੱਗਦਾ ਕਿ ਬਹੁਤ ਲੰਬਾ ਜਾ ਰਿਹਾ। ਸੋ ਇਹ ਪ੍ਰੋਸੈਸ ਲੰਬਾ ਹੋਣ ਦਾ ਕਾਰਨ ਇਹ ਹੈ। ਦੂਜਾ ਜਿਹੜਾ ਤੁਸੀਂ ਇੱਕ ਆਪਣਾ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਉਹ ਤੁਹਾਡਾ ਇਕੱਲਾ ਹੀ ਇਹ ਨਹੀਂ ਹੈਗਾ ਵੀ ਤੁਸੀਂ ਤੁਹਾਡਾ ਚਰਿੱਤਰ, ਤੁਹਾਡਾ ਕਰੈਕਟਰ ਵੀ ਦੇਖਦੇ ਨੇ, ਤੁਹਾਡਾ ਕਿਸ ਤਰ੍ਹਾਂ ਦਾ ਆ, ਤੁਹਾਡੀ ਆਰਥਿਕ ਇਨਕਮ ਕਿੰਨੀ ਹੈਗੀ ਆ, ਤੁਹਾਡਾ ਕੋਈ ਰਿਕਾਰਡ, ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ ਕੋਈ, ਹੈ ਨਾ, ਕੋਈ ਚੋਰੀ ਦਾ, ਹੋਰ ਦਾ, ਸਾਰਾ ਕੁਝ। ਇਸ ਤੋਂ ਬਿਨਾਂ ਵੀ ਤੁਹਾਡੇ ਆਲੇ ਦੁਆਲੇ ਤੁਹਾਡੇ ਸਮਾਜ ਤੋਂ, ਤੁਹਾਡੇ ਦੋਸਤਾਂ ਦੇ ਘੇਰੇ 'ਚੋਂ ਵੀ ਤੁਹਾਡਾ ਪਤਾ ਕਰਦੇ ਆ, ਉਹਨਾਂ ਨੂੰ ਵੀ ਪੁੱਛਦੇ ਆ, ਸਾਡੇ ਕੰਸੈਂਟ ਦੇ ਨਾਲ ਹੀ ਬੇਸ਼ੱਕ ਪੁੱਛਦੇ ਆ, ਪਰ ਉਹ ਪੁੱਛਦੇ ਆ ਕਿ ਵੀ ਹਾਂ ਇਹਨਾਂ ਦੇ ਜਿਹੜੇ ਜੇ ਇਹਨਾਂ ਦੇ ਆਪਣੇ ਬੱਚੇ ਸੀ ਤਾਂ ਉਹ ਕਿਵੇਂ ਪਲੇ ਆ, ਮਤਲਬ ਉਹਨਾਂ ਦੇ ਦੋਸਤਾਂ ਦਾ, ਉਹ ਸਮਾਜ ਦਾ ਕੀ ਵਿਚਾਰ ਤੁਹਾਡੇ ਬਾਰੇ। ਸੋ ਇਹ ਇੱਕ ਬੜਾ ਜ਼ਰੂਰੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਸ ਤਰ੍ਹਾਂ ਇਹ ਲੋਕਾਂ ਨੇ ਜ਼ਿੰਦਗੀ ਤੋਂ ਸਿੱਖਿਆ ਪਿਛਲੇ ਸਮਿਆਂ ਤੋਂ, ਜਦੋਂ ਦਾ ਹੈਗਾ ਕਿ ਮਨੁੱਖ ਦੀ ਜਾਤ ਅਸੀਂ ਕਹਿ ਤੇ ਜਾਂਦੇ ਹਾਂ ਮਾਨਸਿਕ ਜਾਤ, ਤੇ ਪਰ ਅਸੀਂ ਕਦੇ ਸਮਝਿਆ ਨਹੀਂ ਉਸ ਨੂੰ। ਅਸੀਂ ਤਾਂ ਸਿਰਫ ਤੇ ਸਿਰਫ ਇਹ ਦੇਖਦੇ ਹਾਂ ਕਿ ਬਈ ਠੀਕ ਹੈ, ਕੋਈ ਗੱਲ ਨਹੀਂ, ਅਸੀਂ ਉਹ ਬੱਚਾ ਘਰ ਲਿਆਂਦਾ ਤੇ ਹੁਣ ਠੀਕ ਹੈ, ਸਾਡੇ ਘਰ ਦਾ ਪਰਿਵਾਰ ਦਾ ਮੈਂਬਰ ਬਣ ਗਿਆ ਤੇ ਉਹਨੂੰ, ਪਰ ਇਹ ਨਹੀਂ ਕਿ ਉਹ ਉਸਦਾ ਬੱਚਾ 2 ਜਾਂ 4 ਸਾਲ ਉਮਰ ਦਾ ਹੋਵੇ। ਜੇ ਬੱਚਾ ਬਚਪਨ ਤੋਂ ਲਿਆਂਦਾ ਬਿਲਕੁਲ ਛੋਟਾ, ਤੁਹਾਡੇ ਘਰ ਆ ਕੇ ਉਹ 5-6 ਸਾਲਾਂ ਜਾਂ ਸਾਲ ਦਾ ਜੰਮਿਆ ਪਲਿਆ, ਖੇਲਣ ਲੱਗਿਆ, ਸਭ ਕੁਝ ਹੋਇਆ, ਤੇ ਕਈ ਵਾਰ ਬੱਚੇ ਕਈ ਵੱਡੀ ਉਮਰ ਦੇ ਵੀ ਹੁੰਦੇ ਹੋਣਗੇ, 5-6 ਸਾਲ ਦੇ ਹੁੰਦੇ ਹੋਣਗੇ, ਇਸ ਤੋਂ ਵੱਡੇ ਵੀ ਹੁੰਦੇ ਆ। ਹਾਂਜੀ ਹਾਂ, ਇਹ 'ਚ ਨਾ ਇੱਕ ਬੜੀ ਇੱਕ ਮੰਦਭਾਗੀ ਗੱਲ ਇਹ ਹੈ ਆਪਣਾ ਭਗਵੰਤ ਜੀ ਕਿ ਬੱਚੇ ਸਾਰੇ ਅਡਾਪਟ ਨਹੀਂ ਹੁੰਦੇ, ਹੈ ਨਾ, ਜਿਹੜੇ ਜਿਨ੍ਹਾਂ ਨੂੰ ਘਰ ਦੀ ਲੋੜ ਹੁੰਦੀ ਹੈ ਉਡੀਕਦੇ ਰਹਿੰਦੇ ਆ। ਕਈ ਬੱਚੇ ਅਡਲਟ ਹੋ ਜਾਂਦੇ ਆ ਉਡੀਕਦੇ, ਉਹਨਾਂ ਨੂੰ ਕੋਈ ਅੱਗੇ ਨਹੀਂ ਆਉਂਦਾ ਉਹਨਾਂ ਨੂੰ ਅਡਾਪਟ ਕਰਨ ਵਾਸਤੇ, ਕਿਉਂਕਿ ਬੱਚਿਆਂ ਦੇ ਜਿਹੜੇ ਬੱਚੇ ਵੇਟ ਕਰ ਰਹੇ ਆ ਅਡਾਪਸ਼ਨ ਦੀ, ਉਹਨਾਂ ਦੇ ਮੁਕਾਬਲੇ ਜਿਹੜੀਆਂ ਐਪਲੀਕੇਸ਼ਨਾਂ ਲੋਕ ਪਾ ਰਹੇ ਉਹ ਬਹੁਤ ਥੋੜ੍ਹੀਆਂ ਉਹਦੇ ਕੰਪੈਰੇਟਿਵਲੀ। ਸੋ ਮੈਂ ਦੇਖਦਾ ਸੀ, ਮੈਂ ਦੱਸ ਵੀ ਹੁਣ ਜੇ ਅਸੀਂ ਨਾ ਇੱਕ ਮੈਂ ਸੌਰੀ ਵੈਸਟ ਮਿਡਲੈਂਡ ਦੇ ਵਿੱਚ ਲਗਭਗ ਇਸ ਟਾਈਮ ਬੱਚੇ ਹੈਗੇ ਆ 190 ਦੇ ਕਰੀਬ ਕੁਛ ਸਮਥਿੰਗ ਹੈਗੇ ਨੇ, ਉਹ ਉਡੀਕਦੇ ਪਏ ਨੇ, ਪਰ ਉਹਨਾਂ ਨੂੰ ਜਿਹੜਾ ਅਪਲਾਈ ਕਰਨ ਵਾਲੇ ਨੇ ਉਹ ਸਿਰਫ 48 ਬੰਦੇ ਨੇ। ਬਿਲਕੁਲ ਹਾਂਜੀ ਜੀ। ਤੇ ਮਤਲਬ ਕਿ ਲੋਕਾਂ ਇੱਥੇ ਲੋੜ ਹੈ ਬੱਚਿਆਂ ਨੂੰ ਮਾਂ-ਬਾਪ ਦੀ ਜੀ ਇੱਕ ਛਾਇਆ, ਉਹਨਾਂ ਨੂੰ ਇੱਕ ਆਸਰਾ ਚਾਹੀਦਾ ਜਿਹੜਾ ਤੁਸੀਂ ਦੇ ਸਕਦੇ ਹੋ, ਜਿਹੜਾ ਕਿ ਬਹੁਤ ਜ਼ਰੂਰੀ ਆ। ਅੱਜ ਆਪਾਂ ਸਾਰੇ ਸਿਹਤਮੰਦ ਆ, ਸਾਡੇ ਬੱਚੇ ਸਿਹਤਮੰਦ ਆ, ਤੇ ਕੱਲ੍ਹ ਨੂੰ ਪਤਾ ਨਹੀਂ ਜਿਹੜੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਆ, ਤੁਹਾਡੇ ਆਉਣ ਵਾਲੇ ਧੀ ਪੁੱਤ ਨੇ ਜਾਂ ਤੁਹਾਡੇ ਅੱਜ ਦੇ ਧੀ ਪੁੱਤ ਨੇ, ਉਹਨਾਂ ਨੂੰ ਕੀ ਵਾਪਰ ਸਕਦਾ, ਕਦੇ ਵੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਸਾਥ ਛੁੱਟ ਸਕਦਾ ਆ। ਸੋ ਅਸੀਂ ਇਹ ਸਮਾਜ ਨੂੰ ਵਧੀਆ ਬਣਾਉਣ ਲਈ ਅਸੀਂ ਇਹ ਕਹਾਂਗੇ ਕਿ ਉਹ ਬੱਚਿਆਂ ਨੂੰ ਸਾਥ ਦਿੱਤਾ ਜਾਵੇ, ਉਹਨਾਂ ਨੂੰ ਸੰਭਾਲਿਆ ਜਾਵੇ, ਜਿਹੜੇ ਬੱਚੇ ਇਸ ਤਰ੍ਹਾਂ ਆਪਣਾ ਉਹਨਾਂ ਦੇ ਸਿਰ ਤੋਂ ਹੱਥ ਉੱਠ ਜਾਂਦਾ ਉਹਨਾਂ ਦੇ ਮਾਂ-ਬਾਪ ਦਾ, ਤੇ ਜਾਂ ਉਹ ਪਾਲ ਨਹੀਂ, ਕੁਝ ਵੀ ਕਾਰਨ ਕਰਕੇ ਨਹੀਂ ਪਾਲ ਸਕਦੇ, ਤਾਂ ਸਾਨੂੰ ਇਹ ਚਾਹੀਦਾ ਕਿ ਅਸੀਂ ਮੂਹਰੇ ਹੋ ਕੇ ਉਹਨਾਂ ਨੂੰ ਕਰੀਏ। ਤੇ ਇਹ ਆਪਣੇ ਸੌਰੀ ਤੁਸੀਂ ਗੱਲ ਕਰਦੇ ਪਏ ਸੀ। ਮੈਂ ਉਹ ਕਹਿ ਰਿਹਾ ਸੀ ਕਿ ਜਿਵੇਂ ਤੁਸੀਂ ਥੋੜ੍ਹੀ ਅੰਕੜਿਆਂ ਦੀ ਗੱਲ ਕੀਤੀ, ਤੇ ਮੈਂ ਵੀ ਦੇਖ ਰਿਹਾ ਸੀਗਾ ਕਿ 2021 ਦੇ ਵਿੱਚ ਜਿੰਨੇ ਕੁ ਬੱਚੇ ਅਡਾਪਟ ਹੋਏ ਆ ਸਾਰੇ ਯੂਕੇ ਦੇ ਵਿੱਚ, ਉਹਨਾਂ 'ਚੋਂ 55% ਬੱਚੇ ਜਿਹੜੇ ਉਹ ਹੁੰਦੇ ਨੇ ਫੋਸਟਰ ਜਿਹੜੇ ਪੇਰੈਂਟਸ ਹੁੰਦੇ ਆ, ਮਤਲਬ ਇੱਕ ਦੇਖੋ ਇਹ ਨਾ, ਜਦੋਂ ਬੱਚਾ ਉਹਦੇ ਜਨਮ ਦੇਣ ਵਾਲੇ ਪੇਰੈਂਟਸ ਤੋਂ ਸਰਕਾਰ ਨੇ ਲੈ ਲਿਆ ਵੀ ਇਹ ਨਹੀਂ ਪਾਲ ਸਕਦੇ, ਅੱਛਾ, ਉਸ ਤੋਂ ਬਾਅਦ ਜਿੰਨਾ ਚਿਰ ਉਹ ਅਡਾਪਟ ਨਹੀਂ ਹੋ ਜਾਂਦਾ ਪੱਕੇ ਤੌਰ ਤੇ, ਉਹਨਾਂ ਚਿਰ ਉਹ ਸਨ ਵਿਚਾਲੇ ਇੱਕ ਫੋਸਟਰਿੰਗ ਦਾ ਇੱਕ ਪ੍ਰੋਸੈਸ ਹੈਗਾ। ਫੋਸਟਰ ਪੇਰੈਂਟਸ ਹੁੰਦੇ ਆ ਜਿਹੜੇ ਕਿ ਇੱਕ ਤਰ੍ਹਾਂ ਦੇ ਪੇਡ ਉਹ ਕੰਮ ਹੁੰਦਾ, ਉਹ ਉਹਨਾਂ ਦੇ ਕੋਲ ਰਹਿੰਦੇ ਬੱਚੇ। ਤਾਂ ਜਿਹੜੇ ਯਾਨੀ 2021 ਦੇ ਵਿੱਚ ਜਿੰਨੇ ਬੱਚੇ ਅਡਾਪਟ ਹੋਏ, ਉਹਨਾਂ 'ਚੋਂ 55% ਯਾਨੀ 100 'ਚੋਂ 55 ਬੱਚੇ ਉਹ ਫੋਸਟਰ ਕਰਨ ਵਾਲੇ ਪੇਰੈਂਟਸ ਨੇ ਹੀ ਰੱਖ ਲਏ, ਕਿਉਂਕਿ ਕੋਈ ਲੈਣ ਨਹੀਂ ਆਇਆ। ਤਾਂ ਉਹਨਾਂ ਦੀ ਇਨਸਾਨੀਅਤ ਦੇਖੋ, ਮਤਲਬ ਉਹਨਾਂ ਨੇ ਬੱਚੇ ਦੇਖੋ, ਅਸੀਂ ਵੀ ਜਦੋਂ ਨਾ ਇਹ ਦੇਖਦੇ ਇਸ ਪ੍ਰੋਸੈਸ 'ਚ ਪੈਂਦੇ ਹਾਂ, ਸਾਨੂੰ ਪਤਾ ਕਿ ਜਿਹੜੇ ਫੋਸਟਰ ਪੇਰੈਂਟਸ ਵੀ ਹੈਗੇ ਆ, ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਇੱਕ ਬੱਚੇ ਨੂੰ ਜਦ ਬਿਲਕੁਲ 4 ਦਿਨ ਦਾ ਜਾਂ 3 ਦਿਨ ਦਾ ਜਾਂ 5 ਦਿਨ ਦਾ ਉਹ ਚੁੱਕ ਕੇ ਉਹਨਾਂ ਨੇ ਸਰਕਾਰ ਉਹਨਾਂ ਕੋਲ ਛੱਡ ਜਾਂਦੀ ਵੀ ਤੁਸੀਂ ਹੁਣ ਪਾਲਣਾ, ਜਿੰਨਾ ਚਿਰ ਬੱਚਾ ਅਡਾਪਟ ਨਹੀਂ ਹੁੰਦਾ। ਬੱਚਾ ਸਾਲ ਦਾ ਹੋ ਗਿਆ, 2 ਦਾ ਹੋ ਗਿਆ, ਕਈ ਵਾਰੀ 3 ਦਾ ਵੀ ਹੋ ਜਾਂਦਾ, ਜ਼ਿਆਦਾ ਵੀ ਵੱਡੇ ਹੋ ਜਾਂਦੇ ਆ, ਤਾਂ ਉਹਨਾਂ ਚਿਰ 'ਚ ਦੇਖੋ ਕਿੰਨਾ ਮੋਹ ਪੈ ਜਾਂਦਾ ਹੋਊਗਾ ਉਹਨਾਂ ਨੂੰ। ਮੈਂ ਦੇਖਿਆ ਨੌਜਵਾਨ, ਮੈਂ ਕਿਸੇ ਆਪਣੇ ਨੇੜੇ ਜਾਣਦਾ, ਅਤੇ ਉੱਥੇ ਇੱਕ ਬੱਚਾ
ਮੇਰੇ ਦੇਖਦੇ ਉਹ 6-7 ਸਾਲ ਦਾ ਆਇਆ ਸੀ ਤਾਂ ਉਹ ਲਗਭਗ 17-18 ਸਾਲ ਦਾ ਹੋ ਗਿਆ ਸੀ। ਅੰਗਰੇਜ਼ ਬੱਚਾ ਸੀ, ਆਪਣੀ ਏਸ਼ੀਅਨ ਫੈਮਿਲੀ ਸੀ, ਉਹਨਾਂ ਨੇ ਪਾਲ ਕੇ ਉਹਨੂੰ ਭੇਜਿਆ ਜੀ ਹਾਂ। ਹਾਂਜੀ ਬਿਲਕੁਲ ਸੌਰੀ ਹਾਂਜੀ ਸੀ। ਤੇ ਉਹ ਇਹੀ ਕਾਰਨ ਹੈ ਕਿ ਮਤਲਬ ਜਿਹੜੀ ਤੁਸੀਂ ਵਿੱਚ ਦੀ ਇਹ ਵੀ ਗੱਲ ਕੀਤੀ ਕਿ ਸਾਡੇ ਜਿਹੜੇ ਏਸ਼ੀਅਨ ਪੇਰੈਂਟਸ ਹੈ, ਏਸ਼ੀਅਨ ਲੋਕ ਹੈ, ਵੀ ਉਹਨਾਂ ਦਾ ਕੀ ਨਜ਼ਰੀਆ ਹੈਗਾ ਵੀ ਉਹ ਆਪਣਾ ਇਹਦੇ 'ਚ ਇਹ ਵੀ ਇੱਕ ਬੜਾ ਵਧੀਆ ਸਵਾਲ ਬਣਦਾ ਜਿਹਦਾ ਸਾਨੂੰ ਤਜਰਬਾ ਹੋਇਆ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਇਸ ਪ੍ਰੋਸੈਸ ਦੇ ਵਿੱਚ ਲੰਘੇ। ਮਤਲਬ ਜਿਹੜੀਆਂ ਸਾਡੀਆਂ ਏਸ਼ੀਅਨ ਫੈਮਲੀਆਂ ਨਾ, ਖਾਸ ਕਰਕੇ ਜਿਹੜੇ ਹਿੰਦੂ, ਸਿੱਖ, ਮੁਸਲਮਾਨ, ਇਹਨਾਂ ਜਿਹੜੇ ਕਮਿਊਨਿਟੀਆਂ ਦੇ ਸਾਡੇ ਲੋਕ ਨੇ, ਉਹ ਉਦੋਂ ਹੀ ਅੱਗੇ ਆਉਂਦੇ ਆ ਜਦੋਂ ਉਹਨਾਂ ਦੇ ਘਰ ਆਪਣੀ ਔਲਾਦ ਨਹੀਂ ਹੁੰਦੀ। ਚਲੋ ਮੈਂ ਕਹਿੰਦਾ ਵੀ ਇਹ ਵੀ ਇੱਕ ਵਧੀਆ ਕਾਰਨ ਹੈ ਵੀ ਤੁਸੀਂ ਘੱਟ ਤੋਂ ਘੱਟ ਤੁਹਾਨੂੰ ਇੱਕ ਮੌਕਾ ਤਾਂ ਮਿਲਿਆ ਨਾ ਇਨਸਾਨੀਅਤ ਦੀ ਸੇਵਾ ਕਰਨ ਦਾ। ਬਿਲਕੁਲ ਜੀ। ਪਰ ਉਸ ਤੋਂ ਬਾਅਦ ਜਿਹੜਾ ਯਾਨੀ ਬਹੁ ਗਿਣਤੀ ਮਾਂ ਪਿਓ ਜਿਹੜੇ ਹੁੰਦੇ ਨਾ, ਉਹਨਾਂ ਦੀ ਸੋਚ ਇਹ ਹੋ ਜਾਂਦੀ ਹੈ ਜਦੋਂ ਇੱਕ ਪ੍ਰੋਸੈਸ ਜਿਹੜਾ ਉਹ ਅਸੈਸਮੈਂਟ ਦਾ ਜਦੋਂ ਪੂਰਾ ਹੋ ਗਿਆ, ਹੁਣ ਜਦੋਂ ਅਸੈਸ ਹੋ ਗਏ ਵੀ ਹਾਂ ਠੀਕ ਆ, ਹੁਣ ਤੁਸੀਂ ਠੀਕ ਆ, ਹੁਣ ਤੁਸੀਂ ਤੁਹਾਨੂੰ ਬੱਚਾ ਕਿਹੋ ਜਿਹਾ ਦਿੱਤਾ ਜਾਵੇ, ਉਹ ਇੱਕ ਫੈਮਿਲੀ ਫਾਈਂਡਰਸ ਦਾ ਅੱਗੇ ਪ੍ਰੋਸੈਸ ਹੁੰਦਾ, ਗਰੁੱਪ ਹੁੰਦਾ, ਉਹ ਤੁਹਾਡਾ ਕੰਟੈਕਟ ਕਰਦਾ। ਤਾਂ ਉਸ ਤੋਂ ਬਾਅਦ ਫਿਰ ਯਾਨੀ ਸਾਡੇ ਲੋਕਾਂ ਦੀ ਇੱਛਾ ਜਿਹੜੀ ਇਹ ਹੁੰਦੀ ਹੈ ਵੀ ਜੇ ਉਹ ਸਿੱਖ ਹੈ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਸਿੱਖ ਫੈਮਿਲੀ ਦਾ ਹੀ ਬੱਚਾ ਹੋਵੇ, ਜੇ ਹਿੰਦੂ ਆ ਤਾਂ ਉਹਨਾਂ ਨੂੰ ਹੁੰਦਾ ਹਿੰਦੂ ਹੋਵੇ, ਜੇ ਮੁਸਲਮਾਨ ਤਾਂ ਮੁਸਲਮਾਨ ਹੋਵੇ। ਅਤੇ ਅਸੀਂ ਇਹ ਬਹੁਤ ਦੇਖੇ ਇਸ ਤਰ੍ਹਾਂ ਦੇ ਪਰਿਵਾਰ ਵੀ ਜਿਨ੍ਹਾਂ ਦੀ ਅਸੈਸਮੈਂਟ ਹੋ ਗਈ, ਸਿਰਫ ਇਸ ਕਰਕੇ ਨਹੀਂ ਉਹਨਾਂ ਨੇ ਬੱਚਾ ਲਿਆ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਆਪਣੀ ਕਮਿਊਨਿਟੀ ਦਾ ਬੱਚਾ ਨਹੀਂ ਮਿਲਿਆ। ਇੱਥੇ ਵਿੱਚੇ ਟੋਕਦਾ ਜਿਹੜੇ ਸੰਸਥਾਵਾਂ ਨੇ ਜੀ ਜਾਂ ਕਾਨੂੰਨ ਨੇ, ਉਹ ਤਾਂ ਇਸ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ ਕਰਦੇ ਵੀ ਤੁਹਾਨੂੰ ਤੁਸੀਂ ਕਿਹੜਾ ਬੱਚਾ ਤੁਸੀਂ, ਪਰ ਉਹ ਖਿਆਲ ਰੱਖਦੇ ਨੇ। ਮੈਂ ਸ਼ਾਇਦ ਇਹ ਗੱਲ ਦਾ ਖਿਆਲ ਥੋੜ੍ਹਾ ਰੱਖਦੇ ਆ। ਹੁਣ ਮੈਂ ਜੇ ਆਪਣੇ ਤਜਰਬੇ 'ਚ ਤੁਹਾਨੂੰ ਸਾਂਝੀ ਕਰ ਸਕਦਾ ਗੱਲ ਕਿ ਜਦੋਂ ਸਾਨੂੰ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਹੁਣ ਦੱਸੋ ਵੀ ਤੁਸੀਂ ਸਾਰਾ ਅਸੈਸਮੈਂਟ 'ਚ ਪਾਸ ਹੋ ਗਏ ਹੋ, ਤਾਂ ਹੁਣ ਤੁਸੀਂ ਬੱਚਾ ਕਿਸ ਤਰ੍ਹਾਂ ਦਾ ਤੁਹਾਨੂੰ ਚਾਹੀਦਾ, ਤੁਹਾਡੀ ਕੀ ਡਿਮਾਂਡ ਹੈ। ਤਾਂ ਅਸੀਂ ਉਦੋਂ ਯਾਨੀ ਕਿਉਂਕਿ ਕੋਵਿਡ ਚੱਲਦਾ ਸੀ, ਸਾਡੀਆਂ ਉਦੋਂ ਵਰਚੁਅਲ ਜਿਹੜੀ ਮੀਟਿੰਗਾਂ ਹੁੰਦੀਆਂ ਸੀ ਉਹਨਾਂ ਨਾਲ ਕੈਮਰੇ 'ਤੇ ਬੈਠ ਕੇ, ਤਾਂ ਅਸੀਂ ਦੋਨਾਂ ਨੇ, ਮੈਂ ਅਤੇ ਮੇਰੀ ਵਾਈਫ ਨੇ, ਅਸੀਂ ਫਿਰ ਉਹਨਾਂ ਨੂੰ ਕਿਹਾ ਕਿ ਅਸੀਂ ਦੇਖੋ ਅਸੀਂ ਉਹਨਾਂ ਸਾਡੇ ਪੂਰਵਜ ਜਿਹੜੇ ਸੀਗੇ ਉਹਨਾਂ ਦਾ ਵਿਚਾਰ ਇਹ ਸੀਗਾ ਕਿ ਭਾਈ ਜਿਹੜਾ ਇੱਕੋ ਨੂਰ ਦੇ ਵਿੱਚੋਂ ਸਾਰੀ ਦੁਨੀਆ ਪੈਦਾ ਹੁੰਦੀ ਹੈ, ਠੀਕ ਹੈ ਜੀ, ਕੋਈ ਚੰਗਾ ਨਹੀਂ, ਕੋਈ ਮੰਦਾ ਨਹੀਂ, ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ, ਅਤੇ ਸਾਰੇ ਇੱਕੋ ਹੀ ਹੈ। ਅਤੇ ਇਸ ਕਰਕੇ ਵੀ ਅਸੀਂ ਜੇ ਹੁਣ ਇਸ ਵੇਲੇ ਅਸੀਂ ਇਹ ਕਹੀਏ ਕਿ ਸਾਨੂੰ ਜੀ ਤੁਸੀਂ ਸਾਡੇ ਰੰਗ ਦਾ ਅਤੇ ਸਾਡੀ ਸ਼ਕਲ ਦਾ ਅਤੇ ਸਾਡੇ ਵਰਗਾ ਹੀ ਕੋਈ ਬੱਚਾ ਦੇ ਦਿਓ, ਤਾਂ ਸਾਡੀ ਇਹ ਮਤਲਬ ਇੱਕ ਤਰ੍ਹਾਂ ਦੀ ਸਵਾਰਥਪੁਣਾ ਹੋਊਗਾ। ਅਸੀਂ ਅੱਜ ਮਤਲਬ ਇਹ ਤੁਹਾਨੂੰ ਕਹਿੰਦੇ ਵੀ ਸਾਨੂੰ ਕੋਈ ਵੀ ਦੇ ਦਿਓ, ਕੋਈ ਬੱਚਾ, ਠੀਕ ਹੈ ਜੀ, ਅਸੀਂ ਕਿਸੇ ਵੀ ਰੰਗ ਦਾ, ਕਿਸੇ ਨਸਲ ਦਾ, ਕਾਲਾ ਹੋਵੇ, ਗੋਰਾ ਹੋਵੇ, ਅਸੀਂ ਐਕਸੈਪਟ ਕਰਨ ਨੂੰ ਤਿਆਰ ਹਾਂ ਵੀ ਇੱਕ ਬੱਚਾ ਹੋਵੇ ਸਾਲ ਕੁ ਦੀ ਉਮਰ ਦਾ ਔਰ ਤੰਦਰੁਸਤ ਬੱਚਾ ਹੋਵੇ, ਵੀ ਜਿਹੜਾ ਇੱਥੇ ਆ ਕੇ ਖੇਡੇ ਅਤੇ ਸਾਡਾ ਘਰ ਵੀ ਉਹਦੇ ਨਾਲ ਹੱਸੇ ਅਤੇ ਅਸੀਂ ਵੀ ਉਹਦੇ ਨਾਲ ਖੁਸ਼ ਹੋਈਏ। ਤਾਂ ਮਤਲਬ ਉਹਨਾਂ ਨੇ ਇਸ ਗੱਲ ਨੂੰ ਨੋਟ ਕੀਤਾ ਔਰ ਇਸ ਗੱਲ ਨੂੰ ਐਪਰੀਸ਼ੀਏਟ ਵੀ ਉਹਨਾਂ ਨੇ ਕੀਤਾ। ਕਹਿੰਦੇ ਵੀ ਅਸੀਂ ਇਹ ਬਹੁਤ ਘੱਟ ਇਸ ਤਰ੍ਹਾਂ ਦਾ ਜਵਾਬ ਮਿਲਦਾ ਹੁੰਦਾ ਵੀ ਜਿੱਥੇ ਤੁਸੀਂ ਖੁੱਲ੍ਹੀ ਆਪਸ਼ਨ ਦਿੱਤੀ ਵੀ ਸਾਨੂੰ ਕੋਈ ਜੀ ਸਾਡੀ ਕੋਈ ਡਿਮਾਂਡ ਨਹੀਂ, ਵੀ ਕੋਈ ਸਾਡੀ ਸਪੈਸੀਫਿਕ ਅਸੀਂ ਚਾਹੁੰਦੇ ਨਹੀਂ ਵੀ ਇਸ ਤਰ੍ਹਾਂ ਦਾ ਹੋਵੇ। ਤਾਂ ਸਾਡਾ ਇਹ ਵੀ ਸੀਗਾ ਵੀ ਸਾਨੂੰ ਕੋਈ ਮੇਲ ਫੀਮੇਲ ਦਾ ਵੀ ਕੋਈ ਨਹੀਂ ਹੈਗਾ, ਸਾਨੂੰ ਇੱਕ ਬੱਚਾ ਚਾਹੀਦਾ, ਠੀਕ ਹੈ ਜੀ ਦੋਸਤੋ। ਹਾਂਜੀ ਜੀ, ਤਾਂ ਬਿਲਕੁਲ। ਤਾਂ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਉਹ ਖਿਆਲ ਰੱਖਦੇ ਨੇ, ਉਹਨਾਂ ਨੂੰ ਵੀ ਇਹ ਹੁੰਦਾ ਵੀ ਜੇ ਕੋਈ ਬੱਚਾ ਕਿਸੇ ਫੈਮਿਲੀ ਦੇ ਵਿੱਚ ਗਿਆ ਤਾਂ ਉਹ ਗਾਂ ਸਕੂਲ ਦੇ ਵਿੱਚ ਵੀ ਜਾਣਾ ਬੱਚੇ ਨੇ। ਹੁਣ ਮਾਂ ਪਿਓ ਦੇ ਨਾਲ ਕੋਈ ਇਸ ਤਰ੍ਹਾਂ ਦਾ ਬੱਚਾ ਜਾ ਰਿਹਾ ਜਿਹੜਾ ਦੂਰੋਂ ਦਿਖਦਾ ਵੀ ਇਹਨਾਂ ਦਾ ਨਹੀਂ ਹੈਗਾ, ਤਾਂ ਉਹਨਾਂ ਨੂੰ ਇਹ ਹੁੰਦਾ ਹੈ ਕਿ ਉਹ ਬੱਚੇ ਨੂੰ ਬੁਲੀ ਨਾ ਕਰਨ ਜਾਂ ਕੋਈ ਤੁਹਾਨੂੰ ਕੋਈ ਮਿਹਣਾ ਨਾ ਵੱਜੇ ਜਾਂ ਬੱਚੇ ਨੂੰ ਨਾ ਕੋਈ ਇਸ ਤਰ੍ਹਾਂ ਬੱਚੇ ਦੀ ਮਾਨਸਿਕਤਾ ਤੇ ਸਾਈਕੋਲੋਜੀ ਤੇ ਅਸਰ ਪੈਂਦਾ। ਹਾਂ ਬਿਲਕੁਲ। ਤਾਂ ਉਹ ਕੋਸ਼ਿਸ਼ ਕਰਦੇ ਕਿ ਮੈਚ ਜ਼ਰੂਰੀ ਹੈ ਵੀ ਤੁਹਾਡੇ ਨਾਲ, ਪਰ ਫਿਰ ਵੀ ਕਿਉਂਕਿ ਅਸੀਂ ਬਜਿੱਦ ਸੀਗੇ, ਅਸੀਂ ਆਖਿਆ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਨਹੀਂ, ਅਸੀਂ ਤਾਂ ਸਗੋਂ ਇੱਕ ਮਿਸਾਲ ਹੀ ਪੈਦਾ ਕਰਨੀ ਹੈ ਵੀ ਸਾਨੂੰ ਸਗੋਂ ਡਿਫਰੈਂਟ ਬੱਚਾ ਦਿਓਗੇ ਅਸੀਂ ਜ਼ਿਆਦਾ ਖੁਸ਼ ਹੋਵਾਂਗੇ। ਤਾਂ ਫਿਰ ਵੀ ਉਹਨਾਂ ਨੇ ਚਲੋ ਇਹ ਇੱਕ ਮਤਲਬ ਗੋਰਾ ਬੱਚਾ ਜਿਹੜਾ ਅਸੀਂ ਉਹ ਪਹਿਲਾਂ ਹੀ ਜਿਹੜਾ ਉਹਨਾਂ ਨੇ ਪ੍ਰੋਫਾਈਲ ਸਾਨੂੰ ਦਿਖਾਇਆ ਤਾਂ ਅਸੀਂ ਉਹ ਉੱਤੇ ਹਾਂ ਕੀਤੀ ਔਰ ਹੱਥ ਬੰਨੇ ਕਿ ਵੀ ਸਾਨੂੰ ਇਹੀ ਬੱਚਾ ਚਾਹੀਦਾ। ਤਾਂ ਮਤਲਬ ਕਹਿਣ ਦਾ ਵੀ ਉਹ ਪ੍ਰੋਸੈਸ ਜਿਹੜਾ ਇਸ ਢੰਗ ਦੇ ਨਾਲ ਕੰਪਲੀਟ ਹੁੰਦਾ ਜਦੋਂ ਤੁਹਾਡੇ ਤੋਂ ਪੁੱਛਿਆ ਜਾਂਦਾ। ਹੁਣ ਇੱਥੇ ਆ ਕੇ ਸਾਡੇ ਅੰਦਰਲੇ ਵਿਚਾਰਾਂ ਦਾ ਪਤਾ ਲੱਗਦਾ ਕਿ ਅਸੀਂ ਅੰਦਰੋਂ ਕੌਣ ਆ, ਅਸੀਂ ਸੱਚੀ ਬਾਬੇ ਨਾਨਕ ਦੀ ਔਲਾਦ ਆ ਕਿ ਅਸੀਂ ਸਿਰਫ ਮੱਥਾ ਟੇਕਣ ਹੀ ਜਾਣਦੇ ਹਾਂ। ਸਰਬ ਸਾਂਝੀ ਬਾਲਤਾ ਦਾ ਬਲਕਿ ਪਹਿਲੀ ਗੱਲ ਤਾਂ ਰਜਿੰਦਰ ਜੀ ਮੈਂ ਤੁਹਾਨੂੰ ਸਲਾਮ ਕਰਦਾ, ਸਲੂਟ ਕਰਦਾ। ਤੁਸੀਂ ਜਿਹੜਾ ਇੰਨਾ ਵੱਡੇ ਦਿਲ ਨਾਲ, ਇੰਨੇ ਵੱਡੇ ਖਿਆਲਾਂ ਨਾਲ ਉਸ ਬੱਚੇ ਨੂੰ ਕਰ ਲਿਆਂਦਾ। ਨਹੀਂ ਤਾਂ ਅਸੀਂ ਜਿਹੜਾ ਸਾਡਾ ਸਮਾਜ ਆ ਦੋਸਤੋ, ਅਸੀਂ ਤਾਂ ਇੱਥੇ ਤੱਕ ਵੰਡੇ ਆ। ਪਹਿਲਾਂ ਅਸੀਂ ਬੱਚੇ ਦੀ ਸ਼ਕਲ ਸੂਰਤ ਦੇਖਾਂਗੇ, ਜਿਹੜੇ ਸਾਡੀ ਮਾਨਸਿਕਤਾ ਜਿਹੜੀ ਅਸੀਂ ਸਾਡੀ ਬਣਾਤੀ ਆ। ਬੱਚਾ ਸੋਹਣਾ ਹੋਵੇ ਉਹਨੂੰ ਅਸੀਂ ਛੇਤੀ ਅਡਾਪਟ ਕਰਨ ਦੀ ਕੋਸ਼ਿਸ਼ ਕਰਾਂਗੇ, ਇਹ ਸਾਡੀ ਮੈਨੂੰ ਕੋਈ ਸ਼ੱਕ ਨਹੀਂ ਗਾ। ਫਿਰ ਅਸੀਂ ਉਸ ਦੇਖਾਂਗੇ ਸਾਡੇ ਉਹ ਧਰਮ ਦਾ ਆ, ਸਾਡੇ ਰੰਗ ਰੂਪ ਦਾ, ਅਤੇ ਫਿਰ ਜਿਹੜੇ ਅਖੀਰ 'ਚ ਆ ਕੇ ਮੈਂ ਇਹ ਕਹਿਣ ਲੱਗਾ, ਮੈਨੂੰ ਕੋਈ ਸ਼ਰਮ ਨਹੀਂ ਆਉਂਦੀ
ਕਿ ਅਸੀਂ ਜਿਸ ਤਰ੍ਹਾਂ ਦੇ ਜਿਹੜੀ ਕਮਿਊਨਿਟੀ ਦੇ ਜਿਸ ਤਰ੍ਹਾਂ ਅਸੀਂ ਹੈਗੇ ਮਾफ़ ਕਰਨਾ ਵੀ ਅਸੀਂ ਤਾਂ ਜੇ ਥੋੜ੍ਹਾ ਜਿਹਾ ਕੋਈ ਉੱਚੀ ਜਾਤ ਦਾ ਹੈਗਾ ਤਾਂ ਉਹਨੇ ਇਹ ਕਹਿਣਾ ਕਿ ਬੱਚਾ ਮੇਰੇ ਨਾਲ ਉਹੀ ਹੋਵੇ। ਮੇਰਾ ਖਿਆਲ ਨਹੀਂ ਵੀ ਉਹ ਕੋਈ ਲੋਕ ਸਾਡੇ ਤੁਸੀਂ ਐਕਸਪੀਰੀਅੰਸ ਕਰ ਚੁੱਕੇ ਨੇ ਵੀ ਉਹ ਕਦੇ ਜਿਹਨੂੰ ਉਹ 100 ਕੋਲਡ ਆਪਣੀ ਇਹਨਾਂ ਦੇ ਅਖੌਤੀ ਜਿਹੜੀਆਂ ਹੈਗੀਆਂ ਜਾਤਾਂ ਪਾਤਾਂ ਉਹਦੇ ਵਿੱਚ ਇੱਕ ਆਪਣੇ ਆਪ ਨੂੰ ਜਿਹੜਾ ਉੱਚਾ ਸਮਝਦਾ, ਜਦੋਂ ਕੋਈ ਉੱਚਾ ਹੁੰਦਾ ਨਹੀਂ ਹੈ ਉਹਨਾਂ ਨੂੰ ਦਿਮਾਗਾਂ 'ਚ ਉਹਨਾਂ ਦੇ ਉੱਚਾ ਹੁੰਦਾ ਜਦੋਂ ਕਿ ਹੁੰਦੇ ਨਹੀਂ ਗਏ, ਅਤੇ ਉਹ ਕਿਸੇ ਛੋਟੀ ਜਾਤ ਦਾ ਜਿਹਨੂੰ ਮਾफ़ ਕਰਨਾ ਵੀ ਉਹਨੂੰ ਕਹਿ ਦਿੰਦਾ ਵੀ ਮੈਂ ਇੱਦਾਂ ਦਾ ਚਾਹੀਦਾ, ਫਲਾਣਾ ਨੂੰ ਆਹ ਜਾਤ ਦਾ ਚਾਹੀਦਾ। ਅਸੀਂ ਤਾਂ ਇੰਨੇ ਛੋਟੇ ਕਰ ਦਿੱਤੇ ਗਏ ਆ। ਇਹਦੇ ਕੀ ਕਾਰਨ ਨੇ? ਅਸੀਂ ਕਿਉਂ ਨਹੀਂ ਇਸ ਤਰ੍ਹਾਂ ਵਧੇ ਕਿ ਅਸੀਂ ਕੋਈ ਵੀ ਬੱਚਾ, ਜਿਸ ਤਰ੍ਹਾਂ ਮੇਰੇ ਦੋਸਤ ਰਜਿੰਦਰ ਜੀ ਨੇ ਗੱਲ ਕੀਤੀ ਆ ਕਿ ਸਾਰੇ ਤੁਹਾਨੂੰ ਇੱਕੋ ਦਿਸਣ, ਕੋਈ ਨਾ ਦਿਸੇ ਬਾਹਰਾ ਜੀ ਉਹ ਵਾਲੀ ਗੱਲ ਅਸੀਂ ਗੱਲਾਂ ਕਰਦੇ ਹਾਂ, ਪਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਉਸ ਤੋਂ ਅਸੀਂ ਬਹੁਤ ਦੂਰ ਹੈਗੇ ਹਾਂ। ਅਸੀਂ ਬਹੁਤ ਕੁਝ ਕਰਦੇ ਹਾਂ, ਪਰ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ। ਅਤੇ ਸਾਨੂੰ ਬੱਚਾ ਲੈਣ ਲੱਗਿਆ ਵੀ ਸਾਨੂੰ ਜ਼ਰੂਰ ਇਹ ਨਹੀਂ ਸ਼ਰਤ ਰੱਖਣੀ ਚਾਹੀਦੀ ਸਾਨੂੰ ਉਹ ਸਿੱਖੇ ਚਾਹੀਦਾ, ਹਿੰਦੂ ਚਾਹੀਦਾ, ਮੁਸਲਿਮ ਚਾਹੀਦਾ ਆ, ਸਾਡੇ ਵਰਗਾ ਗੋਰਾ ਚਾਹੀਦਾ, ਉਹਦੇ ਨੈਣਕਸ ਤਿੱਖੇ ਚਾਹੀਦੇ ਆ, ਆਹ ਅਤੇ ਉਹ। ਤੁਸੀਂ ਸ਼ਾਇਦ ਮੰਨੋਗੇ ਨਹੀਂ, ਜਿੱਥੇ ਬੱਚੇ ਅਡਾਪਟ ਕਰਦੇ ਆ ਨਾ ਉਹ ਅੰਗਹੀਣ ਬੱਚੇ ਵੀ ਅਡਾਪਟ ਕਰਦੇ ਨੇ। ਬਿਲਕੁਲ ਜੀ। ਦੇਖੋ ਤੁਸੀਂ ਮਤਲਬ ਕਿ ਕਿੱਡਾ ਵੱਡਾ ਕੰਮ ਹੈ, ਕਿੰਨੀ ਵੱਡੀ ਜ਼ਿੰਮੇਵਾਰੀ ਆ ਕਿ ਉਹ ਲੋਕ ਇਸ ਤਰ੍ਹਾਂ ਦੇ ਵੀ ਨੇ ਵੀ ਜਿਹੜੇ ਅੰਗਹੀਣ ਬੱਚਿਆਂ ਨੂੰ ਵੀ ਕਹਿੰਦੇ ਨੇ ਕਿ ਇਹਨੂੰ ਤਾਂ ਸਭ ਤੋਂ ਜ਼ਿਆਦਾ ਜ਼ਰੂਰਤ ਆ। ਸਾਡੀ ਸੋਚ ਇੰਨੀ ਹੋਣੀ ਚਾਹੀਦੀ ਆ, ਇਸ ਤਰ੍ਹਾਂ ਸਾਨੂੰ ਇਹ ਹੋਣਾ ਚਾਹੀਦਾ। ਅਤੇ ਇਹ ਜ਼ਰੂਰ ਅਸੀਂ ਕਹਾਂਗੇ ਕਿ ਜ਼ਰੂਰ ਇਸ ਦੇ ਬਾਰੇ ਸਾਨੂੰ ਜਿਹੜੀ ਸਾਡੀ ਕਮਿਊਨਿਟੀ ਹੈ, ਸਾਡਾ ਜਿਹੜਾ ਸਮਾਜ ਹੈ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ। ਅਤੇ ਇਹਦਾ ਖਰਚਾ ਕੋਲੋਂ ਕਰਨਾ ਪੈਂਦਾ ਜਾਂ ਕੀ ਖਰਚਾ ਵੀ ਕਰਨਾ ਪੈਂਦਾ ਜਾਂ ਕਿੱਦਾਂ ਜਾਂ ਕੀ ਬਣਦਾ ਫਿਰ ਉਹਦਾ? ਨਹੀਂ ਭਗਵੰਤ ਜੀ, ਇਹਦਾ ਖਰਚਾ ਕੋਈ ਨਹੀਂ, ਸਗੋਂ ਮਤਲਬ ਇਹ ਜਿਹੜਾ ਸੋਸ਼ਲ ਸਰਵਿਸ ਡਿਪਾਰਟਮੈਂਟ ਹੈ ਨਾ, ਇਹ ਜਦੋਂ ਤੁਹਾਨੂੰ ਮੰਨ ਲਓ ਮੀਟਿੰਗਸ 'ਤੇ ਕਿਤੇ ਜਾਣਾ ਪੈਂਦਾ ਹੈ ਜਾਂ ਤੁਹਾਨੂੰ ਕਿਤੇ ਵੀ ਇਸ ਮਾਮਲੇ ਦੇ ਵਿੱਚ ਮਤਲਬ ਟਰੈਵਲ ਕਰਨਾ ਪੈਂਦਾ ਤਾਂ ਤੁਹਾਨੂੰ ਟਰੈਵਲ ਦਾ ਖਰਚਾ ਵੀ ਕੋਲੋਂ ਦਿੰਦੇ ਆ। ਉਹ ਕਹਿੰਦੇ ਵੀ ਤੁਸੀਂ ਸਾਨੂੰ ਖਰਚਾ ਭੇਜ ਦਿਓ ਜੋ ਤੁਹਾਡਾ ਹੋਇਆ, ਤੇ ਭੇਜ ਦਿਓ ਉਹਨਾਂ ਨੂੰ। ਹਾਂ, ਹਾਲਾਂਕਿ ਅਸੀਂ ਕਦੇ ਵੀ ਉਹਨਾਂ ਤੋਂ ਕਲੇਮ ਨਹੀਂ ਕੀਤਾ, ਕੋਈ ਖਰਚਾ ਆਪਾਂ ਵੀ ਕਰਦੇ ਰਹੀਦਾ ਜ਼ਿੰਦਗੀ 'ਚ। ਬਿਲਕੁਲ। ਸੋ ਅਸੀਂ ਜੇ ਆਪਾਂ ਇਹ ਕਹੀਏ ਵੀ ਅਸੀਂ ਕਿਸੇ ਵਾਸਤੇ ਕਰ ਰਹੇ ਹਾਂ ਕਿ ਆਪਦੇ ਵਾਸਤੇ ਕਰ ਰਹੇ ਹਾਂ, ਤਾਂ ਮਤਲਬ ਉਹ ਇਸ ਕਰਕੇ ਖਰਚੇ ਦਾ ਇੱਥੇ ਕੋਈ ਮਸਲਾ ਨਹੀਂ। ਹੁਣ ਜਿਵੇਂ ਨਾ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਜਦੋਂ ਅਡੋਪਸ਼ਨ ਤੋਂ ਬਾਅਦ ਜਦੋਂ ਬੱਚਾ ਤੁਹਾਡੇ ਕੋਲ ਆ ਗਿਆ ਤਾਂ ਉਦੋਂ ਕੁਛ ਦੇਰ 10 ਜਾਂ 12 ਹਫ਼ਤੇ ਦਾ ਇੱਕ ਸਮਾਂ ਹੁੰਦਾ ਜਦੋਂ ਬੱਚਾ ਤੁਹਾਡੇ ਨਾਲ ਸੈਟਲ ਹੁੰਦਾ, ਠੀਕ ਹੈ ਜੀ। ਉਹ ਸੋਸ਼ਲ ਵਰਕਰਸ ਜਿਹੜੇ ਨੇ ਤੁਹਾਡੇ ਨਾਲ ਉਹ ਵੀ ਸੰਪਰਕ 'ਚ ਰਹਿੰਦੇ ਨੇ, ਤੁਹਾਡੇ ਕੋਲ ਗੇੜਾ ਵੀ ਮਾਰਦੇ, ਬੱਚੇ ਨੂੰ ਦੇਖਦੇ ਆ, ਖੇਡਦਾ ਹੈ, ਸਹੀ ਹੈ। ਤਾਂ ਉਸ ਤੋਂ ਬਾਅਦ 10 ਹਫ਼ਤੇ ਬਾਅਦ ਫਿਰ ਉਹ ਕੋਰਟ ਦੇ ਵਿੱਚ ਕੇਸ ਜਾਂਦਾ ਹੈ। ਉੱਥੇ ਤੁਹਾਨੂੰ ਮਤਲਬ ਤੁਹਾਡੇ ਵੱਲੋਂ ਐਪਲੀਕੇਸ਼ਨ ਜਾਂਦੀ ਹੈ, ਜਿਹੜੇ ਵੀ ਅਡੋਪਟ ਕਰਦੇ ਨੇ ਬੱਚੇ ਨੂੰ, ਮਤਲਬ ਕਿ ਸਮਾਂ ਵੀ ਦਿੰਦੇ ਆ ਵੀ ਤੁਸੀਂ ਤੁਹਾਡੀ ਕਿਸ ਤਰ੍ਹਾਂ ਤੁਸੀਂ ਸੰਭਾਲ ਸਕਦੇ ਹੋ ਜਾਂ ਨਹੀਂ, ਜਾਂ ਤੁਹਾਨੂੰ ਬੱਚੇ 'ਚ ਕੋਈ ਗੱਲ ਲੱਗਦੀ ਹੈ ਜਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ, ਉਹ ਵੀ ਸਮਾਂ ਦਿੰਦੇ ਨੇ ਪੂਰਾ। ਬਿਲਕੁਲ। ਟ੍ਰਾਇਲ ਪੀਰੀਅਡ ਕਹਿ ਲਓ। ਕਈ ਲੋਕ ਉਸ ਪੀਰੀਅਡ ਦੇ ਵਿੱਚ ਵੀ ਵਿਡਰੋ ਕਰਦੇ ਆ, ਵੇਖੇ ਆ, ਬਹੁਤ ਥੋੜ੍ਹੇ ਇਸ ਤਰ੍ਹਾਂ ਦੇ ਮਾਮਲੇ ਹੋਏ। ਪਰ ਯਾਨੀ ਉਸ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਇਹ ਇੱਕ ਐਪਲੀਕੇਸ਼ਨ ਪੈਂਦੀ ਹੈ ਜਿਹੜੇ ਅਡੋਪਟਿਵ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਕਿ ਇਹ ਬੱਚਾ ਹੁਣ ਸਾਡਾ ਹੋ ਗਿਆ, ਉਹਦਾ ਨਾਮ ਵੀ ਚੇਂਜ ਕਰ ਸਕਦੇ ਆ, ਤਾਂ ਜਿਹੜਾ ਬੱਚੇ ਦਾ ਬਰਥ ਸਰਟੀਫਿਕੇਟ ਆ ਉਹ ਨਵਾਂ ਬਣ ਕੇ ਆ ਜਾਂਦਾ, ਕਿਉਂਕਿ ਕੋਰਟ ਜਿਹੜੀ ਆ ਫਿਰ ਉਹ ਆਰਡਰ ਪਾਸ ਕਰ ਦਿੰਦੀ ਹੈ ਇੱਕ ਜਿਹੜਾ ਅਡਾਪਸ਼ਨ ਆਰਡਰ। ਕਿ ਤੁਸੀਂ ਐਨ ਪੱਕੇ ਤੁਸੀਂ ਪੰਜਾਬੀ ਦੇ ਕਹਿਣ ਵਾਂਗੂ ਵੀ ਤੁਸੀਂ ਫਿਰ ਉਸ ਦੇ ਮਾਂ-ਬਾਪ ਬਣ ਜਾਂਦੇ ਆ। ਉਹਦਾ ਜਿਹੜਾ ਪਿਛੋਕੜ ਆ ਬੱਚੇ ਦਾ, ਉਹਦਾ ਮਾਂ-ਬਾਪ ਦਾ ਨਾਂ ਜਾਂ ਸਾਰਾ ਕੁਛ ਆ ਉਹ ਵੀ ਉਹ ਸਰਟੀਫਿਕੇਟ ਤੋਂ ਕੱਟ ਦਿੰਦੇ, ਨਵਾਂ ਸਰਟੀਫਿਕੇਟ ਬਣਾ ਕੇ ਉਹ ਤੁਹਾਨੂੰ ਇਸ਼ੂ ਕਰਦੇ ਨੇ, ਜਾਰੀ ਕਰਦੇ ਨੇ ਉਹ। ਸੋ ਅਡੋਪਸ਼ਨ ਸਰਟੀਫਿਕੇਟ ਆ ਜਾਂਦਾ ਹੈ ਕਿ ਯਾਨੀ ਬਰਥ ਸਰਟੀਫਿਕੇਟ ਦੀ ਜਗ੍ਹਾ ਤੇ ਅਡੋਪਸ਼ਨ ਸਰਟੀਫਿਕੇਟ, ਜਿਹਦੇ 'ਚ ਪੇਰੈਂਟਸ ਦਾ ਨਵਾਂ ਨਾਮ ਆ ਜਾਂਦਾ ਹੈ। ਅੱਛਾ, ਓਕੇ, ਡਿਫਰੈਂਟ ਲਾਈਨ, ਓਕੇ, ਅਡਾਪਸ਼ਨ ਸਰਟੀਫਿਕੇਟ ਹੋ ਗਿਆ। ਜੀ। ਸੋ ਉਹਦੇ ਵਿੱਚ ਜੇ ਚੇਂਜ ਕੀਤਾ ਤੁਸੀਂ ਬੱਚੇ ਦਾ ਸਰਨੇਮ ਜਾਂ ਫਸਟ ਨੇਮ ਕੁਛ ਵੀ, ਉਹ ਤੁਹਾਡੀ ਇੱਛਾ ਹੁੰਦੀ ਹੈ। ਹਾਲਾਂਕਿ ਅਸੀਂ ਉਹਦਾ ਪੂਰਾ ਨਾਮ ਰਹਿਣ ਤਾਂ ਇੱਕ ਨਾਮ ਅਸੀਂ ਆਪਦੇ ਵੱਲੋਂ ਲਾਤਾ। ਸੋ ਇਸ ਤਰ੍ਹਾਂ ਤੁਸੀਂ ਬੱਚੇ ਦੀ ਜਿਹੜੀ ਆਇਡੈਂਟੀਟੀ ਹੈ ਉਹਨੂੰ ਤੁਹਾਡੀ ਮਰਜ਼ੀ ਹੈ, ਤੁਸੀਂ ਉਹਨੂੰ ਬਿਲਕੁਲ ਖਤਮ ਕਰਨਾ ਹੈ ਕਿ ਤੁਸੀਂ ਉਹਨੂੰ ਰੱਖਣਾ, ਕਿਉਂਕਿ ਦੇਖੋ ਨਾ ਇਹ ਵੀ ਧੱਕਾ ਉਸ ਨਾਲ ਹੋਊਗਾ। ਹਾਂ, ਬਿਲਕੁਲ। ਹੁਣ ਉਹ ਬੱਚੇ ਦਾ ਤਾਂ ਇਹ 'ਚ ਕੋਈ ਨਹੀਂ ਕਸੂਰ, ਮਤਲਬ ਫਿਰ ਵੀ ਬੱਚੇ ਦੀਆਂ ਜਿਹੜੀਆਂ ਜੜ੍ਹਾਂ ਨੇ ਜੇ ਕਿਤੇ ਹੋਰ ਲੱਗੀਆਂ, ਜੇ ਕੁਦਰਤ ਨੇ ਲਾਈਆਂ ਤਾਂ ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਹੁਣ ਇਸ ਤੋਂ ਬਾਅਦ ਯਾਨੀ ਫਿਰ ਉਹ ਬੱਚਾ ਜਿਹੜਾ ਹੈਗਾ ਆਪਣਾ, ਜੇ ਉਹਦੇ ਕੋਈ ਹੋਰ ਸਿਬਲਿੰਗਸ ਹੈਗੇ ਆ, ਭੈਣ ਭਾਈ ਹੋਰ ਹੈਗੇ ਨੇ, ਹਾਂਜੀ, ਮੰਨ ਲਓ ਕੋਈ ਹੋਰ ਵੀ ਉਹਦੇ ਸਿਬਲਿੰਗਸ, ਕੋਈ ਭੈਣ ਆ ਜਾਂ ਭਰਾ ਆ ਜਿਹੜੇ ਕਿ ਪਹਿਲਾਂ ਕਿਤੇ ਅਡੋਪਟ ਹੋ ਚੁੱਕੇ ਆ ਜਾਂ ਬਾਅਦ 'ਚ ਹੋਏ ਆ, ਤਾਂ ਉਹਨਾਂ ਦੇ ਨਾਲ ਵੀ ਇਹ ਮਹਿਕਮਾ ਜਿਹੜਾ ਹੈਗਾ ਸੋਸ਼ਲ ਸਰਵਿਸਿਜ਼ ਦਾ ਉਹ ਸੰਪਰਕ ਕਰਾਉਂਦਾ ਹੈ। ਬੱਚਿਆਂ ਨੂੰ ਕਹਿੰਦਾ ਵੀ ਮਿਲਾਓ, ਜੇ ਪੇਰੈਂਟਸ ਨੂੰ ਨਹੀਂ ਇਤਰਾਜ਼ ਤਾਂ ਉਹ ਆਪਸ 'ਚ ਕੰਸੈਂਟ ਦੇ ਨਾਲ, ਮਤਲਬ ਬੱਚੇ ਜਿਹੜੇ ਭੈਣ ਭਰਾ ਜਿਹੜੇ ਅਸਲੀ ਆਪਣੇ ਜਿਹੜੇ ਖੂਨ ਦੇ ਰਿਸ਼ਤੇ ਦੇ ਭੈਣ ਭਰਾ ਨੇ,
ਉਹ ਆਪਸ 'ਚ ਮਿਲਦੇ ਆ, ਖੇਡਦੇ ਆ, ਉਹ ਫਿਰ ਯਾਨੀ ਇਸ ਤਰ੍ਹਾਂ ਦਾ ਵੀ ਸਾਰਾ ਹੈਗਾ। ਬਾਕੀ ਬੱਚੇ ਨੂੰ ਜਿਹੜਾ ਨਾ ਇੱਕ ਬੜੀ ਇੰਪੋਰਟੈਂਟ ਗੱਲ ਹੈ ਇੱਥੋਂ ਦੀ, ਮੈਂ ਸਾਰੇ ਜਿਹੜੇ ਇੱਥੋਂ ਦੇ ਰੂਲ ਅਸੂਲ ਜਿੰਨੇ ਵੀ ਅਸੀਂ ਸਮਝੇ ਆ ਉਹਨਾਂ ਨੂੰ ਬੜਾ ਮਤਲਬ ਅੱਛਾ ਲੱਗਿਆ ਸਾਨੂੰ ਜਾਣ ਕੇ ਕਿ ਹਰ ਇੱਕ ਚੀਜ਼ ਦਾ ਇਹਨਾਂ ਨੇ ਖਿਆਲ ਰੱਖਿਆ। ਔਰ ਮਤਲਬ ਉਹਦੇ 'ਚ ਇਹ ਹੈ ਵੀ ਪਹਿਲਾਂ ਜਿਵੇਂ ਅਸੀਂ ਪੜ੍ਹਿਆ ਜਾਂ ਸਾਨੂੰ ਟ੍ਰੇਨਿੰਗ ਦੇ ਵਿੱਚ ਦੱਸਿਆ ਗਿਆ, ਉਹ ਕਹਿੰਦੇ ਸੀ ਕਿ ਪਹਿਲਾਂ ਇਹ ਬੱਚਾ ਜਦੋਂ ਅਡਾਪਟ ਹੋ ਗਿਆ ਤਾਂ ਉਹਦੀ ਸਾਰੀ ਜਿਹੜੀ ਫਾਈਲ ਆ ਪੁਰਾਣੀ, ਉਹਦੇ ਮਾਂ ਪਿਓ ਦੀ ਜਾਣਕਾਰੀ ਹੈ, ਉਹਦਾ ਕਿੱਥੋਂ ਬਰਥ ਸੀਗਾ, ਉਹਦਾ ਕੀ, ਉਹਦੇ ਪਿਛਲੀ ਜਿਹੜੀ ਇਤਿਹਾਸ ਆ ਉਹਦਾ, ਉਹਨੂੰ ਸਾਰਿਆਂ ਨੂੰ ਠੱਪ ਕਰ ਦਿੰਦੇ ਸੀ, ਉਹਨੂੰ ਬੰਦ ਕਰ ਦਿੰਦੇ ਪਾਸੇ ਕਰਕੇ ਰੱਖ ਦਿੰਦੇ, ਬਸ ਉਹਨੂੰ ਰੱਖ ਦਿੰਦੇ ਸੀ ਵੀ ਉਹਦੇ ਤੇ ਕਿਸੇ ਦਾ ਐਕਸੈਸ ਨਹੀਂ ਸੀ ਹੁੰਦਾ ਵੀ ਇਹ ਬੱਚਾ ਪਹਿਲਾਂ ਕੌਣ ਸੀ। ਪਰ ਇਹਦੇ ਨਾਲ ਜਿਵੇਂ ਜਿਵੇਂ ਉਹ ਸਮੱਸਿਆਵਾਂ ਆਈਆਂ ਸਮਾਜ ਦੇ ਵਿੱਚ ਉਹਨਾਂ ਬੱਚਿਆਂ ਨੂੰ, ਤੇ ਬਾਅਦ ਦੇ ਵਿੱਚ ਪਤਾ ਲੱਗਿਆ ਬੱਚਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਵੀ ਅਸੀਂ ਕਿਉਂ ਇੱਥੇ ਸਾਡੇ ਮਾਂ ਪਿਓ ਨੇ ਕਿਉਂ ਐ ਕੀਤਾ ਹੈ ਨਾ। ਆਪਣੇ ਆਮ ਮਾਫ ਕਰਨਾ ਵੀ ਪ੍ਰੋਗਰਾਮ ਆਉਂਦੇ ਨੇ, ਐਨਸੈਸਟਰੀ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਬੱਚੇ ਜੋ ਵੱਡੇ ਹੋ ਜਾਂਦੇ ਆ, ਬਹੁਤ ਇੱਕ ਤੀਵਰ ਇੱਛਾ ਹੁੰਦੀ ਹੈ ਬੱਚੇ ਦੀ, ਜਦੋਂ ਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੇ ਮਾਂ-ਬਾਪ ਇਹ ਅਸਲੀ ਨਹੀਂ ਹੈਗੇ, ਤੇ ਉਹਦੀ ਫਿਰ ਕੁਦਰਤੀ ਹੈ ਕਿ ਉਹ ਚਾਹੁੰਦਾ ਕਿ ਮੈਨੂੰ ਆਪਣੇ ਮਾਂ-ਬਾਪ ਦਾ ਪਤਾ ਲੱਗੇ। ਉਹ ਫਾਈਂਡ ਆਊਟ ਕਰਦੇ ਆ, ਉਹਦੇ ਲਈ ਉਹ ਤਲਾਸ਼ ਕਰਦੇ ਨੇ ਜਾ ਕੇ ਵੈਬਸਾਈਟਾਂ 'ਤੇ ਜਾਂ ਕਿਸੇ ਪਾਸੇ ਕੁਝ ਨਾ ਕੋਈ ਇੰਤਜ਼ਾਮ ਉਹ ਕਰਦੇ ਨੇ। ਇਹ ਕੁਦਰਤੀ ਆਪਾਂ ਸਾਰਿਆਂ ਦੇ ਵਿੱਚ ਮਨੁੱਖੀ ਕਹਿ ਲਓ ਕਮਜ਼ੋਰੀ ਕਹਿ ਸਕਦੇ ਹੋ, ਚੰਗਿਆਈ ਵੀ ਕਹਿ ਸਕਦੇ ਹੋ। ਹਾਂਜੀ ਜੀ, ਤਾਂ ਹੁਣ ਇਹ ਮਤਲਬ ਇਹਨਾਂ ਨੇ ਜਿਹੜਾ ਹੈਗਾ ਹੁਣ ਕੀ ਕਰਦੇ ਆ ਵੀ ਉਹ ਬੱਚੇ ਦੀ ਜਿਹੜੀ ਉਹ ਫਾਈਲ ਹੈ, ਜਿਹੜੀ ਉਹਦੀ ਇੱਕ ਪ੍ਰੀਵੀਅਸ ਫਾਈਲ ਹੈ ਉਹਦੇ ਇਸ ਘਰ 'ਚ ਆਉਣ ਤੋਂ ਪਹਿਲਾਂ, ਉਹ ਫਾਈਲ ਬਣਾ ਕੇ ਉਹ ਜਿਹੜੇ ਨਵੇਂ ਪੇਰੈਂਟਸ ਨੂੰ ਦੇ ਦਿੰਦੇ ਆ ਵੀ ਇਹ ਤੁਹਾਡੇ ਕੋਲ ਫਾਈਲ ਹੁਣ ਸੁਰੱਖਿਅਤ ਹੈ, ਤੁਸੀਂ ਜਦੋਂ ਚਾਹੋ ਬੱਚੇ ਦੇ ਨਾਲ ਤੁਸੀਂ ਗੱਲ ਕਰਕੇ ਉਹਨੂੰ ਜਿੰਨਾ ਛੇਤੀ ਹੋ ਸਕਦਾ ਦੱਸ ਦਿਓ, ਠੀਕ ਹੈ ਜੀ, ਤਾਂ ਕਿ ਉਹਦੇ ਨਾਲ ਹੌਲੀ 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 ਉਹਦੇ ਮਨ ਦੇ ਵਿੱਚ ਇਹ ਇੱਕਦਮ ਉਹਨੂੰ ਕੋਈ ਝਟਕੇ ਵਾਲੀ ਗੱਲ ਨਾ ਲੱਗੇ ਕਿ ਮੈਂ ਇਹਨਾਂ ਦੇ ਕੋਲ ਕਿਵੇਂ ਆ ਜਾਂ ਮੇਰੇ ਮਾਂ ਪਿਓ ਤਾਂ ਹੋਰ ਸੀ। ਸੋ ਇਸ ਤਰੀਕੇ ਦੇ ਨਾਲ ਜਦੋਂ ਬੱਚੇ ਵੱਡੇ ਹੋ ਕੇ ਜਦੋਂ ਸਾਰੀ ਗੱਲ ਨੂੰ ਸਮਝ ਜਾਂਦੇ ਆ ਤਾਂ ਉਹਨਾਂ ਦਾ ਪਿਆਰ ਤੁਹਾਡੇ ਨਾਲ ਜਿਹੜਾ ਹੈਗਾ ਉਹ ਦੁੱਗਣਾ ਹੀ ਨਹੀਂ ਬਲਕਿ 1000 ਗੁਣਾ ਜ਼ਿਆਦਾ ਵੱਧ ਜਾਂਦਾ ਜਦੋਂ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੁੰਦਾ ਜੀ ਕਿਸ ਤਰ੍ਹਾਂ। ਅੱਛਾ, ਇੱਕ ਤਾਂ ਗੱਲ ਹੋ ਗਈ ਵੀ ਜਿੱਦਾਂ ਜਿਹੜੀ ਮਤਲਬ ਕਿ ਜਿਹੜੀ ਗੱਲਾਂ ਤੋਂ ਪਤਾ ਲੱਗਦਾ ਕਿ ਨਹੀਂ ਇਸ ਤਰ੍ਹਾਂ ਹੁੰਦਾ ਹੋਣਾ ਬਈ ਬੱਚੇ ਦੇ ਜਿਹੜੇ ਭੈਣ ਭਾਈ ਨੇ ਉਹਨਾਂ ਤੋਂ ਮਿਲਣ ਦੇ ਦਿੱਤਾ ਜਾਂਦਾ। ਹਾਂਜੀ, ਹੈ ਨਾ, ਆਪਾਂ ਚਲੋ ਕਹਿੰਦੇ ਚੰਗੀ ਗੱਲ ਹੈਗੀ ਆ, ਪਰ ਜੇ ਉਹ ਮਾਂ-ਬਾਪ ਜਿਹੜੇ ਜਿਸ ਤੋਂ ਬੱਚਾ ਲਿਆਂਦਾ ਕੱਲ੍ਹ ਨੂੰ ਉਹ ਮਹਿਸੂਸ ਕਰਨ, ਪਰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਊਗਾ ਕਿ ਸਾਡਾ ਬੱਚਾ ਕਿੱਥੇ ਗਿਆ। ਨਹੀਂ, ਉਹਨਾਂ ਨੂੰ ਨਹੀਂ ਪਤਾ, ਹੈ ਨਾ, ਉਹਨੂੰ ਦੱਸਦੇ ਨਹੀਂ ਹੋਣੇ, ਹੈ ਨਾ, ਤੇ ਫਿਰ ਠੀਕ ਹੈ ਨਾ ਜੀ। ਉਹਨਾਂ ਨੂੰ ਇਹ ਨਾ ਦੇਖੋ ਪਹਿਲਾਂ ਜਦੋਂ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਅਜੇ ਵੀ ਜਦੋਂ ਜਦੋਂ ਬੱਚਾ ਉਹਨਾਂ ਕੋਲੋਂ ਸੋਸ਼ਲ ਸਰਵਿਸਿਜ਼ ਨੇ ਲੈ ਲਿਆ, ਜਦੋਂ ਉਹਨਾਂ ਨੂੰ ਪਤਾ ਕਿ ਇਸ ਬੱਚੇ ਦੇ ਨਾਲ ਇਨਸਾਫ ਨਹੀਂ ਹੋਣਾ ਇਸ ਘਰ ਦੇ ਵਿੱਚ, ਉਹ ਕੋਈ ਪੁਰਾਣੇ ਤਜਰਬੇ ਹੁੰਦੇ ਉਹਨਾਂ ਦੇ ਜਾਂ ਪਹਿਲਾਂ ਕੋਈ ਬੱਚੇ ਨਾਲ ਇਸ ਤਰ੍ਹਾਂ ਹੋਇਆ ਹੁੰਦਾ, ਜਦੋਂ ਬੱਚਾ ਲੈ ਲਿਆ ਤਾਂ ਉਹਨਾਂ ਨੂੰ ਫਿਰ ਵੀ ਮੌਕਾ ਦਿੱਤਾ ਜਾਂਦਾ, ਉਹਨਾਂ ਨੂੰ ਸੁਧਰਨ ਦਾ, ਉਹਨਾਂ ਨੂੰ ਸਮਝਾਇਆ ਜਾਂਦਾ, ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਜੇ ਉਹ ਨਸ਼ੇ ਵਾਲੇ ਆ ਜਾਂ ਕੋਈ ਝਗੜਾਲੂ ਆ ਜਾਂ ਕੋਈ ਡੋਮੈਸਟਿਕ ਵਾਇਲੈਂਸ ਉਹਨਾਂ ਦੇ ਘਰ ਹੁੰਦਾ ਤਾਂ ਉਹ ਸਾਰਾ ਯਾਨੀ ਉਹਨਾਂ ਨੂੰ ਉਹਨਾਂ ਦੀ ਇੱਕ ਤਰ੍ਹਾਂ ਦੀ ਉਹ ਕੀਤੀ ਜਾਂਦੀ ਹੈਗੀ ਵੀ ਇਹਨਾਂ ਨੂੰ ਸਮਝਾਇਆ ਵੀ ਜਾਂਦਾ ਹੈ, ਉਹਨਾਂ ਨੂੰ ਕਿਹਾ ਵੀ ਜਾਂਦਾ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਓ, ਤੁਹਾਡੇ ਆਪਣੇ ਬੱਚੇ ਆ, ਤੁਸੀਂ ਇਹਨਾਂ ਨੂੰ ਪਾਲ ਸਕਦੇ ਹੋ। ਉਹ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਜਦੋਂ ਨਹੀਂ ਉਹ ਇਸ ਤਰ੍ਹਾਂ ਮਤਲਬ ਉਹ ਰਿਜ਼ਲਟ ਨਹੀਂ ਆਉਂਦਾ ਨਤੀਜਾ, ਤਾਂ ਫਿਰ ਜਦੋਂ ਇਹ ਬੱਚਾ ਅਡਾਪਟ ਹੋ ਜਾਂਦਾ ਤਾਂ ਕੋਰਟ ਦਾ ਆਰਡਰ ਪਾਸ ਹੋਣ ਤੋਂ ਬਾਅਦ ਫਿਰ ਉਹ ਮਾਂ ਪਿਓ ਦਾ ਹੱਕ ਜਿਹੜਾ ਬਿਲਕੁਲ ਖਤਮ ਹੋ ਜਾਂਦਾ। ਇੱਕ ਵਾਰ ਦੋਸਤੋ ਜਿਸ ਦਾ ਆਪਾਂ ਅੱਜ ਗੱਲ ਕਰਦੇ ਹਾਂ, ਤਾਂ ਅਸੀਂ ਕਿਤੇ ਬੈਠੇ ਗੱਲਾਂ ਕਰਦੇ ਸੀ ਅਤੇ ਇੱਕ ਬੰਦੇ ਨਾਲ ਇਹ ਗੱਲ ਕੀਤੀ ਸੀ ਜਿਹੜੀ ਅੱਜ ਜਿੱਦਾਂ ਆਪਾਂ ਗੱਲ ਕਰਦੇ ਗੋਦ ਲੈਣ ਦੀ ਜਾਂ ਉਸ ਨਾਲ ਹੋਰ ਰਿਲੇਟਡ ਸੀਗੀਆਂ ਗੱਲਾਂ, ਅਤੇ ਸਾਡਾ ਆਪਣਾ ਹੀ ਕੋਈ ਦੋਸਤ ਉਹ ਕਾਫੀ ਪੁਰਜੋਰ ਇਹ ਗੱਲ ਕਰ ਰਿਹਾ ਸੀ ਕਿ ਨਹੀਂ ਜੀ ਇਹ ਬੱਚਿਆਂ ਨਾਲ ਵੀ ਅਤੇ ਮਾਂ-ਬਾਪ ਨਾਲ ਵੀ ਧੱਕਾ ਆ। ਜਦੋਂ ਇੱਕ ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰਾਂ ਦਾ ਜਾਂ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਕਿਸੇ ਬੱਚਾ ਕਿਸੇ ਕੋਲ ਲੈ ਜਾਵੇ, ਪਰ ਜਦੋਂ ਉਹ ਬੱਚੇ ਨੂੰ ਪਾਲਣ ਦੇ ਯੋਗ ਨਹੀਂ, ਬੱਚਾ ਉਸ ਨੂੰ ਉਹਦੀ ਮੈਂਟੈਲਿਟੀ ਨੂੰ ਉਹਦੀ ਸਿਹਤ ਨੂੰ ਡੈਮੇਜ ਹੋ ਰਿਹਾ, ਉਹ ਨੁਕਸਾਨ ਹੋ ਰਿਹਾ, ਫਿਰ ਸਰਕਾਰਾਂ ਆਉਣਗੀਆਂ ਵਿੱਚ ਕੁਦਰਤੀ। ਇੱਥੇ ਦਾ ਉਹ ਵੀ ਸਿਸਟਮ ਨਹੀਂ ਸਾਡੇ ਵਾਲਾ ਵੀ ਲੈ ਦੇ ਕੇ ਬੱਚਾ ਲੈ ਲਿਆ ਜਾਂ ਕਰ ਲਿਆ ਜੋ ਵੀ ਹੈਗਾ। ਇੱਥੇ ਦੇ ਸਿਸਟਮ ਦੇ ਵਿੱਚ ਨੁਕਸ ਤਾਂ ਹੈਗੇ ਨੇ, ਅਸੀਂ ਨਹੀਂ ਕਹਿੰਦੇ ਬਹੁਤ ਹੈ, ਬਿਲਕੁਲ ਸਹੀ ਆ, ਪਰ ਫਿਰ ਵੀ ਜਿਹੜਾ ਅਸੀਂ ਜਦੋਂ ਸਾਡੇ ਆਪਣੇ ਕੰਪੇਅਰ ਕਰਦੇ ਹਾਂ ਉਹਦੇ ਨਾਲ ਸੰਤੁਲਨ ਕਰਕੇ ਦੇਖਦੇ ਤਾਂ ਸਾਡੇ ਫਿਰ ਵੀ ਵਧੀਆ ਆ। ਇੱਥੇ ਬੱਚੇ ਨਾਲ ਧੱਕਾ ਨਾ ਹੋ ਜਾਵੇ, ਮਾਂ-ਬਾਪ ਨਾਲ ਧੱਕਾ ਨਾ ਹੋ ਜਾਵੇ, ਬਹੁਤ ਖਿਆਲ ਰੱਖਦੇ ਨੇ। ਅਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਮਾਂ ਦਿੰਦੇ ਨੇ ਅਗਲੇ ਵੀ ਭਾਈ ਤੁਸੀਂ ਨਾ ਕਰੋ, ਬੱਚਾ ਆਪਣਾ ਸੰਭਾਲੋ, ਤੁਹਾਡਾ ਬੱਚਾ ਮੁੜ ਕੇ ਨਹੀਂ ਮਿਲਦਾ ਕਈ ਵਾਰ। ਜੀ ਬਿਲਕੁਲ, ਮੈਂ ਇੱਕ ਗੱਲ ਇੱਥੇ ਹੋਰ ਐਡ ਕਰਨਾ ਚਾਹੁੰਦਾ ਭਗਵੰਤ ਜੀ ਕਿ ਮੇਰੇ ਜਿਹੜੇ ਫਾਦਰ ਮੇਰੇ ਪਿਤਾ ਜੀ ਹੈ, ਉਹ ਬਹੁਤ ਛੋਟੀ ਉਮਰ 'ਚ ਉਹਨਾਂ ਦੀ ਮਾਂ ਚਲੀ ਗਈ ਸੀ, ਬਹੁਤ ਛੋਟੇ ਸੀਗੇ ਉਹ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਜਾਣੀ ਸਾਡੇ ਦਾਦਾ ਜੀ ਨੇ ਉਹਨਾਂ ਨੂੰ ਭਰਨ ਤੋਂ ਇਨਕਾਰ ਕਰ ਦਿੱਤਾ ਸੀ, ਠੀਕ ਹੈ ਜੀ।
ਉਹ ਆਪਦੇ ਨਾਨਕੇ ਪਲੇ ਜਾਂ ਹੋਰ ਰਿਸ਼ਤੇਦਾਰੀਆਂ ਦੇ ਵਿੱਚ ਕਦੇ ਕਿਸੇ ਨੇ ਇੱਧਰ ਘੱਲਤਾ ਕਦੇ ਉੱਧਰ ਘੱਲਤਾ, ਯਾਨੀ ਜੋ ਉਹ ਸਾਨੂੰ ਬਾਅਦ ਦੇ ਵਿੱਚ ਉਹਨਾਂ ਨੇ ਦੱਸੀਆਂ ਕਹਾਣੀਆਂ ਤਾਂ ਉਹਨਾਂ ਦੀਆਂ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਸੀਗੇ ਵੀ ਇੱਕ ਬੱਚੇ ਦਾ ਜਿਸ ਗੱਲ ਦੇ ਵਿੱਚ ਕਸੂਰ ਹੀ ਕੋਈ ਨਹੀਂ, ਜਦੋਂ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਉਹ ਪਲਦਾ, ਜਦੋਂ ਧੱਕੇ ਨਾਲ ਕਿਤੇ ਇੱਧਰ ਭੇਜ ਦਿੱਤਾ ਕਦੇ ਉੱਧਰ ਭੇਜ ਦਿੱਤਾ, ਕਦੇ ਨਾਨਕੇ ਚਲਾ ਕਿਤੇ ਭੂਆ ਕੋਲ ਚਲਾ ਗਿਆ, ਹਾਂ, ਤਾਂ ਉੱਥੇ ਇੱਕ ਤਰ੍ਹਾਂ ਦਾ ਜਿਵੇਂ ਨਾ ਉਹ ਬੰਧੂਏ ਮਜ਼ਦੂਰ ਹੁੰਦੇ ਆ, ਉਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਬੱਚੇ ਦੀ। ਆਪਣਾ ਪੁੱਤ ਕਿਤੋਂ ਨਹੀਂ ਮਿਲਦਾ ਹੈਗਾ, ਆਪਣਾਪਣ ਕਿਤੋਂ ਨਹੀਂ ਮਿਲਦਾ। ਹਾਂ, ਉਹ ਸਿਰਫ ਉਹਨਾਂ ਨੂੰ ਸਮਝਦੇ ਵੀ ਸਾਡੇ ਤੇ ਬੋਝ ਹੈ, ਜਿਹੜਾ ਮਨੁੱਖ ਲਈ ਬਹੁਤ ਜ਼ਰੂਰੀ ਹੈ ਬਚਪਨ ਦੇ ਵਿੱਚ। ਹਾਂ ਬਿਲਕੁਲ। ਤੇ ਇਹਦੇ ਨਾਲ ਮੈਂ ਹੋਰ ਇੱਕ ਗੱਲ, ਮੈਂ ਮਾਫ ਕਰਨਾ ਵੀ ਅਸਲ ਦੇ ਵਿੱਚ ਮੈਂ ਸੋਚਦਾ ਸੀ ਕਿ ਵੀ ਇਹ ਜਿੱਦਾਂ ਆਪਾਂ ਜਦੋਂ ਇੱਕ ਕਿਸਮ ਦਾ ਤੁਸੀਂ ਕਿੱਡਾ ਵੱਡਾ ਲੈਸਨ ਲਿਆ ਜੀ, ਮੇਰੇ ਖਿਆਲ ਨਾਲ ਤੁਹਾਡੀ ਜਿਹੜੀ ਪਿਤਾ ਜੀ ਦੀ ਬੜੀ ਟ੍ਰੈਜਿਕ ਸੀਗੀ ਲਾਈਫ ਉਹ ਬਚਪਨ ਦੀ, ਉਸ ਤੋਂ ਤੁਸੀਂ ਕਿਹਾ ਵੀ ਨਹੀਂ, ਤੁਹਾਨੂੰ ਮਹਿਸੂਸ ਹੋਇਆ ਵੀ ਨਹੀਂ ਬੱਚੇ ਨਾਲ, ਬੱਚਿਆਂ ਨਾਲ ਨਹੀਂ ਹੋਣਾ ਚਾਹੀਦਾ। ਇਹ ਆ ਅਸਲੀ ਮਨੁੱਖਤਾ ਦੋਸਤੋ। ਅਸੀਂ ਹਰ ਰੋਜ਼ ਜ਼ਿੰਦਗੀ ਦੇ ਵਿੱਚ ਕਿੰਨੀਆਂ ਗਲਤੀਆਂ ਕਰਦੇ ਹਾਂ, ਕਿੱਥੋਂ ਤੋਂ ਲੰਘਦੇ ਹਾਂ, ਕੀ ਕੁਝ ਕਰਦੇ ਹਾਂ, ਪਰ ਅਸੀਂ ਉਸ ਤੋਂ ਸਿੱਖਦੇ ਨਹੀਂ। ਅਤੇ ਸਾਡੇ ਦੋਸਤ ਇਹਨਾਂ ਨੇ ਦੇਖੋ ਉਹ ਆਪਣੇ ਬਾਪ ਦੀ ਜ਼ਿੰਦਗੀ ਤੋਂ ਸਿੱਖਿਆ, ਔਰ ਇਹ ਮੇਰੇ ਖਿਆਲ ਹੈ ਸ਼ਾਇਦ ਪੁਰਾਣੇ ਜ਼ਮਾਨੇ ਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਵੇ, ਜਦੋਂ ਅੱਜ ਜਿਹੜੀ ਆ ਸਾਇੰਸ ਹੈ, ਵਿਗਿਆਨ ਇਹਨੇ ਤਰੱਕੀ ਕਰ ਲਈ ਹੈ, ਅੱਜ ਜਿਹੜਾ ਮੋਰਟੈਲਿਟੀ ਬੱਚਿਆਂ ਦਾ ਮਰਨ ਦਾ ਰੇਟ ਆ ਜਾਂ ਮਾਂ ਦੇ ਮਰਨ ਦਾ ਰੇਟ ਆ ਉਹ ਬਹੁਤ ਘਟ ਗਿਆ। ਇੱਥੇ ਇੰਗਲੈਂਡ ਦੇ ਵਿੱਚ ਤਾਂ 1000 ਪਿੱਛੇ ਇੱਕ ਮਾਂ ਜਾਂ ਇੱਕ ਬੱਚੇ ਦਾ ਨੁਕਸਾਨ ਹੁੰਦਾ। ਅਤੇ ਇੱਕ ਜ਼ਮਾਨਾ ਉਹ ਵੀ ਸੀ ਅੱਜ ਤੋਂ 70 ਸਾਲ ਪਹਿਲਾਂ, 50 ਸਾਲ ਪਹਿਲਾਂ, ਜਦੋਂ ਆਪਣੇ ਮਾਂ ਬਾਪ ਸੀਗੇ, ਉਦੋਂ ਲਗਭਗ 50% ਸੀਗਾ ਵੀ ਜਾਂ ਮਾਂ ਮਰ ਜਾਂਦੀ ਸੀ ਬੱਚੇ ਦੀ ਅਤੇ ਜਾਂ ਬੱਚਾ ਮਰ ਜਾਂਦਾ ਸੀ। ਇਹ ਆਪਣੇ ਨਾਲ ਸਾਰਿਆਂ ਨਾਲ ਹੋਇਆ, ਮੇਰੇ ਨਾਲ ਹੋਇਆ, ਮੇਰੇ ਪਿਤਾ ਜੀ ਨਾਲ ਵੀ ਅਸੀਂ ਸਾਰਿਆਂ ਨੇ ਦੱਸਿਆ। ਉਹਨਾਂ ਦੇ ਵੀ ਮੇਰੇ ਪਿਤਾ ਜੀ ਦੇ ਜਿਹੜੇ ਪਿਤਾ ਜੀ ਤਾਂ ਜਵਾਨ ਸੀ, ਪਰ ਮੇਰਾ ਇੱਕ ਚਾਚਾ ਬਹੁਤ ਛੋਟਾ ਸੀ, ਅਜੇ ਬਿਲਕੁਲ ਰੁੜਦਾ ਸੀ ਜਦੋਂ ਸਾਡੀ ਦਾਦੀ ਦੀ ਡੈਥ ਹੋ ਗਈ ਸੀ, ਮੌਤ ਹੋ ਗਈ ਸੀਗੀ। ਸੋ ਆਪਾਂ ਇਹਨਾਂ ਨੇ ਲਰਨ ਕੀਤਾ, ਪਰ ਸਾਡੇ ਕੋਲ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਸੋ ਇਹ ਇੱਕ ਸਾਡੇ ਲਈ ਬਹੁਤ ਹੀ ਮੈਨੂੰ ਵਧੀਆ ਲੱਗਿਆ ਕਿ ਅਸਲ ਦੇ ਵਿੱਚ ਆਪਾਂ ਨੂੰ ਆਲੇ ਦੁਆਲਾ ਦੇਖ ਕੇ ਜਿਉਣਾ ਚਾਹੀਦਾ, ਕੀ ਹੋ ਰਿਹਾ ਸਾਡੇ ਆਂਢ ਗੁਆਂਢ ਆਲੇ ਦੁਆਲੇ ਸਾਡੇ ਸਮਾਜ 'ਚ ਕੀ ਹੋ ਰਿਹਾ। ਉਸ ਤੋਂ ਜੇ ਸਿੱਖਾਂਗੇ, ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਇਹ ਸਮਾਜ ਨੂੰ ਬਹੁਤ ਵਧੀਆ ਬਣਾ ਲਵਾਂਗੇ। ਅਤੇ ਜਿਸ ਤਰ੍ਹਾਂ ਕਹਿਣ ਲੱਗੇ ਤਾਂ ਹਾਂਜੀ ਤੁਸੀਂ ਲੱਗੇ ਸੀ ਗੱਲ ਕਰਨ। ਜੀ, ਮੈਂ ਇੱਕ ਗੱਲ ਮੇਰੇ ਦਿਮਾਗ 'ਚ ਆਈ ਸੀ, ਮੈਂ ਕਿਉਂਕਿ ਇਸ ਪ੍ਰੋਸੈਸ 'ਚੋਂ ਲੰਘਦੇ ਨਾ ਹੋਰ ਬੜਾ ਕੁਝ ਸੁਣਨ ਨੂੰ ਮਿਲਿਆ ਸੀਗਾ। ਪਹਿਲਾਂ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਮਤਲਬ ਲੋਕ ਇੱਥੋਂ ਹੀ ਨਹੀਂ, ਇੰਡੀਆ 'ਚੋਂ ਵੀ ਬੱਚਾ ਅਡੋਪਟ ਕਰਕੇ ਲਿਆ ਸਕਦੇ ਸੀਗੇ ਇੰਗਲੈਂਡ ਦੇ ਵਿੱਚ। ਅਤੇ ਉਸ ਚੀਜ਼ ਨੂੰ ਕਿਉਂ ਇਹਨਾਂ ਨੇ ਬੰਦ ਕੀਤਾ, ਉਸ ਕਾਰਨ ਉਹਦਾ ਵੀ ਕਾਰਨ ਪਤਾ ਲੱਗਾ ਕਿ ਹੁਣ ਬੰਦ ਕੀਤਾ ਹੋਇਆ। ਜੀ, ਹੁਣ ਬੰਦ ਕੀਤਾ। ਮੈਨੂੰ ਅੱਜ ਪਤਾ ਲੱਗਾ, ਮੈਂ ਸੋਚਿਆ ਇਹ ਵੀ ਹੁਣ ਆਪਾਂ ਯੂਕੇ ਦੇ ਵਿੱਚੋਂ ਹੀ ਬੱਚਾ ਅਡੋਪਟ ਕਰ ਸਕਦੇ ਹਾਂ। ਜੇ ਬਾਹਰੋਂ ਲਿਆਉਣਾ ਤਾਂ ਉਹਦਾ ਬਹੁਤ ਜ਼ਿਆਦਾ ਉਲਝੇਵੇਂ ਵਾਲਾ ਅਤੇ ਬਹੁਤ ਵੱਡੇ ਖਰਚੇ ਵਾਲਾ ਕੰਮ ਆ। ਉਹਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਦੇਣਾ ਪਊਗਾ ਸਾਰਾ ਹੀ। ਬਿਲਕੁਲ, ਉਹਦਾ ਕਾਫੀ ਜ਼ਿਆਦਾ ਖਰਚਾ ਵੀ ਹੈ, ਅਤੇ ਉਹ ਬਹੁਤ ਯਾਨੀ ਉਹਦੇ ਘੱਟ ਚਾਂਸਿਸ ਹੁੰਦੇ ਵੀ ਤੁਹਾਡਾ ਉਹ ਸਕਸੈਸਫੁਲ ਹੋ ਜਾਵੇ ਤੁਹਾਡੀ ਫਾਈਲ। ਅਤੇ ਉਹਦਾ ਕਾਰਨ ਇਹ ਸੀ ਬੰਦ ਹੋਣ ਦਾ ਵੀ ਸਾਡੇ ਲੋਕਾਂ ਨੇ ਸੀ ਤਾਂ ਮਤਲਬ ਇਹੀ ਵੀ ਜੇ ਉੱਥੇ ਕੋਈ ਬੱਚਾ ਸੱਚੀ ਅਨਾਥ ਹੈ, ਜਿਹਦਾ ਕੋਈ ਵਾਲੀਵਾਸ ਹੈ ਨਹੀਂ, ਜਿਹਨੂੰ ਕੋਈ ਪਾਲਣਹਾਰਾ ਹੈ ਨਹੀਂ, ਜਿਹਨੂੰ ਕੋਈ ਰੋਟੀ ਦੇਣ ਵਾਲਾ ਹੈ ਨਹੀਂ, ਤਾਂ ਉਹਨੂੰ ਤੁਸੀਂ ਉੱਥੋਂ ਸਾਬਤ ਕਰਕੇ ਇੱਥੇ ਲਿਆ ਸਕਦੇ। ਪਰ ਸਾਡੇ ਲੋਕਾਂ ਨੇ ਕੀ ਕੀਤਾ ਵੀ ਆਪਦੇ ਭਤੀਜਿਆਂ ਨੂੰ, ਆਪਦੇ ਭਾਣਜਿਆਂ ਨੂੰ, ਦੋਹਤਿਆਂ ਨੂੰ, ਪੋਤਿਆਂ ਨੂੰ, ਜਿਹੜਾ ਵੀ ਉੱਥੇ ਉਹ ਇਸ ਤਰੀਕੇ ਨਾਲ ਨਹੀਂ ਸੀ ਆ ਸਕਦਾ, ਯਾਨੀ ਆਪਦੇ ਰਿਸ਼ਤੇਦਾਰਾਂ ਨੂੰ ਇੱਥੇ ਅਨਾਥ ਕਹਿ ਕੇ ਲਿਆਂਦਾ। ਸੋ ਜਦੋਂ ਹੌਲੀ ਹੌਲੀ ਇਹ ਗੱਲਾਂ ਖੁੱਲ੍ਹਦੀਆਂ ਅਤੇ ਉਸ ਤੋਂ ਬਾਅਦ ਕਾਨੂੰਨ ਚੇਂਜ ਹੋ ਜਾਂਦੇ, ਜਿਹੜੇ ਅਸਲੀ ਕੇਸ ਸੀਗੇ ਉਹ ਵੀ ਨਹੀਂ ਆ ਸਕੇ, ਜਿਹੜੇ ਚਾਹੁੰਦੇ ਸੀ ਲੋਕ। ਜੀ ਹਾਂ, ਤਾਂ ਉਹਦੇ ਕਾਰਨ ਮਤਲਬ ਇਹ ਪਿਛਲੇ ਕਈ ਸਾਲਾਂ ਤੋਂ ਹੁਣ ਇਹ ਸੀਗਾ ਕਿ ਤੁਸੀਂ ਯੂਕੇ ਦੇ ਵਿੱਚੋਂ ਹੀ ਕਰ ਸਕਦੇ ਹੋ। ਉਹਦੇ ਵਿੱਚ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਪ੍ਰੋਸੈਸ ਜਿਹੜਾ ਹੈਗਾ ਪਹਿਲਾਂ ਜ਼ਿਆਦਾ ਇਹਨਾਂ ਉਲਝੇਵੇਂ ਵਾਲਾ ਨਹੀਂ ਸੀ, ਇਹਨਾਂ ਲੈਂਥੀ ਨਹੀਂ ਸੀਗਾ, ਅਤੇ ਬਾਅਦ ਦੇ ਵਿੱਚ ਉਹ ਵੀ ਇਹਨਾਂ ਨੂੰ ਇੱਕ ਕਾਰਨ ਕਰਕੇ, ਉਹ ਇਹਨਾਂ ਦੇ ਤਜਰਬਿਆਂ ਕਰਕੇ ਕਾਨੂੰਨ ਚੇਂਜ ਕਰਨੇ ਪਏ, ਸਾਰਾ ਹੋਇਆ। ਅਤੇ ਸੋ ਇਸ ਕਰਕੇ ਮਤਲਬ ਇਹ ਤਾਂ ਇੱਕ ਜੇ ਤੁਸੀਂ ਦਿਲੋਂ ਤੁਹਾਡੀ ਕਮਿਟਮੈਂਟ ਹੈ, ਮਤਲਬ ਜੇ ਚਾਹੁੰਦੇ ਹੋ ਵੀ ਹਾਂ ਅਸੀਂ ਇਹ ਕਰਨਾ, ਬੇਸ਼ੱਕ ਤੁਹਾਡੇ ਆਪਣੀ ਨਹੀਂ ਵੀ ਔਲਾਦ ਹੈਗੀ, ਜੇ ਹੈ ਵੀ ਹੈ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਬੜੇ ਉੱਥੇ ਮਾਪੇ ਮਿਲੇ ਆ ਜਿਨ੍ਹਾਂ ਦੇ ਆਪਣੇ 3-3 4-4 ਬੱਚੇ ਸੀ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਇੱਥੇ ਦੇਣੀ ਚਾਹੂੰਗਾ, ਸਾਡੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਪਰ ਮੈਂ ਪਿੱਛੇ ਜੇ ਮੈਂ ਅਮਰੀਕਾ ਗਿਆ ਸੀ, ਸ਼ਿਕਾਗੋ, ਉੱਥੇ ਇੱਕ ਸਾਹਿਤਕ ਪ੍ਰੋਗਰਾਮ ਸੀਗਾ, ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ। ਉੱਥੇ ਅਮਰੀਕਾ ਦੇ ਜਿਹੜੇ ਕਾਨੂੰਨ ਆ, ਵੈਰੀ ਗੱਲ ਆ ਵੀ ਹਰੇਕ ਮੁਲਕ ਦੇ ਆਪੋ ਆਪਣੇ ਕਾਨੂੰਨ ਹੈ, ਉੱਥੇ ਦੇਸ਼ ਤੋਂ ਬਾਹਰੋਂ ਵੀ ਅਡੋਪਟ ਕਰ ਸਕਦਾ ਬੱਚਾ। ਤਾਂ ਉੱਥੇ ਇੱਕ ਗੁਰਸਿੱਖ ਫੈਮਿਲੀ ਹੈ, ਉਹਨਾਂ ਦੇ ਬਾਰੇ ਮੈਨੂੰ ਪਤਾ ਲੱਗਿਆ ਜਦੋਂ ਮੈਂ ਜਿੱਥੇ ਮੈਂ ਗਿਆ ਸੀ ਤਾਂ ਆਹੀ ਗੱਲ ਚੱਲ ਰਹੀ ਸੀ ਜਿਵੇਂ ਆਪਾਂ ਹੁਣ ਕਰ ਰਹੇ ਹਾਂ ਚਰਚਾ। ਉੱਥੇ ਗੁਰਸਿੱਖ ਫੈਮਿਲੀ ਹੈ, ਉਹ ਪਰਿਵਾਰ ਦੇ ਵਿੱਚ ਜਾਣੀ ਮਾਂ ਪਿਓ ਆ, ਉਹਨਾਂ ਦੇ 3 ਬੱਚੇ ਹੈ, ਔਰ ਸਾਰੇ ਦੇ ਸਾਰੇ ਗੁਰਸਿੱਖ ਹੈ, ਅੰਮ੍ਰਿਤਧਾਰੀ ਨੇ।
ਉਹਨਾਂ ਦੇ ਮਨ 'ਚ ਇੱਛਾ ਸੀ ਵੀ ਅਸੀਂ ਇੱਕ ਬੱਚਾ ਅਡਾਪਟ ਕਰਨਾ। ਹਾਲਾਂਕਿ ਆਪਣੇ 3 ਬੱਚੇ ਉਹਨਾਂ ਦੇ, ਠੀਕ ਹੈ ਜੀ। ਅੱਛਾ। ਤਾਂ ਉਹਨਾਂ ਨੇ ਬੱਚਾ ਵੀ ਇਹ ਦੇਖਿਆ ਵੀ ਕੋਈ ਇੱਥੋਂ ਨਹੀਂ, ਉਹਨਾਂ ਨੇ ਚਾਈਨਾ ਤੋਂ ਅਡਾਪਟ ਕਰਨ ਦੀ ਇੱਛਾ ਜ਼ਾਹਰ ਕੀਤੀ ਵੀ ਚਾਈਨੀਜ਼ ਬੱਚਾ ਅਸੀਂ ਪਾਲਣਾ ਜੀ, ਤਾਂ ਲਿਆਉਣਾ ਵੀ ਚਾਈਨਾ 'ਚੋਂ। ਤਾਂ ਉਹਨਾਂ ਨੇ ਜੀ ਉੱਥੋਂ ਉਹ ਮਤਲਬ ਇੱਕ ਬੱਚਾ ਜਿਵੇਂ ਉੱਥੇ ਸੋਸ਼ਲੀ ਕੰਟੈਕਟ ਕੀਤੇ, ਤਾਂ ਕੋਈ ਬੱਚਾ ਉਹਨਾਂ ਦੇ ਨਾਲ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ, ਤਾਂ ਉਹਨਾਂ ਨੇ ਕੈਮਰੇ ਦੇ ਉੱਤੇ ਉਹਦੇ ਨਾਲ ਗੱਲਬਾਤ ਕਰਦੇ ਸੀ, ਉਹਦੇ ਨਾਲ ਮਤਲਬ ਵਾਰਤਾਲਾਪ ਕਰਦੇ ਸੀ, ਬੱਚੇ ਨੂੰ ਦੇਖਦੇ ਸੀ। ਅਤੇ ਜਦੋਂ ਸਾਰਾ ਉਹਨਾਂ ਨੇ ਉਹਦੀ ਫਾਈਲ ਪਾਸ ਕਰਵਾ ਕੇ, ਤਾਂ ਉਹ ਅਮਰੀਕਨ ਗੌਰਮੈਂਟ ਤੋਂ ਜਿਹੜੀ ਸਾਰੀ ਮੋਹਰ ਲਵਾ ਕੇ ਵੀ ਫਿਰ ਬੱਚੇ ਨੂੰ ਲੈਣ ਗਏ ਉਹ ਚਾਈਨਾ। ਉੱਥੇ ਜਾ ਕੇ ਜਦੋਂ ਪਤਾ ਲੱਗਿਆ ਵੀ ਉਹ ਕੁੜੀ ਜਿਹੜੀ ਸੀ, ਉਹ ਬੱਚੀ ਉਹ ਮੈਂਟਲੀ ਰਿਟਾਰਡਡ ਸੀ, ਯਾਨੀ ਉਹ ਜਿਹੜੀ ਲਰਨਿੰਗ ਡਿਸੇਬਿਲਿਟੀ ਹੁੰਦੀ ਨਾ ਜੀ, ਉਹ ਲਰਨਿੰਗ ਡਿਸੇਬਿਲਿਟੀ ਜਿਹਨੂੰ ਆਪਾਂ ਕਹਿੰਦੇ ਜਿਹੜੇ ਰਿਟਾਰਡਡ ਹੁੰਦੇ ਬੱਚੇ ਡੈਮੇਜ ਹੁੰਦਾ ਨੈਚੁਰਲੀ ਹੁੰਦਾ, ਜਾਂ ਬਚਪਨ 'ਚ ਮਾਂ ਦੇ ਗਰਭ ਦੇ ਵਿੱਚ ਪੇਟ ਦੇ ਵਿੱਚ ਬੱਚਾ ਡੈਮੇਜ ਹੋ ਜਾਂਦਾ ਕਈ ਵਾਰ। ਹਾਂਜੀ। ਅਤੇ ਮਤਲਬ ਹੁਣ ਤੁਸੀਂ ਇੱਥੇ ਦੇਖੋ, ਇਹ ਇਨਸਾਨੀਅਤ ਹੁਣ ਇੱਥੇ ਸਾਬਤ ਹੁੰਦੀ ਵੀ ਸੱਚੀ ਉਹ ਕੀ ਇਨਸਾਨ ਸੀਗੇ, ਜੇ ਉਹਨਾਂ ਨੇ ਬਾਬੇ ਨਾਨਕ ਦੇ ਸਿੱਖਿਆਵਾਂ 'ਤੇ ਚੱਲੇ ਜਾਂ ਆਪਣੇ ਅੰਦਰਲੀ ਗੱਲ ਸੁਣੀ, ਤਾਂ ਉਹ ਉੱਥੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਪਿੱਛੇ ਨਹੀਂ ਮੁੜੇ। ਉਹਨਾਂ ਨੇ ਇਹ ਨਹੀਂ ਕਿਹਾ ਵੀ ਨਹੀਂ ਹਾਂ ਵੀ ਅਸੀਂ ਫੈਸਲਾ ਨਹੀਂ ਬਦਲਣਾ, ਉਹ ਕਹਿੰਦੇ ਫੈਸਲਾ ਨਹੀਂ ਬਦਲਣਾ, ਇਹ ਤਾਂ ਜਿਵੇਂ ਹੋ ਗਿਆ, ਠੀਕ ਹੈ ਜੀ। ਤਾਂ ਉਹ ਉਸ ਬੱਚੀ ਨੂੰ ਲੈ ਕੇ ਆਏ, ਤਾਂ ਹੁਣ ਉਹ ਬੱਚੀ ਅਡਲਟ ਹੋ ਗਈ ਹੈ। ਉੱਥੇ ਮੈਂ ਦੇਖੀ ਉਹ ਕੁੜੀ ਹੈ ਨਾ, ਤਾਂ ਮਤਲਬ ਹੁਣ 18-19 ਸਾਲ ਦੀ ਕੁੜੀ ਹੈ, ਪਰ ਉਹ ਆਪ ਨਹੀਂ ਸੰਭਾਲਦੀ ਹੁਣ। ਹਾਂ, ਉਹ ਤਿੰਨੇ ਉਹਦੇ ਜਿਹੜੇ ਭਰਾ ਨੇ ਜਾਂ ਉਹਦੇ ਮਾਂ ਪਿਓ ਨੇ ਕੁੜੀ ਦੇ, ਉਹ ਇੰਨਾ ਕੁ ਉਹਦਾ ਖਿਆਲ ਰੱਖਦੇ, ਉਹ ਸਾਰੀ ਕਮਿਊਨਿਟੀ ਦਾ ਇੰਨਾ ਖਿਆਲ ਰੱਖਦੀ ਵੀ ਮਤਲਬ ਇੱਕ ਬੜੀ ਵੱਖਰੀ ਇੱਕ ਐਗਜ਼ਾਮਪਲ ਜਿਹੜੀ ਉਹਨਾਂ ਨੇ ਸੈੱਟ ਕੀਤੀ ਹੈ। ਸੋ ਇਸ ਤਰ੍ਹਾਂ ਦੇ ਲੋਕ ਪਏ ਦੁਨੀਆ 'ਤੇ। ਮਤਲਬ ਕਿ ਦੋਸਤੋ, ਜਦੋਂ ਤੁਹਾਡੇ ਅੰਦਰ ਇਨਸਾਨੀਅਤ ਜਾਗਦੀ ਆ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਤੁਸੀਂ ਆਪਣਾ ਸਮਾਂ, ਆਪਣਾ ਪੈਸਾ ਸਾਰਾ ਇਨਸਾਨੀਅਤ 'ਤੇ ਲਾ ਸਕਦੇ ਹੋ। ਤੁਸੀਂ ਇਨਸਾਨੀਅਤ ਲਈ ਜਾਨ ਵੀ ਦੇ ਸਕਦੇ ਹੋ। ਇਹ ਇੱਕ ਸੋਚ ਸੀ ਵੀ ਭਗਤ ਸਿੰਘ ਹੋਣਾ ਨੇ, ਸਾਥੀਆਂ ਨੇ, ਗਦਰੀ ਬਾਬਿਆਂ ਨੇ, ਅਤੇ ਜਾਂ ਹੋਰ ਲੋਕਾਂ ਨੇ, ਅਤੇ ਜਾਂ ਅੱਜ ਸਮਾਜ ਦੇ ਵਿੱਚ ਜਿਹੜੇ ਲੋਕ ਹੈ, ਜਿਵੇਂ ਆਪਣੇ ਅੰਮ੍ਰਿਤਸਰ ਦੇ ਵਿੱਚ ਆਪਣੇ ਉਹ ਨਾਮ ਨੂੰ ਭੁੱਲ ਜਾਂਦਾ ਬਜ਼ੁਰਗਾਂ ਦਾ, ਜਿਹਨੇ ਆਸ਼ਰਮ ਚਲਾਇਆ ਜਿੱਥੇ ਉਹ ਪੌੜੀਆਂ ਦਾ, ਆਪਾਂ ਪੂਰਨ ਸਿੰਘ ਜੀ, ਉਹਨਾਂ ਦੀ ਇੱਕ ਸੋਚ ਇਹ ਹੁੰਦੀ ਹੈ ਬੰਦੇ ਦੀ, ਜਦੋਂ ਉਹਦੇ ਅੰਦਰ ਇਹ ਦਇਆ ਆਉਣੀ ਚਾਹੀਦੀ ਆ, ਉਹਨੂੰ ਪੜ੍ਹਨਾ ਪੈਂਦਾ, ਕਿਸ ਤਰ੍ਹਾਂ ਇਸ ਪਾਸੇ ਨੂੰ ਲੈ ਆਇਆ ਜਾਵੇ। ਆਪਾਂ ਨੂੰ ਇਹ ਗੱਲ ਨੂੰ ਰੱਖ ਕੇ ਆਪਣੇ ਬੱਚਿਆਂ ਨੂੰ ਪਾਲਣਾ ਚਾਹੀਦਾ ਕਿ ਬੰਦਾ ਇਹ ਇਨਸਾਨ ਬਣੇ, ਪਹਿਲਾਂ ਇਹਦੇ 'ਚ ਦਇਆ ਜ਼ਰੂਰ ਹੋਣੀ ਚਾਹੀਦੀ ਆ, ਮਨੁੱਖਤਾ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਇਹ ਇੱਕ ਜਿੱਥੇ ਅਸੀਂ ਬੱਚਿਆਂ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ, ਡਾਕਟਰ ਬਣਾਉਣਾ ਚਾਹੁੰਦੇ ਹਾਂ, ਜਾਂ ਹੋਰ ਵੱਡੇ ਉਹਨਾਂ ਨੂੰ ਲੀਡਰ ਬਣਾਉਣਾ ਚਾਹੁੰਦੇ ਹਾਂ, ਜਾਂ ਬਿਜ਼ਨਸਮੈਨ ਬਣਾਉਣਾ ਚਾਹੁੰਦੇ ਹਾਂ, ਉਸ ਦੇ ਨਾਲ ਸਾਨੂੰ ਉਹਦੇ ਅੰਦਰ ਇੱਕ ਇਨਸਾਨੀਅਤ ਵੀ ਜ਼ਰੂਰ ਬਣਨੀ ਚਾਹੀਦੀ ਕਿ ਭਾਈ ਪੁੱਤ, ਇਹ ਜਿਹੜਾ ਕਿਸੇ ਦਾ ਬੱਚਾ ਆ, ਜਿਹੜਾ ਮਨੁੱਖ ਆ, ਜੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਸਾਡਾ ਨਜ਼ਰੀਆ, ਸਾਡਾ ਸੋਚਣ ਦਾ ਤਰੀਕਾ ਇਹ ਬਣ ਜਾਊਗਾ ਕਿ ਅਸੀਂ ਦੂਸਰਿਆਂ ਨੂੰ, ਇੱਕ ਬੱਚੇ ਨੂੰ ਇਹ ਦੇਖੀਏ ਕਿ ਇਹ ਮਾਂ ਦਾ ਪੁੱਤ ਆ, ਇਹ ਕਿਸੇ ਦਾਦੀ ਦਾ ਪੋਤਾ ਆ, ਇਹ ਕਿਸੇ ਭੈਣ ਦਾ ਭਰਾ ਆ। ਇੱਕ ਵੱਡੇ ਆਦਮੀ ਦੇਖਦੇ ਹਾਂ, ਆਪਾਂ ਇਹ ਸੋਚ ਸਕਦੇ ਹਾਂ ਕਿ ਇਹ ਭਾਈ ਇਹ ਕਿਸੇ ਬੱਚੇ ਦਾ ਬਾਪ ਹੈ, ਇਹ ਕਿਸੇ ਔਰਤ ਦਾ ਖਾਵੰਦ ਹੈ, ਉਹਦਾ ਪਤੀ ਹੈ। ਅਸੀਂ ਇਸ ਤਰ੍ਹਾਂ ਜੋ ਦੇਖਣ ਲੱਗਾਂਗੇ ਨਾ ਕਿਸੇ ਨੂੰ, ਤਾਂ ਅਸੀਂ ਕਦੇ ਵੀ ਉਸ ਨੂੰ ਮਾਰਾਂਗੇ ਨਹੀਂ, ਗੋਲੀਆਂ ਨਹੀਂ ਚਲਾਵਾਂਗੇ, ਉਹਨੂੰ ਚਾਕੂ ਨਹੀਂ ਮਾਰਾਂਗੇ, ਉਹਨੂੰ ਲੁੱਟਾਂਗੇ ਨਹੀਂ, ਉਹਦੀ ਕਿਸੇ ਕਿਸਮ ਦੀ ਵੀ ਅਸੀਂ ਐਕਸਪਲੋਇਟੇਸ਼ਨ, ਉਹਦੀ ਜਿਹੜੀ ਹੈ ਲੁੱਟ ਖੋਹ ਨਹੀਂ ਕਰਾਂਗੇ। ਪਰ ਅਸੀਂ ਆਪਣੇ ਸਮਾਜ ਅਸੀਂ ਜਿਹੜਾ ਬਣਾਇਆ ਹੋਇਆ, ਇਹਦੇ ਵਿੱਚ ਮੈਂ ਜਿਹੜਾ ਆਮ ਮਨੁੱਖ ਆ ਉਹਨੂੰ ਜ਼ਿੰਮੇਵਾਰ ਨਹੀਂ ਸਮਝਦਾ। ਇਹ ਇੱਕ ਜਿਹੜਾ ਸਾਡਾ ਸਿਸਟਮ ਹੈ, ਜਿਹਨੂੰ ਅਸੀਂ ਸਰਮਾਏਦਾਰੀ ਸਿਸਟਮ ਕਹਿੰਦੇ ਹਾਂ, ਉਹਦੇ ਵਿੱਚ ਮਨੁੱਖਾਂ ਨੂੰ ਸਿਰਫ ਅਤੇ ਸਿਰਫ ਪ੍ਰੋਫਿਟ ਨੂੰ ਮੁੱਖ ਰੱਖ ਕੇ ਇਹ ਸਮਾਜ ਚੱਲਦਾ। ਤੁਸੀਂ ਦੇਖਿਆ ਹੋਣਾ ਸਾਰੇ ਪਾਸੇ ਕਿੰਨਾ ਕੁਛ ਹੁੰਦਾ ਪਿਆ, ਵੀ ਜਿਹੜਾ ਸਿਰਫ ਅਤੇ ਸਿਰਫ ਉਹਨਾਂ ਦਾ ਮਤਲਬ ਅਫਰੀਕਾ ਦੇ ਵਿੱਚ ਕਾਲ ਪੈ ਜਾਣ, ਕਿਸੇ ਕੁਛ ਹੋ ਜਾਵੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਜਿਹੜੀ ਅੱਗੇ ਵੀ ਕਹਿੰਦੇ ਨੇ ਕਿ ਬੰਗਾਲ ਦਾ ਕਾਲ ਜਿਹੜਾ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ, ਜਿਹੜਾ 1942 ਦੇ ਕਰੀਬ, ਉਦੋਂ ਇੰਡੀਆ ਦੇ ਵਿੱਚੋਂ ਸਮਾਨ ਚੱਕ ਕੇ ਕਾਲ ਪਏ ਦੇ ਬਾਵਜੂਦ ਹੀ ਆਪਣੇ ਚਰਚਿਲ ਨੇ ਲਿਆ ਕੇ ਆਪਣੀ ਜਿਹੜੀਆਂ ਬਾਰਡਰਾਂ ਦੇ ਉੱਤੇ ਯੂਰਪ ਦੇ ਵਿੱਚ ਫੌਜਾਂ ਬੈਠੀਆਂ ਸੀ, ਉਹਨੂੰ ਲਿਆ ਕੇ ਦੇ ਦਿੱਤਾ ਸੀਗਾ। ਸੋ ਇਹ ਸਿਸਟਮ ਇਸ ਤਰ੍ਹਾਂ ਦਾ ਨਹੀਂ ਚਾਹੀਦਾ। ਸਿਸਟਮ ਉਹ ਚਾਹੀਦਾ ਜਿਹੜਾ ਸਾਡੇ ਗੁਰੂ ਨਾਨਕ ਦੇਵ ਜੀ ਨੇ, ਸਾਡੇ ਗੁਰੂ ਰਵਿਦਾਸ ਜੀ ਨੇ, ਗੁਰੂ ਭਗਤ ਕਬੀਰ ਜੀ ਕਹੋ, ਜਿਸ ਤਰ੍ਹਾਂ ਤੁਸੀਂ ਠੀਕ ਦਾ ਮਾਫ ਕਰਨਾ, ਵੀ ਉਹਨਾਂ ਨੇ ਜੋ ਕੁਛ ਸਾਨੂੰ ਦਿੱਤਾ ਸੀਗਾ, ਜਾਂ ਅੱਜ ਦਾ ਜਾਂ ਭਗਤ ਸਿੰਘ ਉਹਨਾਂ ਨੇ ਜੋ ਕੁਛ ਸਾਨੂੰ ਦਿੱਤਾ, ਗਦਰੀ ਬਾਬਿਆਂ ਨੇ ਜੋ ਕਿਹਾ, ਜਿਹਨਾਂ ਨੇ ਜਾਨਾਂ ਦਿੱਤੀਆਂ, ਉਸ ਤਰ੍ਹਾਂ ਦਾ ਸਮਾਜ ਸਾਨੂੰ ਬਣਾਉਣਾ ਚਾਹੀਦਾ ਆ ਕਿ ਅਸੀਂ ਦੂਸਰਿਆਂ ਲਈ ਜੀਏ, ਆਪਣੇ ਲਈ ਨਹੀਂ, ਦੂਸਰਿਆਂ ਲਈ ਜੀਏ। ਅਤੇ ਜਿਸ ਦੇ ਵਿੱਚੋਂ ਇੱਕ ਜਿਹੜੀ ਸਾਡੇ ਸਾਹਮਣੇ ਮੇਰੇ ਵੀਰ ਐਗਜ਼ਾਮਪਲ ਬੈਠੇ ਨੇ, ਇਹਨਾਂ ਦਾ ਧੰਨ ਹੈ ਇਹਨਾਂ ਨੂੰ, ਅਤੇ ਜਿਹੜੇ ਸਾਨੂੰ ਇਸ ਤਰ੍ਹਾਂ ਦੇ ਮਨੁੱਖ ਬਣਨਾ ਚਾਹੀਦਾ ਆ। ਅਤੇ ਤੁਸੀਂ ਆਪਣੇ
ਜਿਹੜੀ ਗੱਲ ਆ ਟਾਈਮ ਵੀ ਥੋੜ੍ਹਾ ਕੋਈ ਫਿਰ ਵੀ 6 ਮਿੰਟ ਹੈ ਵੀ ਜਿਸ ਤਰ੍ਹਾਂ ਹੁਣ ਬੱਚਾ ਆਪਾਂ ਲੈ ਆਂਦਾ ਉਸ ਦੇ ਚਲੋ ਆਪਾਂ ਬਹੁਤ ਜ਼ਰੂਰੀ ਕਿੰਨਾ ਕੁਛ ਆ ਜਿਹੜਾ ਮਨੁੱਖ ਲਈ ਜ਼ਰੂਰੀ ਆ ਅਤੇ ਜਿਵੇਂ ਮਨੁੱਖ ਦੀ ਜਦੋਂ ਬੱਚਾ ਜਵਾਨ ਹੋ ਗਿਆ 17-18 ਸਾਲਾਂ ਦਾ ਹੋ ਗਿਆ ਜ਼ਿਆਦਾ ਹੋ ਗਿਆ ਅਤੇ ਉਹਦੀ ਤੀਬਰ ਇੱਛਾ ਹੁੰਦੀ ਕਿ ਮੇਰੇ ਮਾਂ ਬਾਪ ਕੌਣ ਨੇ ਹੈ ਨਾ ਉਹ ਜਾਣਨਾ ਚਾਹੁੰਦਾ ਅਤੇ ਉਹਦਾ ਕੁਛ ਵੀ ਪਤਾ ਨਹੀਂ ਲੱਗਦਾ ਵੀ ਕਿਉਂਕਿ ਉੱਧਰੋਂ ਦਾ ਰਿਕਾਰਡ ਉਹਨਾਂ ਨੇ ਡਿਸਟਰੋਏ ਤਾਂ ਨਹੀਂ ਮੇਰੇ ਕਰਦੇ ਹੋਣੇ ਉਹ ਪਰ ਸਾਂਭ ਕੇ ਪਾਸੇ ਬਹੁਤ ਕੰਡੀਸ਼ਨਲ ਸਰਕਮਸਟਾਂਸ 'ਚ ਉਹ ਰੱਖਦੇ ਹੋਣਗੇ ਅਤੇ ਜਾਂ ਬੱਚਾ ਕਹੇ ਮੈਂ ਆਪਣੇ ਮਾਂ ਬਾਪ ਨੂੰ ਮਿਲਣਾ ਆ ਅਤੇ ਜਾਂ ਮਾਂ ਬਾਪ ਕਿਸੇ ਤਰ੍ਹਾਂ ਫਾਈਂਡ ਆਊਟ ਕਰ ਲੈਣ ਵੀ ਆ ਬੱਚਾ ਸਾਡਾ ਉੱਥੇ ਆ ਅਤੇ ਉਹ ਜਿਹੜੇ ਹਾਲਾਤ ਬਣਨਗੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ ਹੈ? ਨਹੀਂ ਅਸਲ 'ਚ ਹੁਣ ਇਹ ਰਿਕਾਰਡ ਨਹੀਂ ਸੀਲ ਨਹੀਂ ਕਰਦੇ ਨਾ ਡਿਸਟਰੋਏ ਕਰਦੇ ਹੁਣ ਇਹ ਉਹ ਜਿਹੜੀ ਫਾਈਲ ਆ ਉਹ ਜਿਹੜੇ ਅਡੋਪਟ ਕਰਦੇ ਪੇਰੈਂਟਸ ਉਹਨਾਂ ਦੇ ਸਪੁਰਦ ਕਰ ਦਿੰਦੇ ਆ ਵੀ ਆਹ ਜਿਹੜੀ ਬੱਚੇ ਦੀ ਸਾਰੀ ਜਾਣਕਾਰੀ ਆ ਉਹਦੇ ਬਰਥ ਤੋਂ ਪਹਿਲੇ ਦਿਨ ਤੋਂ ਲੈ ਕੇ ਉਹਦੇ ਜਿਹੜੇ ਬਰਥ ਮਾਂ ਪਿਓ ਹੈਗੇ ਆ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਦੀਆਂ ਫੋਟੋਆਂ ਵੀ ਠੀਕ ਹੈ ਜੀ ਉਹ ਫਾਈਲ ਦੇ ਵਿੱਚ ਇੱਕ ਬੜੀ ਸੋਹਣੀ ਉਹਨੂੰ ਡਿਕਟੇਸ਼ਨ ਦੇ ਕੇ ਇਕੱਲੇ ਉਹਦੀ ਹਰ ਇੱਕ ਚੀਜ਼ ਐਕਸਪਲੇਨ ਕਰਕੇ ਬਹੁਤ ਵਧੀਆ ਗੱਲ ਹੈ ਉਹ ਤੁਹਾਨੂੰ ਉਹਨਾਂ ਨੇ ਦੇ ਦੇਣੀ ਜਿਹੜੇ ਮਾਂ ਪਿਓ ਨੇ ਅਡੋਪਟ ਕਰਨਾ ਉਹਨਾਂ ਦੇ ਕੋਲ ਫਾਈਲ ਸਾਡੇ ਕੋਲ ਪਈ ਹੈ ਫਾਈਲ ਉਹਨਾਂ ਨੇ ਮਤਲਬ ਹੁਣ ਕੋਈ ਇਸ ਤਰ੍ਹਾਂ ਦਾ ਕੋਈ ਰਿਕਾਰਡ ਜਾਂ ਉਹ ਰੋਕਦੇ ਨਹੀਂ ਨਾ ਉਹ ਸੀਲ ਕਰਦੇ ਉਹ ਸਗੋਂ ਮਾਂ ਪਿਓ ਨੂੰ ਜਿਹੜੇ ਅਡੋਪਟ ਕਰਦੇ ਨੇ ਉਹਨਾਂ ਨੂੰ ਇਹ ਮਤਲਬ ਇਹ ਉਤਸ਼ਾਹਿਤ ਕਰਦੇ ਆ ਵੀ ਤੁਸੀਂ ਮੌਕਾ ਪਾ ਕੇ ਜਦੋਂ ਵੀ ਤੁਹਾਨੂੰ ਲੱਗੇ ਵੀ ਬੱਚਾ ਸਮਝਦਾਰ ਆ ਹੁਣ ਜਾਂ ਉਹਦੀ ਕੋਈ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨੂੰ ਦੱਸਣਾ ਹੌਲੀ ਸ਼ੁਰੂ ਕਰ ਦਿਓ ਵੀ ਤੂੰ ਭਾਈ ਬੇਸ਼ੱਕ ਇੱਥੇ ਨਹੀਂ ਜੰਮਿਆ ਉਹਦਾ ਮਨੁੱਖੀ ਅਧਿਕਾਰ ਹੈ ਹਾਂ ਬਿਲਕੁਲ ਬੱਚੇ ਦਾ ਵੀ ਤੂੰ ਭਾਵੇਂ ਇੱਥੇ ਨਹੀਂ ਜੰਮਿਆ ਪਰ ਤੂੰ ਸਾਡਾ ਕੁਦਰਤ ਨੇ ਤੈਨੂੰ ਸਾਡੇ ਵਾਸਤੇ ਪੈਦਾ ਕੀਤਾ ਤੂੰ ਸਾਡੇ ਕੋਲ ਆ ਗਿਆ ਅਤੇ ਤੇਰੀ ਜਿਹੜੀ ਟੰਮੀ ਮੰਮੀ ਹੈ ਉਹ ਕੋਈ ਹੋਰ ਹੈ ਜਿਹੜਾ ਤੇਰਾ ਮਤਲਬ ਅੱਜ ਮੰਮੀ ਹੈ ਜਿਹੜੀ ਸਾਡੇ ਹਾਂ ਵੀ ਲੋਕਾਂ ਦੀ ਤਾਂ ਇੱਕ ਮੰਮੀ ਤੇਰੀਆਂ 2 ਮੰਮੀਆਂ ਮਤਲਬ ਇਸ ਤਰ੍ਹਾਂ ਦੇ ਬੜੇ ਸੋਹਣੇ ਪਿਆਰੇ ਵਾਕ ਉਹਦੇ ਵਿੱਚ ਲਿਖੇ ਹੁੰਦੇ ਆ ਅਤੇ ਤੁਸੀਂ ਆਪਣੇ ਤਰੀਕੇ ਦੇ ਨਾਲ ਬੱਚੇ ਨੂੰ ਬੜੇ ਪਿਆਰ ਨਾਲ ਹੌਲੀ ਜਦੋਂ ਤੁਹਾਨੂੰ ਠੀਕ ਮੌਕਾ ਲੱਗਦਾ ਤਾਂ ਤੁਸੀਂ ਉਹਨੂੰ ਦੱਸਣਾ ਹੁੰਦਾ ਯਾਨੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਉਹਨੂੰ ਕਿਵੇਂ ਦੱਸਦੇ ਵੀ ਤਾਂ ਕਿ ਇੱਕਦਮ ਬੱਚੇ ਦੇ ਉੱਤੇ ਕੋਈ ਬਿਜਲੀ ਨਾ ਡਿੱਗੇ ਵੀ ਇਸ ਤਰ੍ਹਾਂ ਦੀ ਕੋਈ ਸ਼ੌਕ ਉਹਨੂੰ ਝਟਕਾ ਨਾ ਲੱਗੇ ਵੀ ਮੇਰੇ ਨਾਲ ਕੀ ਹੋਇਆ ਮੈਂ ਕੌਣ ਹੈ ਤਾਂ ਸੋ ਇਹਦੀ ਆਇਡੈਂਟੀਟੀ ਹੈ ਬੱਚੇ ਦੀ ਉਹਦਾ ਰਾਈਟ ਹੈ ਉਹਦਾ ਹੱਕ ਹੈ। ਦੋਸਤੋ ਸਾਡਾ ਅੱਜ ਜਿਹੜਾ ਗੱਲਬਾਤ ਕਰਨੇ ਦਾ ਮਕਸਦ ਸੀਗਾ ਇਹ ਹੈ ਕਿ ਅਸੀਂ ਚੰਗੇ ਇਨਸਾਨ ਕਿਸ ਤਰ੍ਹਾਂ ਬਣੀਏ ਅਤੇ ਦੂਸਰੇ ਇਨਸਾਨਾਂ ਲਈ ਇੱਕ ਤਾਂ ਵੱਡੇ ਇਨਸਾਨ ਨੇ ਉਹਨਾਂ ਨੂੰ ਕਿੱਦਾਂ ਮਿਲਣਾ ਵਰਤਣਾ ਆ ਜਿਹੜੇ ਅਡਲਟ ਨੇ ਵਿਅਸਕ ਨੇ ਅਤੇ ਬਾਲਿਗ ਨੇ ਉਸ ਤੋਂ ਜਿਹੜਾ ਸਭ ਤੋਂ ਜ਼ਰੂਰੀ ਆ ਕਿ ਜਿਹੜੇ ਬੱਚੇ ਉਹ ਫੁੱਲ ਨੇ ਕਲੀਆਂ ਨੇ ਜਿਹੜੇ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਮਿਲਣਾ ਵਰਤਣਾ ਆ ਉਹਨਾਂ ਨੂੰ ਕਿਸ ਤਰ੍ਹਾਂ ਕਿਉਂਕਿ ਉਹਨਾਂ ਨਾਲੇ ਇਸ ਜਹਾਨ ਨੇ ਵਧਣਾ ਆ ਕਿ ਜਿਹੜਾ ਬੱਚੇ ਆ ਜੇ ਹੁਣ ਅਸੀਂ ਉਹਨਾਂ ਨੂੰ ਮੁਰਝਾਉਣ ਦੇ ਦਿੱਤਾ ਤਾਂ ਜਿਹੜੀ ਫੁਲਵਾੜੀ ਹੈ ਸਾਰੀ ਇਹ ਮੁਰਝਾ ਜਾਊਗੀ ਇਹ ਖਿਆਲ ਰੱਖਣਾ ਚਾਹੀਦਾ ਸਾਨੂੰ ਕਿ ਅਸੀਂ ਫਿਰ ਉਸ ਤੋਂ ਮਗਰੋਂ ਦੇਖੋ ਇਹਨਾਂ ਇਸ ਮੁਲਕਾਂ ਨੇ ਕਿਸ ਤਰ੍ਹਾਂ ਉਹ ਪਿਛਲੇ ਸਾਲਾਂ ਦੇ ਵਿੱਚ ਸਿੱਖਿਆ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਮਿਸਟੇਕ ਕੀਤੀਆਂ ਉਸ ਨੂੰ ਅੱਗੇ ਕਿਸ ਤਰ੍ਹਾਂ ਬਚਾਇਆ ਜਾ ਕਿ ਅੱਜ ਇੱਕ ਜ਼ਮਾਨਾ ਇਹ ਸੀ ਕਿ ਪਤਾ ਨਹੀਂ ਸੀ ਲੱਗਦਾ ਉਹਦੇ ਜਿਹੜਾ ਰਿਕਾਰਡ ਸੀ ਜਲਾ ਦਿੰਦੇ ਸੀ ਸੁੱਟ ਦਿੰਦੇ ਸੀ ਪਰ ਅੱਜ ਉਹਨਾਂ ਨੇ ਕੀਤਾ ਨਹੀਂ ਉਹਦਾ ਬੱਚੇ ਦਾ ਇਹ ਵੀ ਹੱਕ ਬਣਦਾ ਬਹੁਤ ਵਧੀਆ ਲੱਗਿਆ ਮੈਨੂੰ ਕਿ ਉਹ ਗੱਲ ਦਾ ਆ ਗਈ ਹੈ ਜੋ ਬੱਚਾ ਚਾਹਵੇ ਕੱਲ੍ਹ ਨੂੰ ਅਤੇ ਉਹ ਆਪਣੇ ਮਾਂ ਬਾਪ ਨੂੰ ਵੀ ਲੱਭ ਸਕਦਾ ਜੇ ਇੱਥੇ ਰਹਿੰਦਾ ਪਰ ਇਹ ਨਾ ਸੋਚਿਓ ਕਿ ਬੱਚਾ ਜਦੋਂ ਆਪਾਂ ਕਈ ਵਾਰ ਸਾਨੂੰ ਖਿਆਲ ਆਉਂਦਾ ਹੋਊਗਾ ਯਾਰ ਜੇ ਸਾਰੀ ਉਮਰ ਪਾਲਿਆ ਅਤੇ ਬੱਚਾ ਅਖੀਰ 'ਚ ਆ ਕੇ ਸਾਨੂੰ ਠੋਕਰ ਮਾਰ ਗਿਆ ਜਾਂ ਸਾਡੇ ਕੋਲ ਭੱਜ ਗਿਆ ਸਾਡਾ ਵੀ ਤਾਂ ਟੁੱਟੂਗਾ ਹੀ ਜਿਹਨਾਂ ਨੇ ਉਹਨਾਂ ਨੂੰ ਅਡਾਪਟ ਕੀਤਾ ਪਰ ਮੈਨੂੰ ਜਿਹੜਾ ਮੈਂ ਆਪਣਾ ਦੇਖਦਾ ਪਿਆ ਕਿ ਮੇਰਾ ਖਿਆਲ ਨਹੀਂ ਕਿ ਉਹ ਬੱਚਾ ਕਦੇ ਵੀ ਇਸ ਤਰ੍ਹਾਂ ਕਰੂਗਾ ਉਹ ਬੱਚਾ ਤੁਹਾਨੂੰ ਆਪਣਾ ਮਾਂ ਬਾਪ ਬਣਾ ਲੈਂਦਾ ਔਰ ਤੁਹਾਡੇ ਲਈ ਸਭ ਕੁਛ ਕਰਦਾ ਅਰੇ ਇਹ ਗੱਲ ਦਾ ਆਪਾਂ ਨੂੰ ਚਾਹੀਦਾ ਹੈ ਅਤੇ ਅਸੀਂ ਕਦੇ ਵੀ ਕਿਸੇ ਗੱਲਾਂ ਕਰਕੇ ਅਸੀਂ ਇਹ ਨਾ ਸੋਚੇ ਕਿ ਬੱਚਾ ਨਹੀਂ ਅਸੀਂ ਆਪਣਾ ਗੋਦ ਨਹੀਂ ਲੈਣਾ ਅਡਾਪਟ ਨਹੀਂ ਕਰਨਾ ਅਤੇ ਆਪਣੇ ਕੋਲ ਟਾਈਮ ਥੋੜ੍ਹਾ ਅਖੀਰ ਦੇ ਵਿੱਚ ਤੁਸੀਂ ਮੈਸੇਜ ਕੀ ਸੁਨੇਹਾ ਲੋਕਾਂ ਨੂੰ ਦੇਣਾ ਜੀ ਮੈਂ ਤਾਂ ਇੱਕ ਤਾਂ ਜਿਹੜੀ ਤੁਸੀਂ ਅਖੀਰ 'ਤੇ ਗੱਲ ਕੀਤੀ ਨਾ ਬੜੀ ਇਹ ਵੀ ਇੰਪੋਰਟੈਂਟ ਆ ਬੜੀ ਸੋਹਣੀ ਗੱਲ ਹੈ ਕਿ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਕਿਤੇ ਕੱਲ੍ਹ ਨੂੰ ਇਹ ਨਾ ਹੋਵੇ ਬੱਚਾ ਛੱਡ ਕੇ ਚਲਾ ਜਾਵੇ ਅਸੀਂ ਹੁਣ ਪਾਲੀਏ ਕਰੀਏ ਹੁਣ ਇੱਥੇ ਇੱਕ ਤਾਂ ਜੇ ਤਾਂ ਤੁਸੀਂ ਮਤਲਬ ਬੱਚੇ ਨੂੰ ਸਿਰਫ ਇਸ ਕਰਕੇ ਲਿਆਏ ਵੀ ਅੱਜ ਲਿਆਵਾਂਗੇ ਉਹਨੂੰ ਪਾਲਾਂਗੇ ਕੱਲ੍ਹ ਨੂੰ ਕੋਈ ਸਾਨੂੰ ਉਹ ਬਦਲੇ ਦੇ ਵਿੱਚ ਕੋਈ ਸੁੱਖ ਦੇਊਗਾ ਜਾਂ ਸਾਡੀ ਉਹ ਇਨਕਮ ਪੈਸਾ ਦੇਊਗਾ ਜਾਂ ਸਾਨੂੰ ਸੰਭਾਲੂਗਾ ਬਿਲਕੁਲ ਤਾਂ ਇਸ ਚੀਜ਼ ਦੇ ਵਿੱਚ ਥੋੜ੍ਹਾ ਫਰਕ ਹੈ ਜੇ ਅਸੀਂ ਉਹਨੂੰ ਸਿਰਫ ਅਤੇ ਸਿਰਫ ਮਤਲਬ ਉਹਨੂੰ ਪਿਆਰ ਦੇਣ ਲਈ ਲਿਆਂਦਾ ਉਹਨੂੰ ਉਹਦਾ ਹੱਕ ਦੇਣ ਲਈ ਲਿਆਂਦਾ ਉਹ ਜੋ ਡਿਜ਼ਰਵ ਕਰਦਾ ਜ਼ਿੰਦਗੀ ਜਿਉਣੀ ਉਹਨੂੰ ਉਹ ਦੇਣ ਲਈ ਅਸੀਂ ਲੈ ਕੇ ਆਂਦਾ ਤੁਸੀਂ ਆਪਣੇ ਵੱਲੋਂ ਕਰੋ ਐਫਰਟ ਪੂਰੀ ਕੋਸ਼ਿਸ਼ ਕਰੋ ਅਤੇ ਇੱਥੇ ਜਿਹੜੀ ਦੂਜੀ ਉਹਦੇ ਨਾਲ ਲੱਗਦੀ ਗੱਲ ਹੈ ਨਾ ਭਗਵੰਤ ਜੀ ਇਹ ਆ ਵੀ ਜਿਹੜੇ ਅਸਲੀ ਔਲਾਦਾਂ ਨੇ ਜਿਹੜੀਆਂ ਲੋਕਾਂ ਦੀਆਂ ਉਹ ਕਿਹੜਾ ਨਹੀਂ ਛੱਡ ਕੇ ਜਾਂਦੀਆਂ ਇੱਥੇ ਤੁਸੀਂ ਇੱਥੇ ਜਿੰਨੇ ਕੇਅਰ ਹੋਮ ਦੇਖ ਲਓ ਉਹਨਾਂ ਦੇ ਵਿੱਚ ਜਿੰਨੇ ਬਜ਼ੁਰਗ ਬੈਠੇ ਨੇ
ਉਹਨਾਂ ਦੇ ਬੱਚੇ ਕਿੰਨਾ ਕੁ ਉਹਨਾਂ ਨੂੰ ਮਿਲਣ ਆਉਂਦੇ ਆ, ਕਿੰਨੀ ਕੁ ਉਹਨਾਂ ਦੀ ਕੇਅਰ ਕਰਦੇ ਆ, ਇਹ ਉਹ ਸਾਰਿਆਂ ਨੂੰ ਸੱਚਾਈ ਹੈ। ਠੀਕ ਹੈ ਜੀ। ਪਰ ਇਸ ਤਰ੍ਹਾਂ ਦੀ ਜਦੋਂ ਤੁਸੀਂ ਐਗਜ਼ਾਮਪਲ ਕੋਈ ਪੈਦਾ ਕਰਦੇ ਨਾ, ਜਦੋਂ ਤੁਹਾਡਾ ਕੋਈ ਇਸ ਤਰ੍ਹਾਂ ਦਾ ਬੱਚਾ ਹੈਗਾ, ਤਾਂ ਉਹ ਮੈਨੂੰ ਲੱਗਦਾ, ਮੇਰਾ ਦਿਲ ਕਹਿੰਦਾ ਕਿ ਕਦੇ ਵੀ ਨਹੀਂ ਇਸ ਤਰ੍ਹਾਂ ਹੋਊਗਾ ਵੀ ਉਹ ਬੱਚਾ ਤੁਹਾਨੂੰ ਅੱਖੋਂ ਪਰੋਖੇ ਕਰ ਸਕੇ ਵੱਡਾ ਹੋ ਕੇ। ਸੋ ਇਸ ਚੀਜ਼ ਨੂੰ ਮੂਹਰੇ ਰੱਖ ਕੇ ਮੈਂ ਸਮਝਦਾ ਕਿ ਸਾਡੀ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਜਿਹੜੀ ਹੈ ਨਾ ਉਹ ਸੰਕੀਰਨ ਜਿਹੜੀਆਂ ਤੰਗ ਉਹ ਨਜ਼ਰੀਆ ਜਾਂ ਉਹ ਬਾਉਂਡਰੀਆਂ, ਉਹਨਾਂ 'ਚੋਂ ਥੋੜ੍ਹਾ ਪੈਰ ਬਾਹਰ ਧਰ ਕੇ ਅਤੇ ਬਾਬੇ ਨਾਨਕ ਵਾਲੀ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ, ਔਰ ਗੁਰੂ ਰਵਿਦਾਸ ਵਾਲੀ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ। ਇਨਸਾਨੀਅਤ ਨੂੰ ਮੁੱਖ ਰੱਖਣਾ ਚਾਹੀਦਾ, ਨਾ ਕਿ ਕੋਈ ਰੰਗ, ਨਸਲ, ਧਰਮ। ਇਹ ਚੀਜ਼ਾਂ ਤਾਂ ਜਿਹੜੀਆਂ ਬਹੁਤ ਮਤਲਬ ਨਿਗੂਣੀਆਂ ਨੇ, ਛੋਟੀਆਂ। ਅਸਲ ਚੀਜ਼ ਤਾਂ ਇਨਸਾਨੀਅਤ ਹੈ। ਜੋ ਤੁਸੀਂ ਆ ਉਹ ਕੌਣ ਹੈ? ਇਨਸਾਨ ਹੈ। ਹਰ ਇੱਕ ਬੰਦਾ ਇਨਸਾਨ ਆ। ਅਸੀਂ ਇਸ ਚੀਜ਼ ਦੇ ਨਾਲ ਇੱਕ ਦੂਜੇ ਨਾਲ ਟਾਈਮ ਹੁੰਦਾ ਜੀ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ, ਜਿਹੜਾ ਤੁਸੀਂ ਇੰਨਾ ਲੋਕਾਂ ਨਾਲ ਗੱਲ ਕੀਤੀ ਆ, ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ। ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਅਸੀਂ ਇਸ ਤਰ੍ਹਾਂ ਦੇ ਇਨਸਾਨ ਵੀ ਸਾਡੇ ਕੋਲ ਹੈਗੇ ਨੇ, ਜੇ ਸਾਨੂੰ ਇਸ ਤਰ੍ਹਾਂ ਦੇ ਇਨਸਾਨ ਬਣਨਾ ਚਾਹੀਦਾ ਆ। ਅਤੇ ਮੈਂ ਕਹਾਂਗਾ ਕਿ ਜ਼ਰੂਰ ਇਸ ਪਾਸੇ ਨੂੰ ਸੋਚੋ ਕਿ ਅਸੀਂ ਕਰ ਸਕਦੇ ਹਾਂ, ਕਿਸ ਤਰ੍ਹਾਂ ਬਚਾ ਸਕਦੇ ਹਾਂ। ਗੱਲਾਂ ਕਰਦੇ ਸਾਡੇ ਕੋਲ ਕੋਈ ਗਲਤੀ ਹੋ ਗਈ, ਮਾਫੀ ਦੇ ਜਾਚਕ ਹਾਂ। ਬਹੁਤ ਬਹੁਤ ਧੰਨਵਾਦ ਆ ਸਾਡਾ ਕਾਂਸੀ ਟੀਵੀ ਦੀ ਮੈਨੇਜਮੈਂਟ ਦਾ। ਮੇਰੇ ਵੱਲੋਂ ਆਪ ਸਭ ਨੂੰ ਜੈ ਗੁਰੂਦੇਵ, ਜੈ ਭੀਮ, ਜੈ ਇਨਸਾਨ।